ਦੋਸਤੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੀ ਸੋਸ਼ਲ ਦੇ ਉੱਤੇ ਰੁਪਿੰਦਰ ਸੰਧੂ ਨੇ ਮੇਰੇ ਨਾਲ ਜਿਹੜਾ ਸੰਵਾਦ ਰਚਾਇਆ। ਮੈਨੂੰ ਚੰਗਾ ਇਸ ਕਰਕੇ ਲੱਗਿਆ ਅਸਲ ਦੇ ਵਿੱਚ ਕਿ ਰੁਪਿੰਦਰ ਸੰਧੂ ਨੇ ਹੋਮਵਰਕ ਕੀਤਾ ਸੀਗਾ, ਕਿਉਂਕਿ ਮੈਂ ਖੁਦ ਐਂਕਰਿੰਗ ਕੀਤੀ ਹੈ ਅਤੇ ਮੈਨੂੰ ਹੁੰਦਾ ਕਿ ਐਂਕਰ ਨੂੰ ਹੋਮਵਰਕ ਜ਼ਰੂਰ ਕਰਨਾ ਚਾਹੀਦਾ। ਅਤੇ ਉਹਨਾਂ ਨੇ ਮੇਰੇ ਬਾਰੇ ਜਿਹੜੀ ਨੌਲੇਜ ਇਕੱਠੀ ਕੀਤੀ ਜਾਂ ਮੇਰੇ ਬਾਰੇ ਜੋ ਕੁਛ ਛਪਿਆ ਉਹਨੂੰ ਪਹਿਲਾਂ ਪੜ੍ਹਿਆ, ਅਤੇ ਜਦੋਂ ਪੜ੍ਹਿਆ ਹੋਵੇ ਤਾਂ ਫਿਰ ਤੁਸੀਂ ਚੰਗੇ ਸਵਾਲ ਕਰ ਸਕਦੇ ਆ ਅਤੇ ਚੰਗੀ ਜਿਹੜੀ ਤੁਹਾਡੀ ਸੰਵਾਦ ਦੀ ਜਿਹੜੀ ਸਮਰੱਥਾ ਉਹ ਵੱਧ ਜਾਂਦੀ ਆ। ਇਸ ਕਰਕੇ ਮੈਨੂੰ ਰੁਪਿੰਦਰ ਸੰਧੂ ਦੇ ਨਾਲ ਗੱਲਬਾਤ ਕਰਕੇ ਮੇਰੇ ਮਨ ਨੂੰ ਬਹੁਤ ਤਸੱਲੀ ਹੋਈ। ਔਰ ਤੁਸੀਂ ਜਦੋਂ ਇਸ ਇੰਟਰਵਿਊ ਨੂੰ ਦੇਖੋਗੇ ਸੁਣੋਗੇ ਤਾਂ ਮੇਰੀ ਜ਼ਿੰਦਗੀ ਦੇ ਉਹ ਪੱਖ ਜਿਹੜੇ ਸ਼ਾਇਦ ਮੈਂ ਅੱਜ ਤੱਕ ਕਿਤੇ ਨਾ ਸਾਂਝੇ ਕੀਤੇ ਹੋਣ, ਔਰ ਰੁਪਿੰਦਰ ਸੰਧੂ ਨੇ ਆਪਣੀ ਕਲਾ ਦੇ ਨਾਲ ਮੇਰੇ ਕੋਲੋਂ ਉਹ ਅਖਵਾ ਲਏ ਆ, ਉਹ ਤੁਸੀਂ ਜ਼ਰੂਰ ਸੁਣਿਓ। ਸੋ ਮੈਂ ਬੀ ਸੋਸ਼ਲ ਦਾ ਅਤੇ ਰੁਪਿੰਦਰ ਸੰਧੂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੁਹਾਨੂੰ ਮਿਲਣ ਦਾ ਵੀ ਮੈਨੂੰ ਬਹੁਤ ਚਾਅ। ਜਿੱਥੇ ਵੀ ਮੈਂ ਜਿਹਦੇ ਨਾਲ ਜਦੋਂ ਦਿਲ ਫੋਲਦਾ, ਜਿਹੜੀ ਗੱਲ ਬੋਲਾਂ ਮੈਂ ਬਿਲਾਸਪੁਰੋਂ ਬੋਲਦਾ। ਇਹ ਸ਼ਬਦ ਪੰਜਾਬੀ ਸਾਹਿਤ ਦੀ ਸਿਰਮੌਰ ਹਸਤੀ ਰੰਗਮੰਚ ਨਿਰਦੇਸ਼ਕ ਨਿਰਮਲ ਜੌੜਾ ਹੋਰਾਂ ਦੇ ਨੇ। ਨਿਰਮਲ ਜੌੜਾ ਹੋਰਾਂ ਦਾ ਜੱਦੀ ਪਿੰਡ ਜ਼ਿਲ੍ਹਾ ਮੋਗਾ ਦਾ ਪਿੰਡ ਬਿਲਾਸਪੁਰ ਹੈ, ਪਰ ਉਹਨਾਂ ਦਾ ਜਨਮ ਉਹਨਾਂ ਦੇ ਪਿਤਾ ਸਰਦਾਰ ਜੀਤ ਸਿੰਘ ਹੋਰਾਂ ਦੀ ਕਰਮ ਭੂਮੀ ਰਹੇ ਪਿੰਡ ਕੰਦੂ ਖੇੜਾ ਵਿਖੇ ਹੋਇਆ। ਇਸ ਸਮੇਂ ਡਾਕਟਰ ਨਿਰਮਲ ਜੌੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਯੂਥ ਵੈਲਫੇਅਰ ਡਾਇਰੈਕਟਰ ਦੇ ਤੌਰ 'ਤੇ ਸੇਵਾ ਨਿਭਾ ਰਹੇ ਨੇ। ਇਸ ਇੰਟਰਵਿਊ ਦੇ ਵਿੱਚ ਅਸੀਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੇ ਵੱਖਰੇ ਵੱਖਰੇ ਪਹਿਲੂਆਂ ਨਾਲ ਰੂਬਰੂ ਕਰਵਾਵਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦਸਤਕ ਦੇ ਵਿੱਚ। ਜੀ ਮਿਹਰਬਾਨੀ, ਬਹੁਤ ਬਹੁਤ। ਤੁਹਾਡੇ ਨਾਲ ਗੱਲ ਕਰਨ ਲਈ ਮੈਨੂੰ ਬਹੁਤ ਘਬਰਾਹਟ ਜੀ ਮਹਿਸੂਸ ਹੋ ਰਹੀ ਹੈ, ਕਿਉਂਕਿ ਬਹੁਤ ਸਾਲ ਤੁਹਾਨੂੰ ਮੈਂ ਬਹੁਤ ਛੋਟੀ ਸੀ ਉਦੋਂ ਤੋਂ ਤੁਹਾਨੂੰ ਦੂਰਦਰਸ਼ਨ 'ਤੇ ਦੇਖਦੇ ਆਏ ਹਾਂ, ਤਾਂ ਐਵੇਂ ਲੱਗ ਰਿਹਾ ਸੀ ਕਿ ਮੈਂ ਉਸ ਤਰੀਕੇ ਨਾਲ ਗੱਲ ਕਰ ਸਕੂੰਗੀ ਜਿਵੇਂ ਅਸੀਂ ਤੁਹਾਨੂੰ ਇੰਨੇ ਸਾਲਾਂ ਤੋਂ ਮਾਣਦੇ ਆਏ ਹਾਂ। ਨਹੀਂ, ਪਰ ਇਹ ਗੱਲ ਕਹਿ ਕੇ ਤੁਸੀਂ ਮੈਨੂੰ ਘਬਰਾਹਟ 'ਚ ਪਾਤਾ ਵੀ ਮੈਂ ਬਹੁਤਾ ਵੱਡਾ ਤਾਂ ਨਹੀਂ ਹੋ ਗਿਆ, ਬਹੁਤ ਛੋਟੇ ਸੀ ਉਦੋਂ ਦੇਖਦੇ ਸੀ। ਬਿਲਕੁਲ। ਅਤੇ ਐਸੀ ਕੋਈ ਗੱਲ ਨਹੀਂ, ਚੰਗਾ ਲੱਗਿਆ ਤੁਹਾਡੇ ਨਾਲ ਆਉਣਾ, ਤੁਹਾਡਾ ਜੀ ਆਇਆਂ ਨੂੰ ਤੁਹਾਨੂੰ, ਜਾਂ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਲਿਆ, ਹੈ ਨਾ। ਪਰ ਘਬਰਾਉਣ ਵਾਲੀ ਨਹੀਂ ਐਡੀ ਕੋਈ ਗੱਲ, ਅਤੇ ਘਬਰਾਉਂਦਾ ਤਾਂ ਹੁੰਦਾ ਜਿਹਨੂੰ ਸਵਾਲ ਪੁੱਛੇ ਜਾਣ, ਹੈ ਨਾ। ਘਬਰਾਉਣਾ ਤਾਂ ਮੈਨੂੰ ਚਾਹੀਦਾ ਵੀ, ਕਿਉਂਕਿ ਅੱਜ ਕੱਲ੍ਹ ਪਤਾ ਨਹੀਂ ਕੀ ਪੁੱਛ ਲੈਣਾ ਤੁਸੀਂ, ਹੈ ਨਾ, ਕੀ ਮੈਂ ਉਹ ਜਵਾਬ ਦੇ ਸਕੂੰਗਾ ਜਾਂ ਨਹੀਂ ਦੇ ਸਕੂੰਗਾ, ਅਤੇ ਇਸ ਕਰਕੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਹਾਂਜੀ ਸਰ, ਜਦੋਂ ਤੁਹਾਡੇ ਬਾਰੇ ਮੈਂ ਪੜ੍ਹ ਰਹੀ ਸੀ ਤਾਂ ਇੱਕ ਕਵਿਤਾ ਸਭ ਤੋਂ ਪਹਿਲਾਂ ਮੈਂ ਤੁਹਾਡੀ ਲਿਖੀ ਪੜ੍ਹੀ, ਹੈ ਨਾ, ਕਿ ਜਿੱਥੇ ਵੀ ਮੈਂ ਜਿਹਦੇ ਨਾਲ ਜਦੋਂ ਦਿਲ ਫੋਲਦਾ, ਜਿਹੜੀ ਗੱਲ ਬੋਲਾਂ ਮੈਂ ਬਿਲਾਸਪੁਰੋਂ ਬੋਲਦਾ, ਹੈ ਨਾ। ਅਤੇ ਬੜਾ ਮੋਹ ਹੈ ਤੁਹਾਡਾ ਪਿੰਡ ਨਾਲ। ਬਹੁਤ ਸਾਰੀਆਂ ਹੋਰ ਮਹਿਨਾਜ਼ ਸ਼ਖਸੀਅਤਾਂ ਜਿਹਦੇ ਵਿੱਚ ਅਜੀਤ ਸਿੰਘ ਸ਼ਾਂਤ, ਉਹ ਵੀ ਤੁਹਾਡੇ ਪਿੰਡ ਤੋਂ ਨੇ, ਹੈ ਨਾ। ਮੰਨਿਆ ਪ੍ਰਮੰਨਿਆ ਪਿੰਡ ਆ ਬਿਲਾਸਪੁਰ। ਮੈਂ ਚਾਹੁੰਦੀ ਹਾਂ ਕਿ ਇੰਨੇ ਜਿਹਨੂੰ ਸ਼ਿੱਦਤ ਨਾਲ ਤੁਸੀਂ ਲਿਖਦੇ ਹੋ, ਹਰ ਆਰਟੀਕਲ ਦੇ ਵਿੱਚੋਂ ਝਲਕਦਾ, ਉਹਦੇ ਉੱਪਰ ਇੱਕ ਕਿਤਾਬ ਵੀ ਹੁਣ ਲਿਖ ਦਿੱਤੀ ਆ ਮੈਂ ਬਿਲਾਸਪੁਰੋਂ ਬੋਲਦਾ, ਤਾਂ ਉਸ ਪਿੰਡ ਬਾਰੇ ਮੈਂ ਸਭ ਤੋਂ ਪਹਿਲਾਂ ਚਾਹੂੰਗੀ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਆਪਣੇ ਪਿੰਡ। ਬਿਲਕੁਲ, ਬਹੁਤ ਵਧੀਆ, ਕਿਉਂਕਿ ਵੈਸੇ ਵੀ ਇਹ ਬਣਦਾ ਸੀ ਕਿ ਮੈਂ ਜਦੋਂ ਆਪਦੇ ਬਾਰੇ ਦੱਸਾਂ ਤਾਂ ਪਿੰਡ ਬਾਰੇ ਹੀ ਦੱਸੂ, ਹੈ ਨਾ, ਬਚਪਨ ਬਾਰੇ। ਪਿੰਡ ਜਿਹੜਾ ਬਿਲਾਸਪੁਰ ਆ ਮੇਰਾ, ਇਹ ਉਸ ਕਵਿਤਾ ਦੇ ਵਿੱਚ ਵੀ ਆ ਕਿ ਮੋਗੇ ਵੱਲੋਂ ਜਦੋਂ ਬਰਨਾਲੇ ਵੱਲ ਜਾਈਦਾ, ਡਾਲਾ ਬੁੱਟਰ ਬੱਧਨੀ ਲੋਹਾਰਾ ਵੀ ਟਪਾਈਦਾ, ਬਿਲਾਸਪੁਰ ਪਿੰਡ ਦੋਹਾਂ ਸ਼ਹਿਰਾਂ ਵਿਚਕਾਰ ਹੈ, ਜਗਰਾਵਾਂ ਤੋਂ ਵੀ ਛੇਤੀ ਆਜੂ ਜੇ ਕੋਲੇ ਕਾਰ ਹੈ। ਇਹਦਾ ਮੈਂ ਦੱਸਿਆ ਕਿ ਜਿਹੜਾ ਮੇਰਾ ਪਿੰਡ ਆ ਉਹ ਬਰਨਾਲੇ ਤੋਂ ਮੋਗੇ ਨੂੰ ਜਦੋਂ ਜਾਈਦਾ, ਜਾਂ ਮੋਗੇ ਤੋਂ ਜਦੋਂ ਬਰਨਾਲੇ ਨੂੰ ਜਾਈਦਾ, ਤਾਂ ਬਿਲਕੁਲ ਵਿਚਾਲੇ ਪਿੰਡ ਬਿਲਾਸਪੁਰ ਆ ਜਿਹੜਾ ਉਹ ਆਉਂਦਾ। ਜ਼ਿਲ੍ਹਾ ਸਾਨੂੰ ਮੋਗਾ ਪੈਂਦਾ, ਕਿਸੇ ਵੇਲੇ ਫਿਰੋਜ਼ਪੁਰ ਜ਼ਿਲ੍ਹਾ ਸੀ, ਫਿਰ ਫਰੀਦਕੋਟ ਜ਼ਿਲ੍ਹਾ ਹੋ ਗਿਆ, ਹੁਣ ਅੱਜ ਕੱਲ੍ਹ ਮੋਗਾ ਜ਼ਿਲ੍ਹਾ, ਅਤੇ ਜਗਰਾਓਂ ਤੋਂ ਵੀ ਉਨਾ ਹੀ ਪੈ ਜਾਂਦਾ। ਉਹ ਜਦੋਂ ਕਵਿਤਾ ਲਿਖੀ ਅਤੇ ਫਿਰ ਮੈਂ ਉਹਦੇ 'ਚ ਪਹਿਲਾਂ ਇਹ ਦੱਸਿਆ, ਹੈ ਨਾ। ਪਿੰਡ ਨਾਲ ਮੇਰਾ ਇਸ ਕਰਕੇ ਮੋਹ ਹੈ ਕਿ ਮੇਰਾ ਬਚਪਨ ਜਿਹੜਾ ਉਹ ਪਿੰਡ ਦੇ ਵਿੱਚ ਗੁਜ਼ਰਿਆ, ਇਸ ਤਰੀਕੇ ਨਾਲ ਖੇਡਦੇ ਦਾ, ਹੈ ਨਾ, ਕੁਛ ਸਿੱਖਦੇ ਦਾ, ਸਾਈਕਲ ਚਲਾਉਂਦੇ ਦਾ, ਜਾਂ ਹੋਰ ਪੇਂਡੂ ਖੇਡਾਂ ਜਿਹੜੀਆਂ ਖੇਡਣੀਆਂ, ਘਰ ਦੇ ਕੰਮ ਕਰਨ ਦਾ। ਅਤੇ ਪਿੰਡ 'ਚ ਰਹਿੰਦੇ ਹੀ ਮੈਨੂੰ ਜਿਹੜਾ ਪੰਜਾਬੀ ਕਲਚਰ ਦੇ ਨਾਲ ਮੇਰਾ ਜਿਹੜਾ ਮੋਹ ਬਣਿਆ, ਹੈ ਨਾ। ਵਿਆਹਾਂ ਸ਼ਾਦੀਆਂ ਦੇ ਵਿੱਚ ਜਦੋਂ ਰਾਤ ਨੂੰ ਗਾਉਂਦੀਆਂ, ਜਿਹਨੂੰ ਹੁਣ ਅੱਜ ਕੱਲ੍ਹ ਲੇਡੀਜ਼ ਗੀਤ ਕਹਿ ਦਿੰਦੇ ਆ, ਅੱਗੇ ਉਹ ਗਾਉਣ ਹੁੰਦਾ ਸੀ ਵਿਆਹਾਂ ਦਾ, ਕਿ ਮੁੰਡਾ ਦਾ ਵਿਆਹ ਹੋਵੇ ਜਾਂ ਕੁੜੀ ਦਾ ਵਿਆਹ ਹੋਵੇ ਤਾਂ ਉਹਨਾਂ ਨੇ ਗਾਉਣਾ, ਉਹ ਮੈਂ ਸੁਣਦਾ, ਫਿਰ ਮੈਂ ਉਹਦੇ ਅਰਥ ਵੀ ਨਾਲ ਕੱਢਦਾ, ਹੈ ਨਾ। ਫਿਰ ਮੈਂ ਬਜ਼ੁਰਗਾਂ ਕੋਲੇ ਬਹਿੰਦਾ ਬਹੁਤ,
ਪਿੰਡ ਦੀ ਧਰਮਸ਼ਾਲਾ 'ਚ, ਸੱਥ 'ਚ, ਹੈ ਨਾ, ਜਿੱਥੇ ਵੀ ਕਿਤੇ ਬੈਠੇ ਹੁੰਦੇ ਉਹਨਾਂ ਦੀਆਂ ਗੱਲਾਂ ਮੈਂ ਸੁਣਦਾ। ਅਤੇ ਜਾਂ ਪਿੰਡ ਦੇ ਵੱਡੇ ਬੰਦਿਆਂ ਨੂੰ ਮੈਂ ਦੇਖਦਾ, ਜਿਵੇਂ ਜਦੋਂ ਮੈਂ ਸੁਰਤ ਸੰਭਾਲੀ ਸਾਡੇ ਪਿੰਡ ਦੇ ਸਰਪੰਚ ਸਰਦਾਰ ਗੁਰਦੇਵ ਸਿੰਘ ਹੋਰੀ ਸੀ, ਉਹਨਾਂ ਨੂੰ ਮੈਂ ਦੇਖਦਾ ਵੀ ਮਤਲਬ ਕਿੰਨੀਆਂ ਸਿਆਣੀਆਂ ਗੱਲਾਂ ਇਹ ਕਰਦੇ ਆ, ਹੈ ਨਾ। ਅਤੇ ਜਾਂ ਹੋਰ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਮਿਲਣਾ। ਸਾਡੇ ਪਿੰਡ ਇੱਕ ਬੈਂਕ ਸੀਗੀ, ਪੰਜਾਬ ਐਂਡ ਸਿੰਧ ਬੈਂਕ, ਉਹਦੇ ਸਾਰੇ ਸਟਾਫ ਨਾਲ ਮੇਰੀ ਬਹੁਤ ਦੋਸਤੀ ਪੈ ਗਈ। ਮੈਂ ਉਸ ਜਿਹੜੀ ਤੁਸੀਂ ਕਿਤਾਬ ਕਿਹਾ ਹੁਣੇ ਚੇਤਨਾ ਪ੍ਰਕਾਸ਼ਨ ਵੱਲੋਂ ਆਈ ਆ, ਮੈਂ ਬਿਲਾਸਪੁਰੋਂ ਬੋਲਦਾ, ਉਹਦਾ ਪਹਿਲਾ ਆਰਟੀਕਲ ਹੀ ਆ ਕਰਮ ਸਿੰਘ ਦਾ ਥਾਪੜਾ। ਉਹ ਕਰਮ ਸਿੰਘ ਸਾਡੇ ਪਿੰਡ ਬਿਲਾਸਪੁਰ ਦੀ ਮਤਲਬ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਕਲਰਕ ਸੀ। ਉਹਨਾਂ ਦੀ ਮੈਂ ਦੋਸਤੀ ਦੀ ਕਹਾਣੀ ਜਿਹੜੀ ਮੈਂ ਉੱਥੇ ਕਿਵੇਂ ਉਹਨਾਂ ਕੋਲੇ ਕੰਮ ਕੀਤਾ ਉਹ ਲਿਖਿਆ। ਅਤੇ ਇਹ ਸਾਰਾ ਕੁਛ ਮੈਨੂੰ ਪਿੰਡੋਂ ਮਿਲਿਆ। ਤਾਂ ਮੈਂ ਸਮਝਦਾ ਕਿ ਬਿਲਾਸਪੁਰ ਪਿੰਡ ਮੇਰੇ, ਦੇਖੋ ਕਵਿਤਾ 'ਚ ਮੈਂ ਲਿਖਿਆ ਕਿ ਹੋਏ ਪ੍ਰਵਾਸੀ ਜੋ ਵਿਦੇਸ਼ਾਂ ਵਿੱਚ ਵੜ ਗਏ, 5 ਪੁੱਤ ਪਿੰਡ ਦੇ ਵਿਧਾਨ ਸਭਾ ਚੜ੍ਹ ਗਏ, ਚੰਗਾ ਹੌਸਪੀਟਲ ਸਕੂਲ ਵੀ ਕਮਾਲ ਦੇ, ਖੇਡਦੇ ਮੈਦਾਨੀ ਮੁੰਡੇ ਜੁੱਸਿਆਂ ਨੂੰ ਪਾਲਦੇ। ਮਤਲਬ ਮੈਂ ਆਪਦੇ ਪਿੰਡ ਦੀ ਤਸਵੀਰ ਇਸ ਕਰਕੇ ਕਰੀ ਕਿ ਮੈਨੂੰ ਸਾਰਾ ਕੁਝ ਚੰਗਾ ਲੱਗਿਆ। ਅਤੇ 5 MLA ਸਾਡੇ ਪਿੰਡ ਤੋਂ ਮਤਲਬ ਬਿਲਾਸਪੁਰ ਤੋਂ ਜਿਹੜੇ ਆ ਉਹ ਵਿਧਾਨ ਸਭਾ ਦੇ ਵਿੱਚ ਪਹੁੰਚੇ। ਮਤਲਬ ਇਹ ਵੀ ਵੱਡੀ ਮੈਂ ਪ੍ਰਾਪਤੀ ਸਮਝੀ ਆਪਦੇ ਗੱਲ ਦੀ। ਸਾਡੇ ਪਿੰਡ ਚੰਗੇ ਖਿਡਾਰੀ ਰਹੇ। ਕਬੱਡੀ ਦੀ ਟੀਮ ਬਿਲਾਸਪੁਰ ਪਿੰਡ ਦੀ ਕਿਸੇ ਵੇਲੇ ਮਤਲਬ ਐਂ ਹੁੰਦੀ ਸੀ ਬਈ ਦੂਜੇ ਪਿੰਡਾਂ ਵਾਲੇ ਲੋਕ ਘਬਰਾਉਂਦੇ ਹੁੰਦੇ ਸੀਗੇ, ਬਈ ਬਿਲਾਸਪੁਰ ਦੀ ਟੀਮ ਆ ਗਈ ਆ, ਹੈ ਨਾ। ਓਪਨ ਦੇ ਵਿੱਚ ਰੇਡਰ ਸਾਡੇ ਏਡੇ ਤਕੜੇ ਸੀਗੇ। ਅਤੇ ਇਸੇ ਤਰ੍ਹਾਂ ਹੀ ਬਿਲਾਸਪੁਰ ਪਿੰਡ ਸਿਆਸਤ ਦੇ ਵਿੱਚ ਮਤਲਬ ਉਹਦੇ 'ਚ ਮੈਂ ਲਿਖਿਆ ਕਿ ਮਤਲਬ ਮਿਹਨਤੀ ਦਿਮਾਗੀ ਚਿੱਤੋਂ ਸਾਊ ਲੋਕ ਪੂਰੇ ਆ, ਲੀਡਰੀ 'ਚ ਸਾਡਾ ਪਿੰਡ ਬਾਕੀਆਂ ਤੋਂ ਮੂਹਰੇ ਆ। ਮਤਲਬ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਜਦੋਂ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਫਰੀਦਕੋਟੀਏ, ਮੁਕਤਸਰੀਏ, ਹੈ ਨਾ, ਇੱਧਰਲੇ ਇਲਾਕੇ ਦੇ ਜਿਹੜੇ ਲੀਡਰ ਹੈ ਉਹ ਆ। ਮੈਂ ਸਮਝਦਾ ਕਿ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਇਹ ਸੀ ਕਿ ਬਿਲਾਸਪੁਰ ਦੇ ਬੜੇ, ਹੈ ਨਾ। ਇਸੇ ਕਰਕੇ ਦੇਖੋ 5 MLA ਜਿਹੜੇ ਉਹ ਬਣੇ। ਔਰ ਇਹ ਵੀ ਗੱਲ ਹੈ ਕਿ ਬਾਹਰਲੀ ਕੌਂਸਟੀਟਿਊਸ਼ਨ ਤੋਂ ਜਾ ਕੇ ਵੀ ਮਤਲਬ ਕਿ ਅਸੀਂ ਜਿਵੇਂ ਬਰਨਾਲਾ ਤੋਂ MLA ਰਹੇ ਮਲਕੀਤ ਸਿੰਘ ਕੀਤੂ, ਠੀਕ ਹੈ। ਇਸੇ ਤਰ੍ਹਾਂ ਹੀ ਮਲੋਟ ਤੋਂ ਸਰਦਾਰ ਅਜੈਬ ਸਿੰਘ ਭੱਟੀ, ਉਹ ਬਿਲਾਸਪੁਰ ਤੋਂ ਹੈ, ਉੱਥੋਂ MLA ਰਹੇ, ਹੈ ਨਾ। ਅਤੇ ਸ਼ਾਂਤ ਸਾਹਿਬ ਅਤੇ ਇਸ ਵੇਲੇ ਮਨਜੀਤ ਸਿੰਘ ਬਿਲਾਸਪੁਰੋਂ ਤਾਂ ਚਲੋ ਸਾਡੇ ਆਪ ਨਿਹਾਲ ਸਿੰਘ ਵਾਲਾ ਦੇ ਵਿੱਚੋਂ ਹੀ MLA ਆ। ਮਤਲਬ ਇਸ ਕਰਕੇ ਮੈਨੂੰ ਆਪਦੇ ਪਿੰਡ ਨਾਲ ਹਮੇਸ਼ਾ ਹੀ ਮੋਹ ਰਿਹਾ, ਹੈ ਨਾ, ਪਿੰਡ ਦੇ ਵਿੱਚ ਗੱਲਾਂ ਕਰਨੀਆਂ, ਜਾ ਕੇ ਸਿੱਖਣਾ। ਅਤੇ ਮੈਂ ਜਦੋਂ ਬਹੁਤ ਚਿਰ ਬਾਅਦ ਮੈਂ ਸੋਚਿਆ ਵੀ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਜਦੋਂ ਮੈਂ ਐਂਕਰਿੰਗ ਦੇ ਵਿੱਚ ਆਇਆ ਜਾਂ ਮੈਂ ਬੋਲਣ ਲੱਗਿਆ ਸਟੇਜ 'ਤੇ, ਵੀ ਇਹ ਬੋਲਣ ਦਾ ਕਿੱਥੋਂ ਸਕੂਲ ਤੋਂ ਪਿਆ ਜਾਂ ਕਾਲਜ ਤੋਂ। ਉਦੋਂ ਤਾਂ ਬੰਦਾ ਕਹਿ ਦਿੰਦਾ ਕਿ ਮੈਂ ਸਕੂਲ ਤੋਂ ਕਾਲਜ ਤੋਂ ਪ੍ਰੋਗਰਾਮ ਕਰਦਾ ਸੀ ਅਤੇ ਬੋਲ ਲਿਆ। ਪਰ ਅਸਲ ਮੈਂ ਇੱਕ ਦਿਨ ਮਤਲਬ ਬੈਠਾ ਸੋਚ ਰਿਹਾ ਸੀ ਕਿ ਮੈਂ ਬੋਲਣ ਕਿਵੇਂ ਲੱਗਿਆ। ਤਾਂ ਮੈਂ ਬੋਲਣ ਲੱਗਿਆ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਪਿੰਡ ਦੇ ਵਿੱਚ ਰੇਡੀਓ 'ਤੇ ਜਦੋਂ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਨੀ ਹੁੰਦੀ ਸੀ ਕਿ ਫਲਾਣੇ ਪਿੰਡ ਫਲਾਣੇ ਘਰੇ ਕਿਸੇ ਦੇ, ਹੈ ਨਾ, ਭੋਗ ਆ ਭਾਈ ਪਹੁੰਚ ਜਾਓ, ਹੈ ਨਾ, ਕਿਸੇ ਦੀ ਜੰਨ ਚੜ੍ਹਨ ਵਾਲੀ ਆ ਪਹੁੰਚ ਜਾਓ। ਤਾਂ ਮੈਨੂੰ ਚਾਹ ਹੁੰਦਾ ਸੀ ਕਿ ਮੈਨੂੰ ਕਹੇ ਕੋਈ ਛੋਟੇ ਹੁੰਦੇ ਨੂੰ, ਅਤੇ ਮੈਂ ਫਿਰ ਜਾ ਕੇ ਗੁਰਦੁਆਰੇ ਬੋਲਦਾ ਹੁੰਦਾ ਸੀਗਾ, ਹੈ ਨਾ। ਅਤੇ ਮੈਂ ਮਤਲਬ ਇਸ ਕਵਿਤਾ 'ਚ ਵੀ ਲਿਖਿਆ ਕਿ ਮਤਲਬ ਚੰਗਾ ਬੋਲ ਲੈਣਾ ਕਾਕਾ ਜਦੋਂ ਕੋਈ ਕਹਿੰਦਾ ਸੀ, ਕਈ ਦਿਨ ਫਿਰ ਮੈਨੂੰ ਨਸ਼ਾ ਇਹਦਾ ਰਹਿੰਦਾ ਸੀ, ਹੈ ਨਾ। ਮਤਲਬ ਮੈਂ ਜਦੋਂ ਉਹ ਬੋਲਣਾ ਫਿਰ ਉਹ ਅਸਲ ਦੇ ਵਿੱਚ ਜਿਹੜੀ ਆ ਮਤਲਬ ਇੱਕ ਤਰ੍ਹਾਂ ਦੀ ਤੁਹਾਡੀ ਬਣ ਗਈ ਕਿ ਮੈਨੂੰ ਉੱਥੋਂ ਸਮਰੱਥਾ ਮਿਲੀ, ਹੈ ਨਾ, ਬੋਲਣ ਦੀ, ਜਾਂ ਇੱਕ ਜਾਂਚ ਮਿਲੀ ਬੋਲਣ ਦੀ, ਹੌਸਲਾ ਮਿਲਿਆ ਮੈਨੂੰ। ਅਤੇ ਉਹਨੇ ਮੈਨੂੰ ਅੱਗੇ ਲੈ ਕੇ ਆਂਦਾ। ਇਸ ਕਰਕੇ ਮੈਂ ਆਪਦੇ ਪਿੰਡ ਨੂੰ ਹਮੇਸ਼ਾ ਹੀ ਆਪਦੀਆਂ ਸੋਚਾਂ 'ਚ, ਆਪਦੀਆਂ ਗੱਲਾਂ ਬਾਤਾਂ 'ਚ ਅੱਗੇ ਰੱਖਿਆ। ਅਤੇ ਬਿਲਾਸਪੁਰ ਪਿੰਡ ਮਤਲਬ ਵੈਸੇ ਹਰ ਤੁਹਾਨੂੰ ਆਪਦਾ ਪਿੰਡ ਪਿਆਰਾ। ਇਹ ਜਦੋਂ ਮੈਂ ਕਿਤਾਬ ਲਿਖੀ ਮੈਂ ਬਿਲਾਸਪੁਰੋਂ ਬੋਲਦਾ ਤਾਂ ਮੈਨੂੰ ਮੇਰੇ ਦੋਸਤਾਂ ਦੇ ਫੋਨ ਆਏ, ਜਿਨ੍ਹਾਂ ਨੂੰ ਪਤਾ ਲੱਗਿਆ, ਫੇਸਬੁੱਕ 'ਤੇ ਪੜ੍ਹਿਆ ਜਾਂ ਮਤਲਬ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਮਤਲਬ ਪਤਾ ਲੱਗਿਆ ਕਿ ਇਹਨੇ ਕਿਤਾਬ ਲਿਖੀ, ਮੈਂ ਬਿਲਾਸਪੁਰੋਂ ਬੋਲਦਾ। ਤਾਂ ਉਹ ਫੋਨ ਮੈਨੂੰ ਜਦੋਂ ਕਰਦੇ ਸੀ ਤਾਂ ਜਿਵੇਂ ਉਹ ਆਪਦੇ ਪਿੰਡ ਦਾ ਨਾਂ ਲੈ ਕੇ ਗੱਲ ਕਰਦੇ ਕਿ ਮੈਂ ਉੱਥੋਂ ਬੋਲਦਾ। ਤਾਂ ਮੈਨੂੰ ਲੱਗਿਆ ਕਿ ਇਹ ਗੱਲ ਮੇਰੀ ਇਕੱਲੇ ਦੀ ਨਹੀਂ, ਹਰ ਬੰਦੇ ਨੂੰ ਆਪਦੇ ਪਿੰਡ ਦੇ ਨਾਲ ਮੋਹ ਹੁੰਦਾ, ਹਰ ਬੰਦਾ ਆਪਦੇ ਪਿੰਡ ਦੇ ਨਾਲ ਜੁੜਿਆ ਹੁੰਦਾ। ਉਹ ਅਸੀਂ ਟੁੱਟ ਚੁੱਕੇ ਹਾਂ ਸ਼ਹਿਰਾਂ 'ਚ ਆ ਕੇ, ਵੱਡੇ ਸ਼ਹਿਰਾਂ 'ਚ ਆ ਕੇ, ਬਾਹਰਲੇ ਮੁਲਕਾਂ 'ਚ ਜਾ ਕੇ, ਪਰ ਜਦੋਂ ਕਿਸੇ ਕੋਈ ਇਹੋ ਜਿਹੀ ਯਾਦ ਆਉਂਦੀ ਹੈ ਤਾਂ ਫਿਰ ਸਾਰਿਆਂ ਨੂੰ ਆਪਦਾ ਪਿੰਡ ਹੈ ਜਿਹੜਾ ਉਹ ਯਾਦ ਆਉਂਦਾ। ਇਸੇ ਤਰੀਕੇ ਨਾਲ ਮੈਨੂੰ ਵੀ ਮੇਰਾ ਪਿੰਡ ਹੈ ਜਿਹੜਾ ਉਹ ਯਾਦ ਵੀ ਆਉਂਦਾ, ਅਤੇ ਮੈਂ ਪਿੰਡ ਦੇ ਵਿੱਚ ਜਾਂਦਾ ਵੀ ਬਹੁਤ ਹਾਂ। ਹਾਂਜੀ, ਇਹ ਵੀ ਮੈਂ ਪੜ੍ਹਿਆ ਸੀ ਵੀ ਤੁਹਾਡੇ ਇੱਕ ਦੋਸਤ ਤੁਹਾਨੂੰ ਬਾਹਰੋਂ ਫੋਨ ਕਰਦੇ ਨੇ ਅਤੇ ਉਹਨਾਂ ਨੇ ਪੁੱਛਿਆ ਵੀ ਲੁਧਿਆਣਿਓਂ ਬੋਲਦਾ ਕਿ ਚੰਡੀਗੜ੍ਹੋਂ। ਇਸ ਕਿਤਾਬ ਦਾ ਟਾਈਟਲ ਲਿਖਣ ਦਾ ਜਾਂ ਮਤਲਬ ਇਹ ਆਰਟੀਕਲ ਉਸ ਕਿਤਾਬ ਦੇ ਵਿੱਚ ਲਿਖਣ ਦਾ, ਮੇਰੀ ਬਾਇਓਗ੍ਰਾਫੀ ਨਹੀਂ, ਉਹ ਕਿਤਾਬ ਆ ਜਿਹੜੀ ਮੈਂ ਬਿਲਾਸਪੁਰੋਂ ਬੋਲਦਾ। ਉਹ ਮਤਲਬ ਕਿ ਮੇਰੇ ਆਰਟੀਕਲ ਹੈ, ਨਾ ਤਾਂ ਉਹ ਬਿਲਾਸਪੁਰ ਦੀ ਹਿਸਟਰੀ ਆ, ਨਾ ਉਹ ਮੇਰੀ ਕੋਈ ਇਸ ਤਰ੍ਹਾਂ ਦੀ ਹਿਸਟਰੀ ਆ। ਮੇਰੇ ਜਿਹੜੇ ਵੱਖ-ਵੱਖ ਛਪੇ ਆਰਟੀਕਲ ਉਹ ਹੈ, ਉਹਦੇ 'ਚ ਇੱਕ ਆਰਟੀਕਲ ਹੈ ਮੈਂ ਬਿਲਾਸਪੁਰੋਂ ਬੋਲਦਾ। ਉਹ ਇਹ ਸੀਗੀ ਕਿ ਮੈਂ ਕੈਨੇਡਾ ਗਿਆ ਸੀਗਾ, ਮੈਂ ਉੱਥੇ ਮਾਤਾ ਗੁਜਰੀ ਨਾਟਕ ਤਿਆਰ ਕਰਾਇਆ ਸੀ, ਆਪਾਂ ਗੱਲ ਕਰਾਂਗੇ ਅੱਗੇ ਜਾ ਕੇ। ਤਾਂ ਉੱਥੇ ਮੇਰੇ ਦੋਸਤ ਆ ਦੇਵ ਮਾਂਗਟ, ਜਿਨ੍ਹਾਂ ਨੇ ਮੈਨੂੰ ਬੁਲਾਇਆ ਸੀ ਇਕਬਾਲ ਮਾਲ ਹੋਰਾਂ ਕਰਕੇ, ਹੈ ਨਾ।
ਤੇ ਸੁੱਖੀ ਨਿੱਜਰ, ਦੇਵ ਮਾਂਗਟ, ਮੈਂ ਇਹਨਾਂ ਦੇ ਨਾਲ ਸੀ ਤੇ ਮੈਂ ਕਾਰ ਦੇ ਵਿੱਚ ਜਾ ਰਿਹਾ ਸੀ ਉਹਦੇ ਨਾਲ, ਤੇ ਅਸੀਂ ਦੋਨੇ ਜਾਣੇ, ਮੈਂ ਤੇ ਦੇਵ, ਜਿੱਦ ਰਹੇ ਸੀ ਆਪਸ ਵਿੱਚ। ਉਹਦਾ ਪਿੰਡ ਦੁਰਾਹੇ ਕੋਲੇ ਆ, ਰਾਮਪੁਰਾ। ਉਹ ਆਪਦੇ ਪਿੰਡ ਬਾਰੇ ਦੱਸ ਰਿਹਾ ਸੀ ਕਿ ਸਾਡੇ ਪਿੰਡ ਸਦੀਕ ਸਾਹਿਬ ਉਹਦੇ ਪਿੰਡੋਂ ਆ, ਸਾਡੇ ਪਿੰਡ ਤੋਂ ਮੁਹੰਮਦ ਸਦੀਕ ਹੈ, ਸਾਡੇ ਪਿੰਡ ਤੋਂ ਲਿਖਾਰੀ ਫਲਾਨੇ, ਹੈ ਨਾ। ਮੈਂ ਉਹਨੂੰ ਦੱਸ ਰਿਹਾ ਸੀ ਕਿ ਸਾਡੇ ਪਿੰਡੋਂ 5 MLA ਬਣੇ, ਸਾਡੇ ਪਿੰਡੋਂ ਆ ਖਿਡਾਰੀ ਬਣੇ, ਹੈ ਨਾ। ਜਾਣੀ ਮੈਂ ਉਹਦੇ 'ਤੇ ਪ੍ਰਭਾਵ ਪਾ ਰਿਹਾ ਸੀਗਾ ਵੀ ਮੇਰਾ ਪਿੰਡ ਆਏ ਆ, ਮੇਰਾ ਪਿੰਡ ਆਏ ਆ। ਉਦੋਂ ਨੂੰ ਇੱਕ ਉਹਦੇ ਫੋਨ 'ਤੇ ਫੋਨ ਆ ਗਿਆ। ਉਹ ਸੀ ਫੋਨ ਮੇਰੇ ਦੋਸਤ ਦਾ, ਚੰਦਰ ਸ਼ੇਖਰ ਦਾ, ਇੰਗਲੈਂਡ ਤੋਂ। ਉਹਨੇ ਮੇਰੇ ਨਾਲ ਗੱਲ ਕਰਨੀ ਸੀ, ਨੈਚੁਰਲੀ ਮੇਰੇ ਕੋਲ ਫੋਨ ਨਹੀਂ ਸੀ, ਉਹਦੇ 'ਤੇ ਹੀ ਕਰਨੀ ਸੀ। ਉਹਨੇ ਉਹਦਾ ਨੰਬਰ ਦਿੱਤਾ ਵਾ ਸੀ, ਤਾਂ ਉਹਨੇ ਸਪੀਕਰ 'ਤੇ ਫੋਨ ਲਾਤਾ, ਕਾਰ ਦੇ ਸਪੀਕਰ 'ਤੇ, ਵੀ ਤੁਸੀਂ ਗੱਲ ਕਰੋ। ਤਾਂ ਮੈਂ ਸ਼ੇਖਰ ਨਾਲ ਗੱਲ ਕਰ ਰਿਹਾ ਸੀਗਾ ਸਪੀਕਰ 'ਤੇ, ਤੇ ਉਹ ਸੁਣ ਰਿਹਾ ਸੀ ਡਰਾਈਵਿੰਗ ਕਰਦਾ। ਜਦੋਂ ਅਖੀਰ 'ਤੇ ਮੈਨੂੰ ਉਹਨੇ ਪੁੱਛਿਆ, ਸ਼ੇਖਰ ਨੇ, ਵੀ ਤੂੰ ਮਤਲਬ ਹੁੰਨਾ ਕਿੱਥੇ ਆ, ਤੂੰ ਲੁਧਿਆਣੇ ਹੁੰਨਾ ਹੈ ਜਾਂ ਤੂੰ ਚੰਡੀਗੜ੍ਹ ਹੁੰਨਾ ਹੈ? ਤਾਂ ਉਹਨੇ ਵਿੱਚ ਦੀ ਟੋਕ ਕੇ ਕਿਹਾ, ਕਹਿੰਦਾ ਇਹ ਜਿੱਥੇ ਮਰਜ਼ੀ ਹੋਵੇ, ਭਾਵੇਂ ਲੁਧਿਆਣੇ ਹੋਵੇ, ਭਾਵੇਂ ਚੰਡੀਗੜ੍ਹ ਹੋਵੇ, ਭਾਵੇਂ ਟੋਰਾਂਟੋ ਹੋਵੇ, ਇਹ ਬੋਲਦਾ ਬਿਲਾਸਪੁਰੋਂ ਹੀ ਆ। ਮਤਲਬ ਉਹ ਮੇਰੀ ਗੱਲ ਨੂੰ ਟੌਂਟ ਕਰਦਾ ਸੀਗਾ, ਪਰ ਮੈਨੂੰ ਗੱਲ ਬਹੁਤ ਵਧੀਆ ਲੱਗੀ ਇਹ। ਇਸੇ ਕਰਕੇ ਮੈਂ ਉਹਦੀ ਫੈਸਲਾ ਕਰ ਲਿਆ ਕਿ ਮੈਂ ਜੇ ਕਿਤਾਬ ਲਿਖੂੰਗਾ ਤਾਂ ਇਹ ਲਿਖੂੰਗਾ ਕਿ ਮੈਂ ਬਿਲਾਸਪੁਰੋਂ ਬੋਲਦਾ। ਮੈਨੂੰ ਮਤਲਬ ਇਸ ਗੱਲ 'ਤੇ ਮਾਣ ਹੋਇਆ ਵੀ ਮੈਂ ਬਿਲਾਸਪੁਰੋਂ ਬੋਲਦਾ। ਹਾਂਜੀ, ਇਹ ਬਣ ਗਈ ਗੱਲ। ਸਰ ਮਤਲਬ ਜਿੰਨਾ ਵੀ ਮੈਂ ਪੜ੍ਹਿਆ, ਇਹ ਵੀ ਪੜ੍ਹਿਆ ਵੀ ਤੁਸੀਂ ਬਹੁਤ ਵਧੀਆ ਕਵਿਤਾ ਬੋਲਦੇ ਹੁੰਦੇ ਸੀ ਕਾਲਜ ਟਾਈਮ, ਹੈ ਨਾ। ਤੁਹਾਡੀਆਂ ਹੋਰ ਵੀ ਬਹੁਤ ਸਾਰੀਆਂ ਪ੍ਰਾਪਤੀਆਂ 'ਤੇ ਆਪਾਂ ਗੱਲ ਕਰਨੀ ਆ। ਅਤੇ ਇਹ ਕਵਿਤਾ ਜਦੋਂ ਤੁਸੀਂ ਬੋਲ ਰਹੇ ਤੇ ਤਾਂ ਸੱਚੀ ਮੈਨੂੰ ਉਹ ਝਲਕਾਰਾ ਮਤਲਬ ਮਹਿਸੂਸ ਹੋਇਆ, ਹੈ ਨਾ। ਅਸਲ 'ਚ ਮੈਂ ਗੌਰਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਤੋਂ BSc ਕੀਤੀ ਆ। ਹਾਂਜੀ। ਅਸਲ ਸ਼ੁਰੂਆਤ ਮੇਰੀ ਕਵਿਤਾ ਤੋਂ ਹੋਈ, ਕਿਉਂਕਿ ਸਾਡੇ ਕੋਲੇ ਯੂਥ ਫੈਸਟੀਵਲਾਂ ਦੇ ਵਿੱਚ ਜਾਣ ਦਾ ਇੱਕ ਬਹੁਤ ਵਧੀਆ ਇਹ ਸਾਧਨ ਹੁੰਦਾ ਸੀ ਕਿ ਅਸੀਂ ਕਾਵਿ ਉਚਾਰਨ ਮੁਕਾਬਲੇ ਦੇ ਵਿੱਚ, ਡਿਬੇਟ ਦੇ ਵਿੱਚ, ਡੈਕਲੇਮੇਸ਼ਨ ਦੇ ਵਿੱਚ ਮੈਂ ਜਾਂਦਾ ਹੁੰਦਾ ਸੀ। ਅਤੇ ਮੇਰੀ ਇਹ ਜਿਹੜੀ ਕਿਤਾਬ ਦੀ ਤੁਸੀਂ ਗੱਲ ਕੀਤੀ, ਇਹਦੇ 'ਚ ਇੱਕ ਆਰਟੀਕਲ ਹੈ, ਟੱਲੀ ਕਵਿਤਾ ਮੁਕਾਬਲਾ, ਟੱਲੀ ਤੇ ਜ਼ਿੰਦਗੀ। ਮਤਲਬ 3 ਚੀਜ਼ਾਂ ਨੂੰ ਮੈਂ ਕੰਟਰਾਸਟ ਤਿੰਨਾਂ ਦਾ ਬਣਾਇਆ। ਅਤੇ ਸ਼ੁਰੂ 'ਚ ਮੈਂ ਕਵਿਤਾ ਹੀ ਬੋਲਦਾ ਸੀ, ਮਤਲਬ ਕਾਵਿ ਮੁਕਾਬਲੇ 'ਚ ਹੀ ਜਾਂਦਾ ਸੀਗਾ। ਪਰ ਮੈਂ ਹੌਲੀ ਹੌਲੀ, ਕਿਉਂਕਿ ਬਰਜਿੰਦਰਾ ਕਾਲਜ ਦੇ ਵਿੱਚ ਅਸੀਂ ਜਿਹੜੇ ਦੋਸਤ ਪੜ੍ਹਦੇ ਸੀ ਮੇਰੇ ਨਾਲ, ਤੇਜਵਿੰਦਰ ਬਰਾੜ ਸੀ, ਕੁਮਾਰ ਜਗਦੇਵ ਸੀ, ਰਵਿੰਦਰ ਮੰਤਰੀ ਸੀ, ਹਰਮੀਤ ਵਿਦਿਆਰਥੀ, ਪੰਜਾਬੀ ਦੇ ਸ਼ਾਇਰ ਬੜੇ ਸਥਾਪਤ, ਉਹ ਉੱਥੇ ਸੀ, ਧਰਮ ਕੰਮਿਆਣਾ, ਦਿਲਸ਼ਾਦ ਅਖਤਰ, ਰਾਜ ਬਰਾੜ, ਮਤਲਬ ਇਸ ਤਰ੍ਹਾਂ ਦੇ ਉੱਥੇ ਸਾਰੇ ਦੋਸਤ ਸਾਡੇ ਜਿਹੜੇ ਉਹ ਪੜ੍ਹਦੇ ਸੀ। ਅਤੇ ਮੈਂ ਹੌਲੀ ਹੌਲੀ ਪਾਲੀ ਭੁਪਿੰਦਰ ਮੇਰੇ ਸੀਨੀਅਰ ਸੀ ਨਾਟਕਕਾਰ, ਉਹਨਾਂ ਕਰਕੇ ਮੈਂ ਫਿਰ ਉਹਨਾਂ ਦੀ ਦੋਸਤੀ ਕਰਕੇ ਮੇਰਾ ਸਾਰਾ ਹੀ ਝੁਕਾਅ ਜਿਹੜਾ ਉਹ ਰੰਗਮੰਚ ਵੱਲ ਹੋ ਗਿਆ। ਅਤੇ ਇੱਕ ਮੇਰੇ ਬੋਲਣ ਦੇ ਵਿੱਚ, ਜਦੋਂ ਪਾਲੀ ਨੇ ਮੈਨੂੰ ਪਹਿਲੀ ਵਾਰੀ ਰੋਲ ਦਿੱਤਾ ਆਪਦੇ ਨਾਟਕ ਦੇ ਵਿੱਚ, ਪਾਲੀ ਵੀ ਸਟੂਡੈਂਟ ਸੀ ਪਰ ਡਾਇਰੈਕਟਰ ਵੀ ਸੀਗੇ ਨਾਲ, ਤਾਂ ਉਹਨੇ ਮੈਨੂੰ ਕਵਿਤਾ ਪੜ੍ਹਦੇ ਨੂੰ ਦੇਖ ਕੇ ਹੀ ਰੋਲ ਦਿੱਤਾ ਸੀ ਵੀ ਤੂੰ ਕਵਿਤਾ ਜਿਹੜੀ ਪੜ੍ਹੀ ਆ ਨਾ, ਉਹਦੇ ਵਿੱਚ ਸੰਵਾਦ ਹੈ ਅਤੇ ਤੂੰ ਉਸ ਤਰੀਕੇ ਨਾਲ ਬੋਲੀ ਆ। ਇਸ ਕਰਕੇ ਮੈਂ ਇੱਕਦਮ ਫਿਰ ਕਵਿਤਾ ਤੋਂ ਫਿਰ ਮੈਂ ਰੰਗਮੰਚ ਵੱਲ ਆ ਗਿਆ। ਰੰਗਮੰਚ ਤੋਂ ਮੈਂ ਨਾਟਕ ਨਾਲ ਹੌਲੀ ਹੌਲੀ ਜੁੜ ਗਿਆ। ਸਰ ਇੱਕ ਚੀਜ਼ ਮੈਨੂੰ ਤੁਹਾਡੇ ਬਾਰੇ ਇਹ ਹੈਰਾਨ ਕਰਦੀ ਸੀ ਕਿ ਸਾਇੰਸ 'ਚ ਤੁਸੀਂ ਗ੍ਰੈਜੂਏਟ ਹੋ, ਹੈ ਨਾ, ਕਮਿਊਨੀਕੇਸ਼ਨ 'ਚ ਤੁਸੀਂ PhD ਕੀਤੀ, ਅਤੇ ਉਸ ਤੋਂ ਬਾਅਦ ਪੰਜਾਬੀ ਦੀ MA, ਮਤਲਬ ਇਹ ਟਰੈਕ ਆ ਜਿਹੜਾ, ਇਹ ਕਿਵੇਂ ਚੇਂਜ? ਇਹ ਅੰਦਰਲਾ ਬਸ ਇਹ ਸੀਗਾ ਕਿ ਮੈਂ BSc ਕਰਦਾ ਸੀ, ਫਰੀਦਕੋਟ ਤੋਂ ਕੀਤੀ ਮੈਂ, ਹੈ ਨਾ। ਅਤੇ ਉਸ ਵੇਲੇ ਜਦੋਂ ਮੈਂ BSc 'ਚ ਦਾਖਲਾ ਲਿਆ, ਉਦੋਂ ਇੱਕ ਦੌੜ ਇਹੀ ਹੁੰਦੀ ਸੀਗੀ ਮਾਪਿਆਂ ਦੀ ਵੀ ਮੁੰਡਾ ਜਾਂ ਇੰਜੀਨੀਅਰ ਬਣ ਜੇ ਜਾਂ ਡਾਕਟਰ ਬਣ ਜੇ, ਅਤੇ ਜਾਂ ਫਿਰ ਉਸ ਤੋਂ ਬਾਅਦ BSc ਐਗਰੀਕਲਚਰ, BBSc ਇਸ ਤਰ੍ਹਾਂ ਦੀ ਆ ਗਈ ਸੀਗੀ। ਇਸੇ ਚੱਕਰ 'ਚ ਮੈਂ ਵੀ BSc 'ਚ ਦਾਖਲਾ ਲਿਆ ਸੀ। ਪਰ ਮੈਂ ਸਾਰੇ ਵਿਦਿਆਰਥੀਆਂ ਲਈ ਤਾਂ ਮੈਂ ਨਹੀਂ ਗਾਈਡ ਕਰਦਾ ਕਿ ਤੁਸੀਂ ਮਤਲਬ ਕਰੋ, ਪਰ ਮੈਂ ਨਾਲ ਦੀ ਨਾਲ ਲਿਟਰੇਚਰ ਦੀਆਂ ਕਲਾਸਾਂ ਬਹੁਤ ਜ਼ਿਆਦਾ ਲਾਉਂਦਾ ਰਿਹਾ, ਆਪਦੇ ਵਾਲੀਆਂ ਕਲਾਸਾਂ ਛੱਡ ਕੇ। ਮਤਲਬ ਉੱਧਰੋਂ ਭਾਵੇਂ ਲੈਕਚਰ ਸ਼ਾਰਟ ਹੋ ਜਾਣੇ, ਪਰ ਇੱਧਰ ਬਹੁਤ, ਕਿਉਂਕਿ ਜਦੋਂ ਮੈਂ ਗੌਰਮੈਂਟ ਬਰਜਿੰਦਰਾ ਕਾਲਜ ਪੜ੍ਹਦਾ ਸੀ ਤਾਂ ਟੀਚਰ ਸੀ ਉੱਥੇ ਜਿਹੜੇ ਪੰਜਾਬੀ ਵਾਲੇ। ਦੇਖੋ ਤੁਹਾਡੀ ਇੱਕ ਸ਼ਿੱਦਤ ਹੁੰਦੀ ਆ। ਮੈਨੂੰ ਮੇਰੇ ਸਾਇੰਸ ਵਾਲੇ ਟੀਚਰ ਅਜੇ ਤੱਕ ਨਹੀਂ ਯਾਦ, ਪੜ੍ਹਿਆ ਤਾਂ ਮੈਂ ਜ਼ਰੂਰ ਉਹਨਾਂ ਤੋਂ, ਪਰ ਜਿਨ੍ਹਾਂ ਤੋਂ ਮੈਂ ਮਤਲਬ ਸਿਲੇਬਸ ਦੀ ਪੜ੍ਹਾਈ ਨਹੀਂ ਪੜ੍ਹਿਆ, ਉਹ ਪੜ੍ਹਿਆ ਜਲੌਰ ਸਿੰਘ ਖੀਵਾ ਹੋ ਗਏ, ਦਲਵੀਰ ਸਿੰਘ ਹੋ ਗਏ, ਪ੍ਰੋਫੈਸਰ ਸੁਖਜਿੰਦਰ ਸਿੰਘ ਹੋ ਗਏ, ਬ੍ਰਹਮ ਜਗਦੀਸ਼ ਜੀ ਹੋ ਗਏ, ਕੁਲਵੀਰ ਸਿੰਘ ਕਾਂਗ ਹੋ ਗਏ ਨਾ, ਪ੍ਰੋਫੈਸਰ ਗੁਰਦਿਆਲ ਸਿੰਘ ਹੋ ਗਏ ਜੈਤੋ ਵਾਲੇ। ਮੈਂ ਇਹਨਾਂ ਦੀਆਂ ਕਲਾਸਾਂ 'ਚ ਉਹੀ ਜਾ ਕੇ ਬਹਿ ਜਾਂਦਾ ਸੀ ਆਪਦੇ ਦੋਸਤਾਂ ਨਾਲ, ਅਤੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਮੈਂ ਬਿਨਾਂ ਸਿਲੇਬਸ ਦੀ ਪੜ੍ਹਾਈ ਤੋਂ। ਪਰ ਮੈਂ ਹੌਲੀ ਹੌਲੀ ਫਿਰ ਨਾਲ, ਕਿਉਂਕਿ ਲਿਟਰੇਚਰ ਨਾਲ ਵੀ ਜੁੜਿਆ। MA ਪੰਜਾਬੀ ਮੈਂ ਤਾਂ ਕੀਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੋਰਸਪੋਂਡੈਂਟ ਕੀਤੀ ਸੀ ਨਾਲ, ਕਿ ਮੇਰੀ ਇੱਛਾ ਸੀ ਕਿ ਮੈਂ ਕਾਲਜ ਦੇ ਵਿੱਚ ਪੰਜਾਬੀ ਦਾ ਪ੍ਰੋਫੈਸਰ ਬਣਾ। ਮੇਰੇ ਸ਼ੁਰੂ ਤੋਂ ਮਤਲਬ ਮੇਰਾ ਸੁਪਨਾ ਰਿਹਾ ਜਿਹੜਾ ਪੂਰਾ ਨਹੀਂ ਹੋਇਆ ਵੀ ਪੰਜਾਬੀ ਦਾ। ਮੈਂ MA ਕਰ ਵੀ ਲਈ, ਈਵਨ ਕਿ ਉਦੋਂ UGC ਸ਼ੁਰੂ ਹੋਈ ਸੀਗੀ ਜਦੋਂ ਮੈਂ ਟੈਸਟ ਦਿੱਤਾ ਸੀਗਾ, ਪਰ ਮੈਂ MA ਕਰਨ ਤੋਂ ਬਾਅਦ ਲੈਕਚਰਰ ਇਸ ਕਰਕੇ ਨਹੀਂ ਅਪਰੂਵ ਹੋਇਆ ਕਿ ਮੇਰੀ ਗ੍ਰੈਜੂਏਸ਼ਨ ਦੇ ਵਿੱਚ ਪੰਜਾਬੀ ਨਹੀਂ ਸੀ ਮੈਂ ਪੜ੍ਹਿਆ, ਹੈ ਨਾ। ਅਤੇ ਫਿਰ ਮੈਨੂੰ MSc ਬੇਸ 'ਤੇ ਨੌਕਰੀ ਮਿਲ ਗਈ ਸੀ, ਫਿਰ ਮੈਂ PhD ਕਰ ਲਈ। ਸੋ ਟਰੈਕ ਚੇਂਜ ਕਰਨ ਦਾ ਮਤਲਬ ਤਾਂ ਲਿਟਰੇਚਰ ਨਾਲ ਜੁੜਨਾ ਸੀਗਾ ਬੇਸਿਕਲੀ, ਕਿ ਕਿਸੇ ਨਾ ਕਿਸੇ ਤਰੀਕੇ ਮੈਂ ਸਾਹਿਤ ਨਾਲ ਜੁੜਿਆ ਰਹਾਂ। ਸਰ ਤੁਹਾਡੇ ਸਾਰੇ ਆਰਟੀਕਲ ਜਿੰਨੇ ਵੀ ਮੈਂ ਪੜ੍ਹੇ, ਬਹੁਤ ਚੀਜ਼ਾਂ ਬਾਰੇ ਤੁਸੀਂ ਆਪਣੇ ਤਜਰਬੇ ਸਾਂਝੇ ਕੀਤੇ ਹੋ, ਕਾਲਜ ਵੀ ਹੋ, ਯੂਨੀਵਰਸਿਟੀ ਵੀ, ਫਿਰ ਤੁਸੀਂ ਲੁਧਿਆਣੇ ਵੀ ਜਿੰਨਾ ਸਮਾਂ ਰਹੇ, ਹੈ ਨਾ। ਪਰ ਤੁਹਾਡੇ
ਪੇਰੈਂਟਸ ਬਾਰੇ, ਜਿਵੇਂ ਤੁਹਾਡੇ ਪਿਤਾ ਜੀ ਜੀਤ ਸਿੰਘ ਜੀ ਅਧਿਆਪਕ ਸੀਗੇ, ਮਾਤਾ ਗੁਰਦੇਵ ਕੌਰ, ਉਹਨਾਂ ਬਾਰੇ ਮੈਨੂੰ ਬਹੁਤ ਘੱਟ ਪੜ੍ਹਨ ਨੂੰ ਮਿਲਿਆ, ਹੈ ਨਾ। ਇੱਕ ਜਗ੍ਹਾ ਹੀ ਪੜ੍ਹਿਆ ਕਿ ਤੁਹਾਡਾ ਜਨਮ ਹੈ ਜਿਹੜਾ ਉਹ ਕੰਦੂ ਖੇੜਾ ਹੋਇਆ ਸੀ ਤੇ ਪਿੰਡ ਆ ਜਿਹੜਾ ਉਹ ਬਿਲਾਸਪੁਰ, ਹੈ ਨਾ। ਤੇ ਮੈਂ ਉਹਨਾਂ ਬਾਰੇ ਵੀ ਚਾਹੁੰਦੀ ਹਾਂ ਵੀ ਤੁਸੀਂ ਉਸ ਸਾਂਝ ਨੂੰ। ਮਾਂ-ਬਾਪ ਨਾ ਅਸਲ ਦੇ ਵਿੱਚ ਕਿ ਅਸੀਂ ਪਿੰਡਾਂ ਤੋਂ ਸ਼ਹਿਰਾਂ 'ਚ ਆ ਜਾਂਦੇ ਹਾਂ, ਹੈ ਨਾ, ਹੋਰ ਤਰ੍ਹਾਂ ਦੇ ਹੋ ਜਾਂਦੇ ਆ। ਤੇ ਉਹ ਗਿੱਲ ਸਾਹਿਬ ਦਾ ਇੱਕ ਸ਼ੇਅਰ ਹੈ ਕਿ ਇਸ ਨਗਰ ਬਨਵਾਸੀ ਹੋ ਗਏ, ਰੋਟੀ ਖਾਤਰ ਆਏ ਸੀ, ਨਿੱਤ ਘਰਾਂ ਦੇ ਵਿੱਚ ਉਡੀਕਣ ਮਾਵਾਂ ਕਲਮ ਕੱਲੀਆਂ। ਉਹ ਮਾਂ-ਬਾਪ ਪਿੰਡਾਂ 'ਚ ਹੀ ਫਿਰ ਉੱਥੇ ਰਹਿੰਦੇ ਆ, ਉਹ ਸਾਨੂੰ ਯਾਦ ਕਰਦੇ ਆ, ਅਸੀਂ ਉਹਨਾਂ ਨੂੰ ਯਾਦ ਕਰਦੇ ਆ ਨਾ। ਅਤੇ ਪਰ ਜਦੋਂ ਬੰਦਾ ਗਾਂਹ ਦੀਆਂ ਪੜ੍ਹਦਾ ਜਾਂਦਾ, ਗਾਂਹ ਦੀਆਂ ਨੌਕਰੀਆਂ ਕਰਦਾ ਜਾਂਦਾ, ਹੋਰ ਕਿਤੇ ਉਹਦੀ ਹਿਸਟਰੀ ਦੇ ਵਿੱਚ ਹੋਰ ਬੰਦੇ ਬਹੁਤ ਉਹਦੇ ਆਉਂਦੇ ਜਾਂਦੇ, ਹੈ ਨਾ। ਅਤੇ ਮੇਰੇ ਫਾਦਰ ਸਾਹਿਬ ਉਹ ਪ੍ਰਾਇਮਰੀ ਟੀਚਰ ਸੀ, ਪ੍ਰਾਇਮਰੀ ਸਕੂਲ ਦੇ ਵਿੱਚ ਮਤਲਬ। ਪਰ ਮੈਂ ਇੱਕ ਗੱਲ ਬੜੇ ਮਾਣ ਨਾਲ ਇਹ ਗੱਲ ਕਹਿੰਦਾ ਹੁੰਦਾ ਕਿ ਮੈਂ ਜੇ ਸਾਹਿਤ ਵੱਲ ਆਇਆ, ਮਤਲਬ ਸਾਹਿਤ ਪੜ੍ਹਨ ਵੱਲ, ਕਿਤਾਬਾਂ ਪੜ੍ਹਨ ਵੱਲ, ਤਾਂ ਮੈਂ ਆਪਣੇ ਫਾਦਰ ਸਾਹਿਬ ਕਰਕੇ ਆਇਆ। ਉਹ ਨਾ ਮਤਲਬ ਉਹਨਾਂ ਨੂੰ ਵੀ ਸ਼ੌਂਕ ਸੀ ਪੜ੍ਹਨ ਦਾ। ਅਤੇ ਸਾਨੂੰ ਉਹ, ਅਸੀਂ 3 ਭਰਾ ਸੀਗੇ, ਅਤੇ ਸਾਨੂੰ ਉਹ ਰਾਤ ਨੂੰ ਜਦੋਂ ਅਸੀਂ ਪੈਂਦੇ ਸੀ ਨਾ, ਅਤੇ ਉਹ ਮਤਲਬ ਕਿ ਨਾਵਲ ਸ਼ੁਰੂ ਕਰ ਦਿੰਦੇ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਸ਼ਾਦ ਸਾਹਿਬ ਦਾ ਨਾਵਲ ਕੁੱਤਿਆਂ ਵਾਲੇ ਸਰਦਾਰ, ਸਭ ਤੋਂ ਪਹਿਲਾਂ ਮੈਂ ਇਹ ਨਾਵਲ ਸੁਣਿਆ, ਪੜ੍ਹਿਆ ਨਹੀਂ ਮੈਂ ਇਹ ਨਾਵਲ ਸੁਣਿਆ। ਮੇਰੇ ਫਾਦਰ ਸਾਹਿਬ ਨੇ ਸਾਨੂੰ ਇੱਕ ਸਟੋਰੀ ਵਾਂਗੂ ਰੋਜ਼ ਉਹਦੇ 10 ਪੇਜ ਸੁਣਾਉਣੇ, ਅਤੇ ਸਾਡੀ ਉਤਸੁਕਤਾ ਵਧਣੀ ਉਹਦੇ ਵਿੱਚ, ਹੈ ਨਾ, ਵੀ ਨਾਵਲ ਦੀ ਸਟੋਰੀ ਚੱਲਦੀ ਆ। ਅਤੇ ਅਸੀਂ ਫਿਰ ਜਿਵੇਂ ਅੱਗੇ ਲੋਕ ਬੱਚੇ ਦਾਦੀਆਂ ਮਾਮੀਆਂ ਨਾਨੀਆਂ ਤੋਂ ਕਹਾਣੀਆਂ ਸੁਣਦੇ ਸੀਗੇ, ਹੈ ਨਾ, ਅਤੇ ਅਸੀਂ ਫਿਰ ਉਹ ਨਾਵਲ ਸੁਣਨਾ ਉਵੇਂ। ਫਿਰ ਉਹ ਨਾਵਲ ਖਤਮ ਹੋਇਆ, ਫਿਰ ਕਮਲ ਸਾਹਿਬ ਦਾ ਨਾਵਲ ਉਹਨਾਂ ਵੇਲਿਆਂ ਦੇ ਵਿੱਚ ਚੱਲਦੇ ਸੀ, ਉਹ ਉਹਨਾਂ ਨੇ ਸਾਨੂੰ ਸੁਣਾਏ, ਜਾਂ ਕਿਸੇ ਅਖਬਾਰ ਦੇ ਵਿੱਚ ਸਟੋਰੀ ਆਉਣੀ। ਉਹਦਾ ਕਰਕੇ ਮੈਂ ਸਾਹਿਤ ਦੇ ਨਾਲ ਜੁੜਿਆ। ਅਤੇ ਮਾਤਾ ਜੀ ਮੇਰੇ ਘਰ ਹੀ ਆ ਅੱਜ ਕੱਲ੍ਹ ਵੀ ਉੱਥੇ, ਪਰ ਮੈਂ ਉਹਨਾਂ ਨੂੰ ਮਿਲ ਕੇ ਆਉਣਾ ਹੁੰਦਾ, ਮਤਲਬ ਜਦੋਂ ਵੀ ਜਾਵਾਂ। ਪਿੰਡ ਤਾਂ ਮੈਨੂੰ ਮਤਲਬ ਜਿਵੇਂ ਆਮ ਤੌਰ 'ਤੇ ਤੁਹਾਨੂੰ ਤਾਂ ਜ਼ਿਆਦਾ ਪਤਾ ਹੋ, ਜਿਵੇਂ ਕੁੜੀਆਂ ਨੂੰ ਪੇਕੇ ਜਾਣ ਦਾ ਚਾਅ ਹੁੰਦਾ ਨਾ, ਮੈਨੂੰ ਮਤਲਬ ਐਂ ਹੁੰਦਾ ਜੇ ਵਲ ਪਾ ਕੇ ਵੀ ਮੈਨੂੰ ਜਾਣਾ ਪਵੇ ਅਤੇ ਮੈਂ ਜਾਂਦਾ। ਮਤਲਬ ਇਸ ਗੱਲ ਵੀ ਮੇਰੇ ਪਿੰਡ ਵਾਲਿਆਂ ਨੂੰ ਵੀ ਪਤਾ ਇਸ ਗੱਲ ਦਾ। ਹਾਂਜੀ ਸਰ, ਜਦੋਂ ਤੁਸੀਂ 10ਵੀਂ ਕਲਾਸ ਕੀਤੀ, ਹੈ ਨਾ, ਉਸ ਤੋਂ ਬਾਅਦ ਇੱਕ ਬੈਂਕ ਦੇ ਵਿੱਚ ਆਰਜੀ ਨੌਕਰੀ ਤੁਸੀਂ ਜੁਆਇਨ ਕੀਤੀ, ਹੈ ਨਾ। ਬਿਲਕੁਲ। ਅਤੇ ਬਾਅਦ 'ਚੋਂ ਪਤਾ ਲੱਗਿਆ ਵੀ ਬਲਾਕ ਦੇ ਵਿੱਚੋਂ ਫਸਟ ਆ ਗਏ, ਅਤੇ ਫਿਰ ਤੁਹਾਨੂੰ ਕਰਮ ਸਿੰਘ ਹੁਣਾਂ ਨੇ ਜਿਹੜਾ ਥਾਪੜਾ, ਕਰਮ ਸਿੰਘ ਹੁਣਾਂ ਨੇ ਨਾ, ਤਾਂ ਉਦੋਂ ਤੁਹਾਡੇ ਮਨ ਦੇ ਵਿੱਚ ਰੋਸ ਸੀ, ਪਰ ਅੱਜ ਮਹਿਸੂਸ ਹੁੰਦਾ ਵੀ ਬਹੁਤ ਇੱਕ ਚੰਗੇ ਇਨਸਾਨ ਦੀ ਗਾਈਡੈਂਸ ਕਈ ਵਾਰੀ ਤੁਹਾਨੂੰ ਕਿੱਡੇ ਮੁਕਾਮ ਤੁਹਾਨੂੰ ਕਿਸੇ ਦੀ ਮੋਟੀਵੇਸ਼ਨ ਹੈ ਜਿਹੜੀ, ਤੁਹਾਨੂੰ ਕਿਸੇ ਦਾ ਉਤਸ਼ਾਹ, ਤੁਹਾਨੂੰ ਇੱਕ ਵਾਰੀ ਤਾਂ ਲੱਗਦਾ ਹੁੰਦਾ ਬਈ ਇਹ ਮੈਨੂੰ ਬੰਦਾ ਘੂਰਦਾ, ਹੈ ਨਾ। ਪਰ ਨਹੀਂ, ਉਹ ਇੱਕ ਦਵਾਈ ਵਾਂਗੂ ਹੁੰਦਾ ਨਾ, ਕਿ ਦਵਾਈ ਦੇ ਕੇ ਤੁਹਾਨੂੰ ਤੰਦਰੁਸਤ ਕਰਦਾ, ਹੈ ਨਾ, ਵਿਟਾਮਿਨ ਦਿੰਦੇ ਆ ਜ਼ਿੰਦਗੀ ਦੇ ਵਿੱਚ, ਡਾਕਟਰ ਵੀ ਸਾਨੂੰ ਦਿੰਦੇ ਆ। ਉਹੀ ਹਾਲ ਮੇਰਾ ਵੀ ਉਦੋਂ ਸੀਗਾ, ਕਿਉਂਕਿ ਉਦੋਂ ਮੇਰੇ ਦੇਖੋ ਮੈਂ 10ਵੀਂ ਦੇ ਪੇਪਰ ਦਿੱਤੇ ਸੀ, ਅਤੇ ਇੱਕ ਪਿੰਡ ਦੇ ਵਿੱਚੋਂ ਜਦੋਂ ਮੁੰਡਾ ਕੋਈ 10ਵੀਂ ਦੇ ਪੇਪਰ ਦਿੰਦਾ, ਮੁੰਡਾ ਹੋਵੇ ਕੁੜੀ ਲਈ, ਉਹਦੇ ਲਈ ਬੈਂਕ ਦੀ ਨੌਕਰੀ ਵੀ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਸੀ, ਕਿ ਮੈਨੂੰ ਜੇ ਬੈਂਕ ਦੇ ਵਿੱਚ ਕਲਰਕ ਰੱਖ ਲੈਣ ਤਾਂ ਇਦੋਂ ਵੱਡਾ ਮੇਰੇ ਲਈ ਕੀ ਆ। ਕਿਉਂਕਿ ਮੈਂ ਉਹਨਾਂ ਕਲਰਕ, ਉਸ ਵੇਲੇ ਬੈਂਕ ਦੀ ਨੌਕਰੀ ਇੱਕ ਸ਼ਾਹੀ ਨੌਕਰੀ ਸੀ, ਅਤੇ ਅੱਗੇ ਮੇਰਾ ਪੜ੍ਹਨ ਦਾ ਕੋਈ ਬਹੁਤਾ ਵੱਡਾ ਵਿਜ਼ਨ ਨਹੀਂ ਸੀ ਇਸ ਤਰ੍ਹਾਂ ਦਾ। ਮੈਨੂੰ ਇਹ ਸੀ ਮੈਂ ਨੌਕਰੀ ਕਰ ਲਾਂ, ਹੈ ਨਾ, ਪਰ ਉਹਨੇ ਮੈਨੂੰ ਨੌਕਰੀ ਨਹੀਂ ਦਿੱਤੀ, ਮੇਰੀ ਐਪਲੀਕੇਸ਼ਨ ਹੀ ਨਹੀਂ ਮਤਲਬ ਅੱਗੇ ਤੋਰੀ, ਅਤੇ ਮੈਨੂੰ ਕਿਹਾ ਤੂੰ ਪੜ੍ਹ। ਉਹਨਾਂ ਨੇ ਤਾਂ ਇਹ ਸੋਚ ਕੇ ਕਿਹਾ ਵੀ ਇਹਦੇ ਚੰਗੇ ਨੰਬਰ ਆਏ ਆ, ਹੈ ਨਾ। ਇੱਕ ਮੈਂ ਉਹਨਾਂ ਨਾਲ 30-40 ਦਿਨ ਰਿਹਾ, ਗੱਲਾਂ ਬਾਤਾਂ ਬਹੁਤ ਕੀਤੀਆਂ ਉਹਨਾਂ ਨਾਲ ਨਾ, ਤਾਂ ਫਿਰ ਇਸ ਕਰਕੇ ਮੈਨੂੰ ਹਮੇਸ਼ਾ ਹੀ ਹੁਣ ਚੰਗਾ ਲੱਗਿਆ। ਉਦੋਂ ਬਾਅਦ ਮੈਂ ਆਰਟੀਕਲ ਦੇ ਐਂਡ 'ਚ ਵੀ ਇਹ ਗੱਲ ਲਿਖੀ ਆ ਕਿ ਮੈਂ ਜਦੋਂ ਵੀ, ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮਤਲਬ ਜੁਆਇਨ ਕੀਤਾ ਪੜ੍ਹ ਕੇ ਉੱਥੋਂ ਹੀ, ਤਾਂ ਉਦੋਂ ਬਾਅਦ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਡਾਇਰੈਕਟਰ ਦੇ ਤੌਰ 'ਤੇ ਜੁਆਇਨ ਕੀਤਾ, ਤਾਂ ਮੈਨੂੰ ਲੱਗਿਆ ਕਿ ਉਹਨਾਂ ਦਾ ਥਾਪੜਾ ਮੇਰੇ ਨਾਲ ਹੈ ਨਾ, ਕਰਮ ਸਿੰਘ ਦਾ ਥਾਪੜਾ, ਜਾਂ ਉਹ ਸਾਰੇ ਸਟਾਫ ਦਾ ਜਿਹੜਾ ਪਿਆਰ ਹੈ। ਅਤੇ ਪਹਿਲਾਂ ਜ਼ਰੂਰ ਲੱਗਿਆ, ਪਰ ਜ਼ਿੰਦਗੀ ਦੇ ਵਿੱਚ ਮੈਂ ਇਹ ਮਤਲਬ ਜਿਹੜੀ ਤੁਹਾਡੇ ਇਸ ਪਲੇਟਫਾਰਮ ਰਾਹੀਂ ਜ਼ਰੂਰ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਮੋਟੀਵੇਟ ਕਰਦੇ ਆ ਪਰਸਨ, ਉਹਨਾਂ ਦੀ ਕਦਰ ਜ਼ਰੂਰ ਕਰੋ, ਕਿਉਂਕਿ ਉਹ ਤੁਹਾਨੂੰ ਚਾਹੁੰਦੇ ਹੁੰਦੇ ਆ, ਤੁਹਾਡੇ ਵੈਲ ਵਿਸ਼ਰ ਹੁੰਦੇ ਆ। ਬੇਸ਼ੱਕ ਉਹ ਤੁਹਾਨੂੰ ਟੋਕਦੇ ਹੋਣ, ਰੋਕਦੇ ਹੋਣ, ਕਿਸੇ ਗੱਲ ਤੋਂ ਮਨਾ ਕਰਦੇ ਹੋਣ, ਤਾਂ ਇਹਦਾ ਮਤਲਬ ਚੰਗੇ ਰਾਹ ਪਾਉਣਾ ਚਾਹੁੰਦੇ ਆ ਤੁਹਾਨੂੰ। ਇਹ ਆ ਪ੍ਰਿੰਸੀਪਲ ਸਰਵੰਟ ਸਿੰਘ ਹੁਣੇ ਕਹਿੰਦੇ ਹੁੰਦੇ ਆ ਵੀ ਜੇ ਮੈਂ ਸਾਈਕਲ ਤੋਂ ਜਹਾਜ਼ ਤੱਕ ਦਾ ਸਫ਼ਰ ਆ ਜਿਹੜਾ ਜੇ ਤੈਅ ਕੀਤਾ, ਤਾਂ ਉਹ ਕਿਤੇ ਨਾ ਕਿਤੇ ਮੈਨੂੰ ਉਹਨਾਂ ਮਿਲਣ ਵਾਲੇ ਲੋਕਾਂ ਦੀ ਬਦੌਲਤ ਆ ਜਿਨ੍ਹਾਂ ਨੇ ਮੈਨੂੰ ਇਹ ਰਾਹ ਲਈ ਹਮੇਸ਼ਾ ਗਾਈਡ ਕੀਤਾ, ਹੈ ਨਾ। ਤਾਂ ਉਵੇਂ ਦੀ ਝਲਕ ਜਿਹੜੀ ਤੁਹਾਡੀ ਜ਼ਿੰਦਗੀ ਬਿਲਕੁਲ ਉਸੇ ਤਰ੍ਹਾਂ ਹੀ ਆ। ਮੈਂ ਸਾਈਕਲ ਤੋਂ ਹੀ ਸ਼ੁਰੂ ਹੋਇਆ, ਮੈਂ ਸਾਈਕਲ 'ਤੇ ਹੀ ਜਾਂਦਾ ਸੀ। ਮੈਂ ਜਦੋਂ 10ਵੀਂ ਤੋਂ ਬਾਅਦ ਮੈਂ 11ਵੀਂ 'ਚ ਪੜ੍ਹਨ ਲੱਗਿਆ, ਸਾਡੇ ਨੇੜੇ ਪਿੰਡ ਆ ਪੱਤੋ ਹੀਰਾ ਸਿੰਘ, ਉੱਥੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ, ਤਾਂ ਮੈਂ ਸਾਈਕਲ 'ਤੇ ਹੀ ਸਫ਼ਰ ਕਰਦਾ ਸੀ। ਸਾਰੀ BSc ਦੇ ਦੌਰਾਨ ਮੈਂ ਸਾਈਕਲ ਰੱਖਿਆ, MSc ਫਸਟ ਈਅਰ ਤੱਕ ਮੈਂ ਸਾਈਕਲ ਰੱਖਿਆ, ਹੈ ਨਾ। ਉਸ ਤੋਂ ਬਾਅਦ ਫਿਰ ਮੈਂ ਐਂਕਰਿੰਗ ਕਰਨ ਲੱਗ ਗਿਆ, ਦੂਰਦਰਸ਼ਨ ਤੋਂ ਮੈਨੂੰ ਪੈਸੇ ਮਿਲਣ ਲੱਗ ਗਏ, ਮੈਂ ਕਾਲਜਾਂ 'ਚ ਡਰਾਮੇ ਤਿਆਰ ਕਰਾਉਣ ਲੱਗ ਗਿਆ, ਫਿਰ ਮੈਂ ਸਕੂਟਰ ਲੈ ਲਿਆ, ਮੋਟਰਸਾਈਕਲ ਲੈ ਲਿਆ, ਅਤੇ ਹੌਲੀ ਹੌਲੀ ਬੰਦਾ ਫਿਰ ਇਸ ਤਰ੍ਹਾਂ ਕਰਦਾ। ਹਾਂਜੀ, ਡਰਾਮੇ ਤਿਆਰ ਕਰਵਾਉਂਦੇ ਮੈਂ ਖੁਦ ਤੁਹਾਨੂੰ ਦੇਖਿਆ, ਹੈ ਨਾ, ਮੇਰੇ ਕਾਲਜ ਤੁਸੀਂ ਆਉਂਦੇ ਰਹੇ ਹੋ। ਸਰ, ਜਦੋਂ ਤੁਸੀਂ ਬਰਜਿੰਦਰਾ ਕਾਲਜ ਫਰੀਦਕੋਟ
ਗਏ ਤਾਂ ਉਸ ਸਮੇਂ ਤੁਹਾਨੂੰ ਥੀਏਟਰ ਦਾ ਸ਼ੌਂਕ ਪਿਆ ਹੈ ਨਾ, ਜਿਵੇਂ ਪਹਿਲਾਂ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਤੁਸੀਂ ਨਾਂ ਲਏ ਨੇ, ਖਾਸ ਕਰਕੇ ਪਾਲੀ ਭੁਪਿੰਦਰ ਜੀ, ਰਾਜ ਬਰਾੜ, ਉਸ ਕਾਲਜ ਦੀ ਜਿਹੜੀ ਹੈ ਨਾ ਦੇਣ ਨੇ ਇੱਕ ਤਰ੍ਹਾਂ ਨਾਲ ਕਲਾ ਖੇਤਰ ਨੂੰ। ਉਸ ਤੋਂ ਬਾਅਦ ਤੁਸੀਂ ਬਹੁਤ ਲੰਮਾ ਸਮਾਂ ਥੀਏਟਰ ਕਰਦੇ ਰਹੇ ਹੋ, ਥੀਏਟਰ ਰੰਗਮੰਚ ਨਿਰਦੇਸ਼ਕ ਦੇ ਤੌਰ ਤੇ ਵੀ ਤੁਸੀਂ ਵਿਚਰਦੇ ਰਹੇ ਹੋ, ਪਰ ਲਿਖਣ ਵੱਲ ਜਿਹੜਾ ਝੁਕਾਅ ਹੈ ਉਹ ਕਿਵੇਂ ਬਣਿਆ? ਕਿਉਂਕਿ ਲਿਖਣ ਵੱਲ ਵੀ ਵੈਸੇ ਤਾਂ ਝੁਕਾਅ ਮੇਰਾ ਉਸ ਵੇਲੇ ਹੀ ਕਾਲਜ ਦੇ ਟਾਈਮ ਹੀ, ਮੈਂ ਮੈਗਜ਼ੀਨ ਦਾ ਐਡੀਟਰ ਰਿਹਾ, ਬਰਜਿੰਦਰਾ ਕਾਲਜ ਫਰੀਦਕੋਟ ਦੇ ਮੈਗਜ਼ੀਨ ਦਾ ਐਡੀਟਰ ਰਿਹਾ। ਦਾਇਰਾ ਇੱਕ ਹੁੰਦਾ ਸੀਗਾ, ਜਿਵੇਂ ਮੈਂ ਤੁਹਾਨੂੰ ਬਹੁਤ ਸਾਰੇ ਨਾਂ ਦੱਸੇ, ਕਿ ਇੱਕ ਸਾਹਿਤਕ ਜਿਹੜਾ ਦਾਇਰਾ ਬਣ ਗਿਆ ਸੀ ਉਸ ਵੇਲੇ। ਸਟੂਡੈਂਟ ਦਾ ਸਟੱਫ ਸੀ ਜਿਹੜਾ ਨਾ, ਮਤਲਬ ਮੈਂ ਦੇਖੋ ਵੈਸੇ ਤਾਂ ਸਾਰਾ ਇੱਕ ਨੂੰ ਲੱਗਦਾ ਹੋਊ, ਤੁਹਾਨੂੰ ਵੀ ਲੱਗਦਾ ਹੋਊ ਕਿ ਜਦੋਂ ਤੁਸੀਂ ਕਾਲਜ ਪੜ੍ਹੇ ਉਹੀ ਗੋਲਡਨ ਪੀਰੀਅਡ ਹੁੰਦਾ ਨਾ ਬੰਦੇ ਦਾ, ਪਰ ਮੈਂ ਹੁਣ ਮਹਿਸੂਸ ਕਰਦਾ ਕਿ ਸਟੂਡੈਂਟ ਉਦੋਂ WhatsApp ਤੇ Facebook ਤੇ ਨਹੀਂ ਸੀ ਜੁੜੇ, ਤੇ ਸਾਡੇ ਕੋਲੇ ਆਪਸ ਵਿੱਚ ਗੱਲਾਂ ਬਾਤਾਂ ਕਰਨ ਦਾ ਹੀ ਟਾਈਮ ਹੁੰਦਾ ਸੀ, ਹੈ ਨਾ। ਹਰਿੰਦਰ ਸੰਧੂ ਲੋਕ ਗਾਇਕ ਹੈ, ਅਸੀਂ ਸਾਰੇ ਇਕੱਠੇ ਉਦੋਂ ਮਤਲਬ ਪੜ੍ਹਨਾ ਲਿਖਣਾ। ਪਰ ਹੌਲੀ ਹੌਲੀ ਫਿਰ ਮੈਂ ਉਸ ਤੋਂ ਬਾਅਦ BSc ਕੀਤੀ। BSc ਤੋਂ ਬਾਅਦ ਮੈਂ, ਕਿਉਂਕਿ ਮੈਂ ਸਾਇੰਸ ਦਾ ਵਿਦਿਆਰਥੀ ਸੀਗਾ, ਸਾਇੰਸ ਵਾਲੇ ਵਿਦਿਆਰਥੀਆਂ ਨੂੰ ਆਪ ਤਾਂ ਭਾਵੇਂ ਟਾਈਮ ਕੱਢ ਲਈਏ, ਪਰ ਟੀਚਰ ਬਹੁਤ ਡਰਾਉਂਦੇ ਆ, ਹੈ ਨਾ, ਵੀ ਤੂੰ ਤਾਂ ਫਿਜ਼ਿਕਸ ਪੜ੍ਹਨੀ ਆ, ਤੂੰ ਕੈਮਿਸਟਰੀ ਪੜ੍ਹਨੀ ਆ, ਤੂੰ ਕਿਹੜੇ ਪਾਸੇ ਤੁਰ ਪਿਆ, ਇਹ ਕਿੱਧਰੋਂ ਤੁਰ ਪਿਆ, ਹੈ ਨਾ। ਮਤਲਬ ਚਲੋ ਟੀਚਰਾਂ ਦਾ ਆਪਦਾ ਫਿਕਰ ਬਿਲਕੁਲ ਸੱਚਾ ਹੁੰਦਾ। ਉਸ ਤੋਂ ਬਾਅਦ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ ਕਿ MSc ਦੇ ਵਿੱਚ ਦਾਖਲਾ ਲੈ ਲਿਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਮੈਂ ਲਿਟਰੇਚਰ ਨਾਲ ਜੁੜਿਆ ਰਿਹਾ, ਮੈਗਜ਼ੀਨ ਦਾ ਐਡੀਟਰ ਰਿਹਾ ਮੈਂ ਉੱਥੋਂ ਦਾ, ਮਤਲਬ ਯੰਗ ਰਾਈਟਰ ਐਸੋਸੀਏਸ਼ਨ ਦਾ ਮੈਂ, ਸਾਡੀ ਇੱਕ ਸਟੂਡੈਂਟ ਦੀ ਬਣੀ ਵੀ ਉੱਥੇ, ਹੈ ਨਾ, ਬਾਡੀ, ਉਹਦੇ 'ਤੇ ਐਜ ਏ ਸਟੂਡੈਂਟ ਦੇ ਤੌਰ 'ਤੇ ਮੈਂ ਬਹੁਤ ਕੰਮ ਕੀਤਾ। ਫਿਰ ਮੈਨੂੰ ਲਿਖਣ ਦਾ ਜਿਹੜਾ ਜ਼ਿਆਦਾ ਰੁਝਾਨ ਹੈ ਇਹ ਪਿਆ ਹੈਗਾ ਜਦੋਂ ਮੈਂ ਜੌਬ ਕਰਨ ਲੱਗ ਗਿਆ, ਕਿ ਮੇਰੇ ਕੋਲ ਥੋੜ੍ਹਾ ਜਿਹਾ ਟਾਈਮ ਵੀ ਚਲੋ ਹੋਣ ਲੱਗ ਗਿਆ। ਅਤੇ ਮੈਨੂੰ ਇੱਕ ਸਭ ਤੋਂ ਪਹਿਲਾਂ ਮੈਂ ਲਿਖਦਾ ਹੁੰਦਾ ਸੀਗਾ ਕਵਿਤਾ, ਅਤੇ ਕਵਿਤਾ ਤੋਂ ਬਾਅਦ ਮੈਂ ਹੌਲੀ ਹੌਲੀ ਆਰਟੀਕਲਾਂ ਵੱਲ ਆਇਆ। ਆਰਟੀਕਲ ਲਿਖਣੇ ਮੈਨੂੰ ਇਉਂ ਚੰਗੇ ਲੱਗਦੇ, ਮੈਨੂੰ ਮੰਨ ਲਓ ਮੈਂ ਤੁਹਾਨੂੰ ਮਿਲਿਆ, ਹੈ ਨਾ, 2 ਘੰਟੇ ਗੱਲਬਾਤ ਕੀਤੀ, ਅਤੇ ਮੈਨੂੰ ਹੁੰਦਾ ਮੈਂ ਇਸ ਸਾਰੀ ਘਟਨਾ ਨੂੰ ਜਾਂ ਮੁਲਾਕਾਤ ਨੂੰ ਨਾ ਕਾਗਜ਼ 'ਤੇ ਲਿਖ ਦਿਆਂ, ਅਤੇ ਉਹ ਮੈਂ ਡਰਾਮੈਟਿਕ ਵੇ ਨਾਲ ਹੀ ਲਿਖਦਾ ਰਿਹਾ। ਇਸੇ ਕਰਕੇ ਉਹ ਮਿਡਲ ਬਹੁਤ ਛਪੇ ਮੇਰੇ, ਜਿੰਨੇ ਵੀ ਮਿਡਲ ਮੇਰੇ ਹੁਣ ਇਸ ਕਿਤਾਬ ਦੇ ਵਿੱਚ ਵੀ ਹੈ ਜਿਹੜੀ ਤੁਸੀਂ ਜ਼ਿਕਰ ਕੀਤਾ। ਬਿਲਕੁਲ, ਬਹੁਤ ਮਸ਼ਹੂਰ, ਜਿਵੇਂ ਤੁਹਾਡਾ ਜਨਮੇਜਾ ਸਿੰਘ ਜੌਲ ਹੋਣਾ ਬਾਰੇ ਲਿਖਿਆ ਹੋਇਆ, ਉਹ Facebook ਤੇ ਤਕਰੀਬਨ ਹਰ ਬੰਦੇ ਨੇ ਸ਼ੇਅਰ ਕੀਤਾ ਹੋਇਆ, ਮੈਨੂੰ ਫੋਨ ਵੀ ਆਉਂਦੇ ਆ। ਹਾਂਜੀ, ਤੇ ਇਸ ਕਰਕੇ ਮਤਲਬ ਕਿਉਂਕਿ ਨਾਟਕ ਮੈਂ ਖੇਡਦਾ ਸੀਗਾ, ਨਾਟਕ ਜਦੋਂ ਤੁਸੀਂ ਖੇਡਦੇ ਆ ਤੁਸੀਂ ਨਾਟਕ ਪੜ੍ਹਦੇ ਵੀ ਆ, ਫਿਰ ਮੈਂ ਨਾਟਕ ਤਿਆਰ ਕਰਵਾਉਂਦਾ ਸੀਗਾ ਕਾਲਜਾਂ 'ਚ ਜਾ ਕੇ, ਉਹਦੇ ਕਰਕੇ ਮੈਨੂੰ ਨਾਟਕ ਨੂੰ ਉਸ ਵਿਧੀ ਤਰੀਕੇ ਨਾਲ ਪੜ੍ਹਨਾ ਪੈਂਦਾ ਸੀਗਾ। ਇਸ ਕਰਕੇ ਮੇਰੇ ਦਿਮਾਗ ਦੇ ਵਿੱਚ, ਚੇਤਨ ਦੇ ਵਿੱਚ ਇਹ ਗੱਲ ਤਾਂ ਸੀ ਕਿ ਮੈਂ ਕੁਛ ਲਿਖਾਂ। ਪਰ ਮੈਂ ਪਹਿਲਾ ਜਿਹੜਾ ਨਾਟਕ ਆਪਣਾ ਲਿਖਿਆ ਵਾਪਸੀ, ਬਹੁਤ ਦੇਰ ਨਾਲ ਲਿਖਿਆ ਮੈਂ ਸਮਝਦਾ, ਕਿਉਂਕਿ ਮੈਂ ਨਾ ਅਸਲ ਦੇ ਵਿੱਚ ਇਹ ਹੋਇਆ ਕਿ ਦੂਰਦਰਸ਼ਨ ਨਾਲ ਜੁੜ ਗਿਆ, ਪੜ੍ਹਦਾ MSc ਕਰਦਾ, ਜਲੰਧਰ ਦੂਰਦਰਸ਼ਨ ਨਾਲ ਐਂਕਰਿੰਗ ਕਰਨ ਲੱਗ ਗਿਆ। ਉਸ ਵੇਲੇ ਐਂਕਰਿੰਗ ਕਰਨ ਦਾ ਮਤਲਬ ਸੀ ਕਿ ਲੋਕਾਂ ਦੇ ਵਿੱਚ ਤੁਸੀਂ ਬਹੁਤ ਛੇਤੀ ਚਲੇ ਜਾਂਦੇ ਸੀ। ਮੈਂ ਸੱਭਿਆਚਾਰਕ ਮੇਲਿਆਂ ਨਾਲ ਜੁੜ ਗਿਆ, ਪ੍ਰੋਫੈਸਰ ਮੋਹਨ ਸਿੰਘ ਮੇਲੇ ਕਰਕੇ। ਇਹ ਮੈਂ ਗੱਲ ਤੁਹਾਨੂੰ ਤਾਂ ਦੱਸਣੀ ਚਾਹੁੰਦਾ ਕਿ ਇਹ ਸਾਰੀ ਵਾਹ ਨਹੀਂ, ਤੁਹਾਨੂੰ ਜਦੋਂ ਦੇਖੋ ਉਸ ਉਮਰ ਦੇ ਵਿੱਚ ਵਾਹ ਮਿਲਣ ਲੱਗਦੀ ਨਾ, ਤੁਹਾਨੂੰ ਹਰੇਕ ਹੀ ਕਹੇ ਤੁਸੀਂ ਬਹੁਤ ਵਧੀਆ, ਰਾਤ ਤੁਹਾਨੂੰ TV 'ਤੇ ਦੇਖਿਆ ਸੀ, ਹੈ ਨਾ, ਤੁਹਾਨੂੰ ਤੁਸੀਂ ਬੱਸ ਚੜ੍ਹਦੇ ਆ, ਤੁਹਾਨੂੰ ਕੋਈ ਸਿਆਣ ਲੇ, ਕਿਉਂਕਿ ਉਦੋਂ ਬੱਸਾਂ ਦਾ ਜ਼ਮਾਨਾ ਸੀ ਸਾਰਾ, ਪਿੰਡ 'ਚ ਜਾਵਾਂ ਉੱਥੇ ਗੱਲ ਹੋਵੇ, ਫਿਰ ਤੁਹਾਡਾ ਕਿਤੇ ਨਾ ਕਿਤੇ ਇੱਕ ਨੁਕਸਾਨ ਹੁੰਦਾ ਕਿ ਤੁਸੀਂ ਰੁਕ ਜਾਂਦੇ ਆ, ਤੁਸੀਂ ਉਹ ਵਾਹ ਦਾ ਹੀ ਮਤਲਬ ਅਸਰ ਹੈ ਜਿਹੜਾ ਨਾ, ਤੁਹਾਨੂੰ ਨਸ਼ਾ ਜਿਹੜਾ ਉਹ ਗਾਹ ਨਹੀਂ ਤੁਰਨ ਦਿੰਦਾ, ਅਤੇ ਮੈਨੂੰ ਲਿਖਣ ਵਾਲੇ ਪਾਸਿਓਂ ਵੀ ਰੋਕੀ ਰੱਖਿਆ। ਬਿਲਕੁਲ ਇਹੀ ਚੀਜ਼ ਮੈਂ ਤੁਹਾਡੇ ਬਾਰੇ ਸੋਚ ਰਹੀ ਸੀ ਕਿ ਪਹਿਲਾ ਨਾਟਕ ਤੁਸੀਂ 2004 ਦੇ ਵਿੱਚ ਲਿਖਦੇ ਹੋ, ਹੈ ਨਾ, ਜਿਹੜਾ ਕਿ ਉਮਰ ਦੇ ਬਹੁਤ ਅਰਸੇ ਬਹੁਤ ਚਿਰ ਬਾਅਦ। ਇਹ ਵੀ ਇਉਂ ਹੋਇਆ ਕਿ ਮੈਂ 2004 ਦੇ ਵਿੱਚ ਇੰਗਲੈਂਡ ਗਿਆ। ਹਾਂਜੀ, ਇੰਗਲੈਂਡ ਮੈਂ ਗਿਆ ਸੀਗਾ, ਦੇਵ ਤਰੀਕਿਆਂ ਵਾਲੀ ਕਿਤਾਬ ਇੱਕ ਮੈਂ ਲਿਖੀ ਸੀ, ਦੇਵ ਤਰੀਕਿਆਂ ਸਾਡੇ ਗੀਤਕਾਰ ਨੇ ਦੇਵ ਤਰੀਕੇ ਵਾਲੇ, ਉਹਨਾਂ ਬਾਰੇ। ਅਤੇ ਉੱਥੇ ਮੈਨੂੰ 2-3 ਮੁੰਡੇ ਮਿਲੇ ਜਿਨ੍ਹਾਂ ਨੇ ਮੈਨੂੰ ਟੈਲੀਵਿਜ਼ਨ ਕਰਕੇ ਸਿਆਣ ਲਿਆ, ਇੱਥੋਂ ਗਏ ਸੀਗੇ ਅਤੇ ਉੱਥੇ ਮੈਨੂੰ ਪਹਿਚਾਣ ਲਿਆ ਉਹਨਾਂ ਨੇ। ਅਤੇ ਕਿਉਂਕਿ ਮੈਂ ਉੱਥੇ ਆਪਦੇ ਦੋਸਤ ਨਾਲ ਬੱਸ ਦੇ ਵਿੱਚ ਸਫ਼ਰ ਕਰ ਰਹੀ, ਮੈਂ ਕਿਹਾ ਯਾਰ ਮੈਂ ਬੱਸ ਦਾ ਸਫ਼ਰ ਦੇਖਣਾ, ਅਤੇ ਉਹ ਵੀ ਬੱਸ ਦੇ ਵਿੱਚ ਮੈਨੂੰ ਮਿਲ ਗਏ। ਉਹ ਮੇਰੇ ਨਾਲ ਗੱਲਾਂ ਕਰਨ ਲੱਗ ਗਏ। ਉਹਨਾਂ 'ਚੋਂ ਇੱਕ ਮੁੰਡਾ ਸੀਗਾ ਦਰਸ਼ਨ, ਉਹ ਮੈਨੂੰ ਸਟੋਰੀ ਸੁਣਾਉਣ ਲੱਗ ਗਿਆ ਵੀ ਅਸੀਂ ਕਿਵੇਂ ਔਖੇ ਹੋ ਕੇ ਆਏ, ਵੀ ਸਾਡੇ ਘਰਦਿਆਂ ਨੇ 2-2, 3-3, 4-4 ਲੱਖ ਰੁਪਈਆ ਲਾਇਆ। ਉਹਨਾਂ ਦਿਨਾਂ 'ਚ 4 ਲੱਖ ਰੁਪਈਆ ਲਾਉਣਾ ਬਹੁਤ ਵੱਡੀ ਗੱਲ ਸੀ। ਫਿਰ ਅਸੀਂ 10 ਜਾਣੇ ਤੁਰੇ ਸੀ, 10 ਚੋਂ 6 ਬੰਦੇ ਰਾਹ 'ਚ ਮਰ ਗਏ, 4 ਬੰਦੇ ਅਸੀਂ ਇੱਥੇ ਪਹੁੰਚੇ, 4 ਚੋਂ 2 ਜੇਲ੍ਹ 'ਚ ਬੈਠੇ ਆ, 2 ਜਾਣੇ ਅਸੀਂ ਆ, ਆਹ ਸਾਨੂੰ ਮਿਲ ਗਏ, ਅਸੀਂ ਇਕੱਠੇ ਕੰਮ ਕਰਦੇ ਆ। ਉਹਨੇ ਮੈਨੂੰ ਆਪਦੀ ਸਟੋਰੀ ਸੁਣਾਈ। ਫਿਰ ਉਹਨੇ ਮੈਨੂੰ ਇਹ ਵੀ ਕਿਹਾ ਵੀ ਅਸੀਂ ਚਾਹੁੰਦੇ ਹਾਂ ਵੀ ਸਾਡਾ ਨਾ ਦਿਲ ਦੀ ਗੱਲ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਉਹਨਾਂ ਤੱਕ ਪਹੁੰਚੇ, ਵੀ ਆਏ ਨਾ ਭੇਜੋ ਜਵਾਕਾਂ ਨੂੰ। ਉਹ ਫਿਰ ਮੈਨੂੰ ਉਹਨੇ ਪਰੇਸ਼ਾਨ ਇੰਨਾ ਕੀਤਾ, ਮੇਰੇ ਮਤਲਬ ਸੋਚ ਨੇ ਮੇਰੀ ਨੇ। ਫਿਰ ਮੈਂ ਹੌਲੀ ਹੌਲੀ ਸੋਚਿਆ ਵੀ ਮੈਂ ਆਰਟੀਕਲ ਲਿਖਾਂ। ਮੈਂ ਆਰਟੀਕਲ ਵੀ ਲਿਖਣਾ ਸ਼ੁਰੂ ਕੀਤਾ। ਮੈਂ ਲਿਖਣਾ ਸ਼ੁਰੂ ਕੀਤਾ ਆਰਟੀਕਲ ਹੀ ਸੀ, ਪਰ ਉਹ ਨਾਟਕ ਬਣ ਗਿਆ। ਫਿਰ ਮੈਂ ਉਹ ਨਾਟਕ ਲਿਖਿਆ ਸੀ ਵਾਪਸੀ, ਕਿ ਉਹ ਜਿਹੜਾ ਅਸਲੀ ਦਰਸ਼ਨ ਸੀਗਾ ਉਹ ਤਾਂ ਇੰਗਲੈਂਡ ਪਹੁੰਚ ਗਿਆ, ਪਰ ਮੈਂ ਅਸਲੀ ਦਰਸ਼ਨ ਨੂੰ ਰਾਹ ਦੇ ਵਿੱਚੋਂ ਮੋੜ ਕੇ ਆਪਦੇ ਘਰੇ ਲੈ ਆਂਦਾ।
ਵੀ ਆਪਦੇ ਮਾਂ-ਬਾਪ ਦੀ ਸੇਵਾ ਕਰੇ, ਆਪਦੇ ਕੰਮ ਨਾਲ ਜੁੜੇ, ਮੈਸੇਜ ਦੇਣ ਦੇ ਲਈ। ਉਹ ਨਾਟਕ ਮੈਥੋਂ ਲਿਖਵਾਇਆ ਉਸ ਘਟਨਾ ਨੇ। ਤਾਂ ਉਦੋਂ ਬਾਅਦ ਫਿਰ ਜਦੋਂ ਮੈਂ ਕੇਰਾ ਨਾਟਕ ਇੱਕ ਵਾਰੀ ਲਿਖ ਲਿਆ, ਫਿਰ ਉਹਦੀ ਮੈਨੂੰ ਐਪਰੀਸ਼ੀਏਸ਼ਨ ਮਿਲੀ ਜਾਂ ਚੰਗਾ ਲੱਗਿਆ ਲੋਕਾਂ ਨੂੰ। ਬਹੁਤ ਸਾਰੇ ਯੂਥ ਫੈਸਟੀਵਲਾਂ 'ਚ ਖੇਡਿਆ ਗਿਆ ਨਾ, ਕੀਰਤੀ ਕਿਰਪਾਲ ਹੋਰਾਂ ਨੇ ਬਹੁਤ ਖੇਡਿਆ ਉਹਨੂੰ। ਤਾਂ ਫਿਰ ਮੈਨੂੰ ਹੋ ਗਿਆ ਕਿ ਫਿਰ ਮੈਂ ਉਸ ਤੋਂ ਬਾਅਦ ਲਗਾਤਾਰ ਲਿਖ ਰਿਹਾ। ਯਾਨੀ ਮੈਂ 2004 'ਚ ਪਹਿਲਾ ਜਿਹੜਾ ਨਾਟਕ ਲਿਖਿਆ ਸੀ, ਇਹ ਘਟਨਾ ਨੇ ਮੈਥੋਂ ਲਿਖਵਾਇਆ ਸੀ। ਹਾਂਜੀ ਸਰ, ਬੇਸ਼ੱਕ ਇਸ ਪ੍ਰਵਾਸ ਨੇ ਸਾਨੂੰ ਬਹੁਤ ਕੁਝ ਦਿੱਤਾ ਵੀ ਆ ਪੰਜਾਬ ਨੂੰ, ਹੈ ਨਾ। ਅਸੀਂ ਵਿਦੇਸ਼ਾਂ 'ਚ ਗਏ ਹਾਂ, ਸਾਡਾ ਨਾਂ ਹੋਇਆ ਹੈ, ਪਰ ਕਿਤੇ ਨਾ ਕਿਤੇ ਦੇਖੀਏ ਤਾਂ ਇਹਦੀਆਂ ਜੜ੍ਹਾਂ ਬਹੁਤ ਦੁਖਦੀਆਂ ਨੇ, ਹੈ ਨਾ। ਜਦੋਂ ਅਸੀਂ ਗੱਲਾਂ ਕਰਦੇ ਕਿ ਅੱਜ ਵੀ ਜਦੋਂ ਇਹੋ ਜਿਹੀਆਂ ਮਾੜੀਆਂ ਖਬਰਾਂ ਅਸੀਂ ਸੁਣਦੇ ਹਾਂ ਤਾਂ ਜ਼ਰੂਰ ਸਾਨੂੰ ਹੁੰਦਾ ਕਿ ਪੰਜਾਬ ਹੀ ਆ ਜਿਹੜਾ ਪ੍ਰਵਾਸ ਦੀ ਇਸ ਤਰਾਸਦੀ ਨੂੰ ਵੀ ਹੰਢਾ ਰਿਹਾ, ਹੈ ਨਾ। ਬਿਲਕੁਲ। ਦੇਖੋ, ਪ੍ਰਵਾਸ ਸਾਡੇ ਪੰਜਾਬੀਆਂ ਦੀ ਜ਼ਿੰਦਗੀ ਨਾਲ ਸ਼ੁਰੂ ਤੋਂ ਜੁੜਿਆ। ਹਾਂਜੀ। ਰੋਟੀ ਰੋਜੀ ਖਾਤਰ ਅਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਰਹੇ, ਸਾਡੇ ਬਜ਼ੁਰਗ ਗਏ ਆ, ਹੈ ਨਾ। ਪਰ ਪ੍ਰਵਾਸ ਦਾ ਜਿਹੜਾ ਸਭ ਤੋਂ ਵੱਡਾ ਦੁੱਖ, ਸਭ ਤੋਂ ਵੱਡਾ ਜਿਹੜਾ ਦਰਦ ਹੰਢਾਇਆ, ਉਹ ਔਰਤਾਂ ਨੇ ਹੰਢਾਇਆ ਸਾਡੀਆਂ ਨੇ। ਮਾਵਾਂ ਨੇ ਪੁੱਤ ਤੋਰੇ, ਭੈਣਾਂ ਨੇ ਭਰਾ ਤੋਰੇ, ਔਰ ਇੱਥੋਂ ਤੱਕ ਵੀ ਵਿਆਹ ਤੋਂ ਦੂਜੇ ਤੀਜੇ ਦਿਨ ਬੰਦੇ ਬਾਹਰ ਚਲੇ ਜਾਂਦੇ ਸੀਗੇ। ਅਤੇ ਉਹ ਜਿਹੜੀਆਂ ਉਹਨਾਂ ਦੀਆਂ ਪਤਨੀਆਂ ਸੀ ਘਰਾਂ ਦੇ ਵਿੱਚ, ਹੈ ਨਾ, ਉਹਨਾਂ ਨੇ ਵੀ ਦੁੱਖ 'ਚ ਚੱਲੇ ਉਹ। ਮਤਲਬ ਉਸ ਤਰ੍ਹਾਂ ਦਾ ਜਿਹੜਾ, ਅਤੇ ਉੱਥੇ ਜਾ ਕੇ ਕਿਹੜਾ ਉਹ ਸੌਖੇ ਆ। ਮੇਰੇ ਰੂਟੀਨ ਦੇ ਵਿੱਚ ਮੈਂ ਬਾਹਰ ਜਾਂਦਾ, ਪ੍ਰੋਗਰਾਮਾਂ 'ਤੇ ਜਾਂਦਾ, ਜਿਹੜੇ ਉੱਥੇ ਲੋਕ ਸਾਡੇ ਬੈਠੇ ਆ ਪ੍ਰਵਾਸੀ, ਉਹ ਉੱਧਰ ਜਿੰਨੇ ਮਰਜ਼ੀ ਅਮੀਰ ਹੋ ਜਾਣ, ਲੇਕਿਨ ਉਹ ਆਪਦੇ ਆਪ ਨੂੰ ਹਮੇਸ਼ਾ ਗਰੀਬ ਸਮਝਦੇ ਆ ਕਿ ਅਸੀਂ ਆਪਦੇ ਵਿਰਾਸਤ ਨਾਲੋਂ ਟੁੱਟੇ ਹੋਏ ਹਾਂ। ਇਸੇ ਕਰਕੇ ਦੇਖੋ ਤੁਸੀਂ ਕਿ ਪ੍ਰਵਾਸੀ ਲੋਕ ਵੱਧ ਤੋਂ ਵੱਧ ਪੰਜਾਬ ਦੀ ਤਰੱਕੀ ਲਈ ਮਤਲਬ ਉਹ ਉਤਸ਼ਾਹਤ ਮਤਲਬ ਹੁੰਦੇ ਆ, ਉਹ ਕਿ ਪੈਸਾ ਵੀ ਖਰਚਦੇ ਆ, ਆਉਂਦੇ ਵੀ ਆ, ਹੈ ਨਾ। ਹਾਲਾਂਕਿ ਉੱਧਰ ਉਹਨਾਂ ਦੇ ਆਪਦੇ ਘਰ ਹੈ, ਚੰਗੇ ਘਰ ਹੈ, ਚੰਗੀਆਂ ਨੌਕਰੀਆਂ, ਜੋ ਚਾਹੁਣ ਤਾਂ ਆਪਦਾ ਬੈਠੇ ਉੱਥੇ ਇੰਜੋਏ ਕਰੀ ਜਾਂਦੇ ਆ। ਪਰ ਨਹੀਂ, ਮੈਂ ਸੋਚਦਾ ਕਿ ਪੰਜਾਬੀ ਦਰਦ ਦੇ ਵਿੱਚੋਂ ਆਪਦੇ ਪੰਜਾਬ ਦੇ ਨਾਲ ਹਮੇਸ਼ਾ ਜੁੜ ਕੇ ਰਹੇ ਆ। ਪਰ ਪ੍ਰਵਾਸ ਦਾ ਦਰਦ ਆ ਜਿਹੜਾ, ਉਹ ਸ਼ੁਰੂ ਤੋਂ ਰਿਹਾ, ਪਰ ਹੁਣ ਹੌਲੀ ਹੌਲੀ। ਕਿਸੇ ਵੇਲੇ ਦੇਖੋ ਤੁਸੀਂ, ਇਹ ਸੀਗੀ ਕਿ ਮਹੀਨੇ 'ਚ 2 ਫਲਾਈਟਾਂ ਹੀ ਆਉਂਦੀਆਂ ਸੀ, 2 ਜਾਂਦੀਆਂ ਸੀ, ਹੈ ਨਾ। ਹੁਣ ਮਤਲਬ ਇੱਕ ਦਿਨ ਦੇ ਵਿੱਚ ਕਿੰਨੀਆਂ ਫਲਾਈਟਾਂ ਆ ਜਾਂਦੀਆਂ, ਕਿੰਨੇ ਜਾਂਦੇ ਆ। ਕਿਸੇ ਵੇਲੇ ਫ਼ੋਨ ਕਰਨਾ ਹੀ ਕਿੰਨਾ ਮੁਸ਼ਕਿਲ ਸੀਗਾ। ਹੁਣ ਹਰ ਬੰਦੇ ਦੇ ਕੋਲੇ ਮੋਬਾਈਲ ਆ, ਜਿਹਦੇ ਨਾਲ ਗੱਲ ਕਰਨਾ 2 ਮਿੰਟ 'ਚ ਕਰ ਲੈਂਦਾ। ਇਸ ਕਰਕੇ ਥੋੜ੍ਹਾ ਜਿਹਾ ਦਰਦ ਇਸ ਗੱਲ ਨੇ ਘਟਾਤਾ ਹੈ। ਬਿਲਕੁਲ ਸਰ, ਤਕਰੀਬਨ 30 ਵਰ੍ਹੇ ਹੋ ਗਏ ਨੇ ਤੁਹਾਨੂੰ, ਹੈ ਨਾ, ਦੂਰਦਰਸ਼ਨ ਨਾਲ ਜੁੜਿਆ ਹੋਇਆ। 3 ਦਹਾਕਿਆਂ ਦਾ ਸਫ਼ਰ ਤੁਸੀਂ ਤੈਅ ਕਰ ਲਿਆ। ਪਰ ਉਸ ਤੋਂ ਇਲਾਵਾ ਜੇ ਤੁਹਾਨੂੰ ਅੱਜ ਵੀ ਸਭ ਤੋਂ ਇੱਕ ਜਾਣੇ ਪਹਿਚਾਣੇ ਚਿਹਰੇ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਤਾਂ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਦੇ ਮੇਲੇ 'ਤੇ ਜਿਹੜੇ ਤੁਸੀਂ ਸਟੇਜ ਹੋਸਟ ਕਰਦੇ ਸੀ, ਹੈ ਨਾ, ਜੱਸੋਵਾਲ ਸਾਹਿਬ ਕਰਕੇ ਤੁਸੀਂ ਉਸ ਚੀਜ਼ ਨਾਲ ਜੁੜੇ। ਪਰ ਉਹਨਾਂ ਦੇ ਸਮੇਂ ਦੌਰਾਨ 2014 'ਚ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਮੇਲਿਆਂ ਦਾ ਰੰਗ ਆ ਜਿਹੜਾ ਮੈਨੂੰ ਲੱਗਦਾ ਵੀ ਬਹੁਤ ਫਿੱਕਾ ਪੈ ਗਿਆ, ਹੈ ਨਾ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਸੇ ਵੇਲੇ ਪੰਜਾਬ ਦੇ ਵਿੱਚ ਇੰਨੇ ਸੱਭਿਆਚਾਰਕ ਮੇਲੇ ਹੁੰਦੇ ਸੀ। ਮੈਂ ਮਤਲਬ ਐਜ ਏ ਹੋਸਟ, ਮਤਲਬ ਐਜ ਏ ਐਂਕਰ, ਮੈਂ ਪੰਜਾਬ ਦਾ ਚੱਪਾ ਗਾਇਆ ਮੇਲੇ। ਮਤਲਬ ਭਾਵੇਂ ਉਹ ਪ੍ਰੋਫੈਸਰ ਮੋਹਨ ਸਿੰਘ ਮੇਲਾ ਹੋ ਗਿਆ ਨਾ, ਭਾਮ ਵਾਲਿਆਂ ਦਾ ਮੇਲਾ ਹੋ ਗਿਆ, ਮਤਲਬ ਕਿੱਥੇ ਮੇਲੇ ਲੱਗਦੇ ਸੀ। ਅਮਰ ਸਿੰਘ ਸ਼ੌਂਕੀ ਮੇਲਾ ਲੱਗਦਾ ਸੀ। ਮਤਲਬ ਬੇਸ਼ੱਕ ਉਹ ਜਿਹੜੀ ਪਿਰਤਾ ਉਹ ਪ੍ਰੋਫੈਸਰ ਮੋਹਨ ਸਿੰਘ ਮੇਲੇ ਨੇ ਪਾਈ ਸੀ, ਕਿ ਉਸ ਤੋਂ ਬਾਅਦ ਮੇਲੇ ਲੱਗਣੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਏ ਸੀਗੇ। ਅਤੇ ਮੇਲਿਆਂ ਦਾ ਇੱਕ ਆਪਣਾ ਰੰਗ ਹੁੰਦਾ ਸੀ। ਮਤਲਬ ਹਜ਼ਾਰਾਂ ਲੋਕ ਬੈਠੇ ਆ, ਹੈ ਨਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੇ ਆ। ਲਾਈਵ ਤੁਸੀਂ ਮਤਲਬ ਉੱਥੇ ਬੋਲ ਰਹੇ ਆ, ਗਾਉਣ ਵਾਲਾ ਗਾ ਰਿਹਾ। ਮੈਨੂੰ ਮੋਹਨ ਸਿੰਘ ਮੇਲੇ ਦਾ ਤਾਂ ਇੱਥੋਂ ਤੱਕ ਹਾਈਟ ਜ਼ਿਆਦਾ ਉੱਥੋਂ ਉਹਦੀ, ਕਿ ਸਾਨੂੰ ਬਹੁਤ ਸਾਰੇ ਚੰਗੇ ਗਾਇਕ ਜਿਹੜੇ ਉਹ ਰਾਤ ਨੂੰ ਮੁੜ ਜਾਂਦੇ ਸੀ, ਬਿਨਾਂ ਗਾਏ ਤੋਂ ਗੁੱਸੇ ਹੋ ਕੇ ਜਾਂਦੇ ਸੀ ਵੀ ਟਾਈਮ ਨਹੀਂ ਮਿਲਦਾ। ਕਿਸੇ ਨੂੰ ਅਸੀਂ ਕਹਿਣਾ ਤੂੰ ਸਿਰਫ ਨਾ 1 27 ਤੇ 1 ਅੰਤਰਾ ਹੀ ਗਾਉਣਾ ਬਾਈ ਜੀ, ਹੈ ਨਾ, ਕਿਉਂਕਿ ਵੀ ਸੁਣਨਾ। ਮਤਲਬ ਇੰਨਾ ਮੇਲਿਆਂ ਦਾ ਜਿਹੜਾ ਹੈਗਾ ਨਾ, ਇੰਨਾ ਜਲਾਅ ਰਿਹਾ। ਪਰ ਅਸਲ ਦੇ ਵਿੱਚ ਤਾਂ ਇਹ ਹੋਇਆ ਕਿ ਸੋਸ਼ਲ ਮੀਡੀਆ ਦੇ ਆਉਣ ਕਰਕੇ, ਕਿਉਂਕਿ ਹਰ ਬੰਦੇ ਦੇ ਕੋਲੇ ਐਂਟਰਟੇਨਮੈਂਟ ਦਾ ਸਾਧਨ ਹੈ ਜਿਹੜਾ ਉਹ ਆ ਗਿਆ, ਹੈ ਨਾ। ਪਹਿਲਾਂ ਚੈਨਲ ਬਹੁਤ ਆ ਗਏ, ਚੈਨਲਾਂ ਤੋਂ ਬਾਅਦ ਸੋਸ਼ਲ ਮੀਡੀਆ ਆ ਗਿਆ ਹੱਥਾਂ ਦੇ ਵਿੱਚ, ਅਤੇ ਉਹਦੇ ਆਉਣ ਨਾਲ ਮੇਲਿਆਂ ਦਾ ਜਿਹੜਾ ਰੰਗ ਹੈ ਉਹ ਘਟ ਗਿਆ। ਅਤੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪ੍ਰੋਫੈਸਰ ਮੋਹਨ ਸਿੰਘ ਮੇਲੇ ਦਾ ਵੀ ਜਲਾਵਾ ਜਿਹੜਾ ਉਹ ਅਸੀਂ ਚਾਹੁੰਦੇ ਤਾਂ ਅਸੀਂ ਸਾਰੇ ਲੱਗੇ ਹੋਏ ਹਾਂ ਕਿ ਉਹ ਰੰਗ ਬਣ ਜੇ। ਪਰ ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ ਇੱਕ ਆਪਣਾ ਹੀ ਔਰਾ ਸੀਗਾ, ਆਪਣੇ ਕੰਮ ਕਰਨ ਦੀ ਵਿਧੀ ਸੀ ਉਹਨਾਂ ਦੀ, ਅਤੇ ਉਹ ਮੇਲੇ ਦਾ ਰੰਗ ਵੀ ਜਿਹੜਾ ਹੌਲੀ ਹੌਲੀ ਹੋਰ ਪਾਸੇ ਨੂੰ ਜਾ ਰਿਹਾ। ਪਰ ਸਾਡੀ ਕੋਸ਼ਿਸ਼ ਹੈ ਕਿ ਉਹਨੂੰ, ਪਰ ਇਹਦੇ 'ਚ ਕਸੂਰ ਕਿਸੇ ਦਾ ਵੀ ਨਹੀਂ, ਕਿਉਂਕਿ ਇਕੱਲੇ ਮੋਹਨ ਸਿੰਘ ਮੇਲੇ ਦੀ ਗੱਲ ਨਹੀਂ, ਸਾਰੇ ਮੇਲਿਆਂ ਦਾ ਹੀ ਰੰਗ ਆ ਜਿਹੜਾ ਹੁਣ ਅਸਲ 'ਚ ਉਹ ਮੇਲਿਆਂ ਨੇ ਜਗ੍ਹਾ ਜਿਹੜੀ ਨਾ ਉਹ ਸੋਸ਼ਲ ਮੀਡੀਆ ਨੇ ਲੈ ਲਈ ਆ, ਅਤੇ ਅਸੀਂ ਉਹ ਚਾਹ ਕੇ ਵੀ ਨਹੀਂ ਕਰ ਸਕਦੇ ਹੁਣ ਬਹੁਤਾ ਕੁਛ। ਹਾਂਜੀ, ਮਤਲਬ ਮੈਂ ਦੇਖ ਰਹੀ ਸੀ ਕਿ ਜਦੋਂ ਵੀ ਜਗਦੇਵ ਸਿੰਘ ਜੱਸੋਵਾਲ ਹੁਣਾਂ ਬਾਰੇ ਆਰਟੀਕਲ ਲਿਖੇ ਜਾਂਦੇ ਨੇ ਤਾਂ ਤੁਹਾਨੂੰ ਰਵਿੰਦਰ ਗਰੇਵਾਲ ਹੁਣਾਂ ਨੂੰ, ਨਿੰਦਰ ਹੁਣਾਂ ਨੂੰ, ਹੈ ਨਾ, ਉਹਨਾਂ ਦੇ ਸਭ ਤੋਂ ਕਰੀਬੀ ਇਨਸਾਨ ਮੰਨਿਆ ਜਾਂਦਾ। ਅਤੇ ਤੁਸੀਂ ਉਹਨਾਂ ਬਾਰੇ ਲਿਖਿਆ ਵੀ ਬਹੁਤ ਕੁਝ ਆ। ਅਸਲ 'ਚੋਂ ਲਿਖਿਆ ਵੀ ਤਾਂ ਹੀ ਆ ਨਾ ਕਿ ਉਹਨਾਂ ਨਾਲ ਵਿਚਰੇ ਬਹੁਤ ਹੈ। ਹਾਂਜੀ, ਮਤਲਬ ਜੱਸੋਵਾਲ ਸਾਹਿਬ ਤਾਂ ਅਸੀਂ ਇਹ ਕਹਿ ਲਈਏ ਕਿ ਉਹਨਾਂ ਨੇ ਸਾਨੂੰ ਦੇਖਿਆ, ਮਾਂ-ਬਾਪ ਨੇ ਸਾਨੂੰ ਜਨਮ ਦਿੱਤਾ ਜ਼ਰੂਰ, ਪਰ ਮੈਂ ਜਾਂ ਰਵਿੰਦਰ ਗਰੇਵਾਲ ਹੈ ਜਾਂ ਨਿੰਦਰ ਘੁਗਿਆਣ ਵੀ ਆ, ਸਾਨੂੰ ਤਾਂ ਜੱਸੋਵਾਲ ਸਾਹਿਬ ਨੇ ਉਂਗਲ ਫੜ ਕੇ ਮਤਲਬ ਤੋਰਿਆ, ਅਤੇ ਸਾਡੀ ਤਾਂ ਜ਼ਿੰਦਗੀ ਦੀ ਹਰ ਘਟਨਾ ਦੇ ਵਿੱਚ ਉਹਨਾਂ ਦਾ ਜ਼ਿਕਰ ਹੋਣਾ ਹੀ ਹੋਣਾ। ਅਤੇ ਹੁਣ ਵੀ ਮੈਂ ਮਹਿਸੂਸ ਕਰਦਾ
ਕਿ ਅੱਜ ਜੋ ਕੁਝ ਵੀ ਅਸੀਂ ਮਤਲਬ ਬੋਲ ਰਹੇ ਹਾਂ, ਕਰ ਰਹੇ ਹਾਂ, ਪ੍ਰਾਪਤ ਕੀਤਾ, ਉਹਦੇ 'ਚ ਬਹੁਤ ਵੱਡੀ ਦੇਣ ਆ ਉਹਨਾਂ ਦੀ। ਬਿਲਕੁਲ, ਮੈਂ ਚਾਹੁੰਦੀ ਸੀ ਕਿ ਕੁਝ ਉਹਨਾਂ ਨਾਲ ਜੁੜੀਆਂ ਹੋਈਆਂ ਯਾਦਾਂ ਹੈ ਨਾ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ, ਕਿਉਂਕਿ ਉਹਨਾਂ ਦੀ ਇੱਕ ਸਕੋਰਪੀਓ ਤੇ ਉਹਨਾਂ ਦੀ ਜ਼ਿੰਦਗੀ ਤੇ ਲਿਖਿਆ ਇੱਕ ਆਰਟੀਕਲ ਆ ਜਿਹੜਾ ਹੈ ਨਾ ਕਿ ਆਖਰੀ ਸਮੇਂ ਮਤਲਬ ਕੋਈ ਵੀ ਬੰਦਾ ਜਿਹੜਾ ਕਿਵੇਂ ਮਹਿਸੂਸ ਕਰਦਾ ਜਾਂ ਉੱਦਾਂ ਉਹਨਾਂ ਦਾ ਜਿਹੜਾ ਪ੍ਰਭਾਵ ਸੀ ਤੁਸੀਂ ਕਿਸ ਤਰੀਕੇ ਨਾਲ ਕਬੂਲਦੇ ਸੀ। ਜੇ ਮੈਂ ਗੱਲ ਕਰਾਂ ਪ੍ਰੋਫੈਸਰ ਮੋਹਨ ਸਿੰਘ ਮੇਲੇ ਨੇ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਸਾਨੂੰ ਦਿੱਤੇ ਨੇ ਹੈ ਨਾ, ਵੱਡੇ ਵੱਡੇ ਕਲਾਕਾਰ ਉਹਨਾਂ ਮੇਲਿਆਂ ਦੀ ਪੈਦਾਇਸ਼ ਨੇ, ਤਾਂ ਉਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਆ ਤੁਹਾਡੇ ਤੋਂ ਜ਼ਿਆਦਾ ਸ਼ਾਇਦ ਕਿਸੇ ਨੇ ਨਹੀਂ ਦੇਖਿਆ ਹੋਣਾ। ਤਾਂ ਮੈਂ ਚਾਹੁੰਦੀ ਹਾਂ ਕਿ ਕੁਝ ਦੇਖੋ ਨਾ, ਜੱਸੋਵਾਲ ਸਾਹਿਬ ਦੇ ਵਿੱਚ ਇੱਕ ਸੀ ਮਤਲਬ ਮੰਨ ਲਓ ਕਿ ਮੇਲਾ ਲੱਗਣਾ ਹੈ ਨਾ, ਅਤੇ ਮੇਲੇ ਦੇ ਉਹਨਾਂ ਨੂੰ ਪਤਾ ਤਾਂ ਹੁੰਦਾ ਹੀ ਸੀ ਕਿ ਸ਼ਾਮ ਨੂੰ 3-4 ਵਜੇ ਜਾ ਕੇ ਇਹ ਭਖਣਾ ਮੇਲਾ ਹੈ ਨਾ, ਪਰ ਉਹਨਾਂ ਨੇ ਸਵੇਰੇ 4 ਵਜੇ ਤੋਂ ਹੀ ਫੋਨ ਕਰਕੇ ਸੱਦਣੇ ਸ਼ੁਰੂ ਕਰਦੇ ਨੇ ਲੋਕ ਨਾ, ਉੱਥੇ ਜਾ ਵੜਨਾ ਸਟੇਜ 'ਤੇ, ਐਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਮਤਲਬ ਉਹਨਾਂ ਨੂੰ ਇੱਕ ਨਾਲ ਲੈ ਕੇ ਤੁਰਨ ਦਾ ਇੱਕ ਜਿਹੜਾ ਵੱਲ ਬਹੁਤ ਸੀਗਾ ਕਿ ਉਹ ਜਿਹਨੂੰ ਕੋਈ ਜਿਹੜਾ ਕੰਮ ਕਹਿੰਦੇ ਸੀ ਉਹ ਕਰਦੇ ਸੀ। ਇੱਕ ਉਹਨਾਂ ਦੀ ਲਾਈਫ ਜਿਹੜੀ ਮੈਂ ਦੇਖੀ ਜੱਸੋਵਾਲ ਸਾਹਿਬ ਦੀ, ਉਹ ਬੜੀ ਫਰੀ ਲਾਈਫ ਸੀ, ਮਤਲਬ ਉਹ ਇੱਕ ਤਰ੍ਹਾਂ ਦੀ ਖੁੱਲ੍ਹੀ ਕਿਤਾਬ ਵਾਂਗੂ ਸੀਗੇ, ਜ਼ਿੰਦਗੀ ਦੇ ਸ਼ਾਹਸਵਾਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ, ਮਨ ਦੇ ਮੌਜੀ ਸੀ, ਮੌਜਾਂ ਬਹੁਤ ਕਰਦੇ ਸੀ। ਮੈਂ ਇੱਕ ਵਾਰੀ ਉਹਨਾਂ ਨਾਲ ਲੁਧਿਆਣੇ ਦੇ ਮਹਾਰਾਜਾ ਪੈਲੇਸ ਦੇ ਵਿੱਚ ਮਤਲਬ ਜਾਣਾ ਸੀਗਾ ਵਿਆਹ, ਸਾਡੇ ਕਿਸੇ ਦੋਸਤ ਦੇ ਮੁੰਡੇ ਦਾ ਵਿਆਹ ਸੀਗਾ, ਅਤੇ ਪਹਿਲਾਂ ਤਾਂ ਮੈਨੂੰ ਕਹਿੰਦੇ ਰਹੇ ਦੁਪਹਿਰ ਤੱਕ ਆਪਾਂ ਅੱਜ ਦੁਪਹਿਰੇ ਕੁਛ ਨਹੀਂ ਖਾਣਾ, ਰਾਤ ਨੂੰ ਪੈਲੇਸ ਦੇ ਵਿੱਚ ਬਹੁਤ ਕੁਛ ਹੁੰਦਾ ਖਾਣ ਨੂੰ ਹੈ ਨਾ, ਇਸ ਕਰਕੇ ਐਵੇਂ ਨਹੀਂ ਆਪਾਂ ਉੱਥੇ ਸ਼ਗਨ ਵੀ ਦੇਣਾ ਅਤੇ ਆਪਾਂ ਖਾਵਾਂਗੇ ਇੰਨਾ ਪੀਵਾਂਗੇ। ਅੱਛਾ, ਜਦੋਂ ਉੱਥੇ ਪਹੁੰਚ ਗਏ 8 ਵਜੇ, ਪਤਾ ਨਹੀਂ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਆਈ, ਮੈਨੂੰ ਲੈ ਕੇ ਬਾਹਰ ਆ ਗਏ, ਮੈਨੂੰ ਕਹਿੰਦੇ ਆਪਾਂ ਕੰਮ ਕਰਨਾ ਇੱਕ। ਮੈਂ ਕਿਹਾ ਦੱਸੋ। ਉਹ ਮੈਨੂੰ ਲੈ ਕੇ ਨਾ ਇੱਕ ਉੱਥੇ ਫਿਰੋਜ਼ਪੁਰ ਰੋਡ 'ਤੇ ਮਹਾਰਾਜਾ ਪੈਲੇਸ ਦੇ ਨਾਲ ਹੀ ਇੱਕ ਛੋਟਾ ਜਿਹਾ ਢਾਬਾ, ਪੰਡਤਾਂ ਦਾ ਢਾਬਾ, ਉਹਦੀ ਰੋਟੀ ਬੜੀ ਮਸ਼ਹੂਰ ਹੁੰਦੀ ਸੀ। ਮੈਨੂੰ ਕਹਿੰਦੇ ਅੱਜ ਇੱਥੇ ਮਾਹਾਂ ਦੀ ਦਾਲ ਅਤੇ ਭਿੰਡੀਆਂ ਦੀ ਸਬਜ਼ੀ ਬਣੀ ਆ। ਅੱਛਾ ਜੀ। ਇਹਦੇ ਵਰਗੀ ਕਿਤੇ ਨਹੀਂ ਬਣਦੀ, ਆਪਾਂ ਪਹਿਲਾਂ ਇੱਥੇ ਖਾਂਦੇ ਹਾਂ, ਮੁੜ ਕੇ ਚੱਲਾਂਗੇ ਵਿਆਹ। ਮਤਲਬ ਉਹ ਪਰਿਵਾਰ ਮੈਨੂੰ ਉੱਥੇ ਮਾਹਾਂ ਦੀ ਦਾਲ ਅਤੇ ਭਿੰਡੀਆਂ ਦੀ ਸਬਜ਼ੀ ਖਵਾ ਕੇ, ਮਤਲਬ ਮੈਂ ਕਿਹਾ ਹੁਣ ਵਿਆਹ ਜਾ ਕੇ ਕੀ ਕਰਨਾ, ਆਪਾਂ ਮੈਨੂੰ ਦੱਸਤਾ ਦਿਓ ਵੀ ਖਾ ਦੇ ਤੇ ਲਿਆ। ਨਹੀਂ ਜ਼ਿੰਦਗੀ ਦਾ ਇੰਜੋਏ ਇਹ ਹੈ ਕਹਿੰਦੇ, ਉਹ ਤਾਂ ਕਹਿੰਦੇ ਇੱਕ ਫਾਰਮੈਲਿਟੀ ਆਪਾਂ ਜਾ ਕੇ ਕਰਾਂਗੇ। ਮਤਲਬ ਇਸ ਤਰ੍ਹਾਂ ਉਹਨਾਂ ਦੀ ਉਹ ਲਾਈਫ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਮਤਲਬ ਉਹਨਾਂ ਨੇ ਕਿਸੇ ਅਫਸਰ ਤੋਂ ਕਿਵੇਂ ਕੰਮ ਕਰਾਉਣਾ ਹੈ ਨਾ, ਕਿਵੇਂ ਜਾਣਾ, ਮਤਲਬ ਬਿਲਕੁਲ ਨੀਵੇਂ ਪੱਧਰ 'ਤੇ ਜਾ ਕੇ ਵੀ ਉਹ ਮਤਲਬ ਇੱਕ ਨਿਮਰਤਾ ਦੇ ਨਾਲ ਡੀਲ ਕਰਦੇ ਸੀ। ਕਦੇ ਉਹਨਾਂ ਨੇ ਆਪਦੇ ਆਪ ਨੂੰ ਬਹੁਤ ਵੱਡਾ ਨਹੀਂ ਸਮਝਿਆ ਕਿ ਮੈਂ ਕੋਈ ਵੱਡਾ, ਹਾਲਾਂਕਿ ਉਹ MLA ਰਹੇ ਔਰ ਕੈਬਨਿਟ ਰੈਂਕ ਦੇ ਵਿੱਚ ਉਹਨਾਂ ਨੂੰ ਇੱਕ ਚੇਅਰਮੈਨ ਦਾ ਅਹੁਦਾ ਜਿਹੜਾ ਸੀਗਾ ਉਹ ਮਿਲਿਆ ਹੈ ਨਾ, ਯੂਥ ਬੋਰਡ ਦੇ ਚੇਅਰਮੈਨ ਰਹੇ ਉਹ, ਪਰ ਉਹ ਅਸਲ 'ਚ ਕਲਚਰ ਨਾਲ ਹੀ ਜੁੜੇ ਹੋਏ ਬੰਦੇ ਸੀਗੇ ਅਤੇ ਉਹਨਾਂ ਦੀਆਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਕਥਾਵਾਂ, ਭਾਵੇਂ ਅਸੀਂ ਕਿਤਾਬ ਲਿਖ ਦਈਏ, ਮੇਰੀ ਇਸ ਕਿਤਾਬ ਦੇ ਵਿੱਚ ਵੀ ਬਹੁਤ ਜ਼ਿਕਰ ਹੈ ਉਹਨਾਂ ਬਾਰੇ। ਉਹਨਾਂ ਇੱਕ ਵਾਰੀ ਸਕੋਰਪੀਓ ਗੱਡੀ 'ਤੇ ਜਦੋਂ ਅਸੀਂ ਗਏ, ਉਹ ਸਾਰੀ ਪੜ੍ਹਨ ਵਾਲੀ ਸਟੋਰੀ ਹੈ ਇਹਦੇ ਵਿੱਚ ਹੈ ਨਾ, ਅਤੇ ਇਸ ਕਰਕੇ ਦੇਖੋ ਉਹਨਾਂ ਦੇ ਘਰ ਦਾ ਅਸੂਲ ਸੀ, ਚਾਹ ਵੇਲੇ ਚਾਹ, ਰੋਟੀ ਵੇਲੇ ਰੋਟੀ, ਮਤਲਬ ਬੰਦਾ ਜਿੰਨਾ ਮਰਜ਼ੀ ਰੱਜਿਆ ਵਾ ਜੇ ਘਰੋਂ ਖਾ ਕੇ ਆ ਜੇ, ਜੇ ਰੋਟੀ ਦਾ ਟਾਈਮ ਹੈ ਨਾ, ਉਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਉਹਨੂੰ ਰੋਟੀ ਖਵਾ ਕੇ ਹੀ ਤੋਰਨਾ। ਮਤਲਬ ਇਹ ਉਸ ਬੰਦੇ ਦੇ ਵਿੱਚ ਗੁਣ, ਬਹੁਤ ਵੱਡਾ ਗੁਣ ਮੈਂ ਦੇਖਿਆ, ਕਿ ਕਿਸੇ ਦਾ ਦਰਦ ਨਹੀਂ ਸੀ ਦੇਖ ਸਕਦੇ, ਮਤਲਬ ਇਸ ਤਰ੍ਹਾਂ। ਇਸ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਕੰਟਰੀਬਿਊਸ਼ਨ ਆ ਉਹਨਾਂ ਦੀ। ਹਾਂਜੀ ਸਰ, ਮੈਂ ਇਸੇ ਮੇਲੇ ਦੀ 40ਵੀਂ ਜਦੋਂ 40ਵਾਂ ਮੇਲਾ ਹੋਇਆ ਤਾਂ ਉਹਦੀ ਕਵਰੇਜ ਦੇਖ ਰਹੀ ਸੀ, ਤਾਂ ਉੱਥੇ ਪ੍ਰਗਟ ਸਿੰਘ ਗਰੇਵਾਲ ਜਿਹੜੇ ਇਸ ਮੇਲੇ ਦੀ ਸਾਰਾ ਸੰਚਾਲਨ ਦੇਖਦੇ ਨੇ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਮੇਲਾ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਲਗਾਤਾਰ ਇਸ ਲਈ ਵੀ ਲੱਗਦਾ ਰਹੇ ਕਿਉਂਕਿ ਸਾਡੀ ਪੰਜਾਬੀ ਜਿਹੜੀ ਗਾਇਕੀ ਆ ਅਜੋਕੇ ਸਮੇਂ 'ਚ ਬਹੁਤ ਮਾੜੇ ਦੌਰ 'ਚੋਂ ਲੰਘ ਰਹੀ ਆ, ਹੈ ਨਾ। ਪਰ ਜਦੋਂ ਮੈਂ ਤੁਹਾਡੀ ਇੱਕ ਦੋ ਇੰਟਰਵਿਊ ਸੁਣਿਆ ਤਾਂ ਤੁਸੀਂ ਪੰਜਾਬੀ ਗਾਇਕੀ ਨੂੰ ਲੈ ਕੇ ਬਹੁਤ ਪੋਜ਼ਿਟਿਵ ਹੋ ਹੁਣ ਦੇ ਸਮੇਂ ਦੇ ਵਿੱਚ ਵੀ, ਹੈ ਨਾ। ਇਹਨਾਂ ਦੋਨਾਂ ਚੀਜ਼ਾਂ ਦਰਮਿਆਨ ਮਤਲਬ ਤੁਹਾਡੀ ਸੋਚ ਆ ਜਿਹੜੀ ਉਹ ਕੀ ਕਹਿੰਦੀ ਆ? ਮੈਂ ਦੇਖੋ ਅਜੇ ਵੀ ਅੱਜ ਵੀ ਮੈਨੂੰ ਸਾਡੀ ਗਾਇਕੀ 'ਤੇ, ਸਾਡੇ ਗਾਇਕਾਂ 'ਤੇ, ਸਾਡੇ ਗੀਤਕਾਰਾਂ 'ਤੇ ਬਹੁਤ ਮਾਣ। ਹਾਂਜੀ ਦੇਖੋ, ਜੇ ਅਸੀਂ ਹੁਣ ਜੇ ਨਿੰਦਣਾ ਹੀ ਹੋਵੇ ਤਾਂ ਤੁਸੀਂ ਨਿੰਦਣ ਵਾਲੀ ਚੀਜ਼, ਮਤਲਬ ਮੰਨ ਲਓ ਤੁਸੀਂ ਇੱਥੇ ਕਿਸੇ ਦੇ ਘਰੇ ਬੈਠੇ ਆ ਨਾ, ਉਹਦੇ 'ਚੋਂ ਤੁਸੀਂ 10 ਚੀਜ਼ਾਂ ਇਹੋ ਜਿਹੀਆਂ ਫੜ ਸਕਦੇ ਆ ਜਿਹੜੀਆਂ ਨਿੰਦਣ ਵਾਲੀਆਂ ਹੋਣਗੀਆਂ, ਪਰ ਤੁਸੀਂ ਪੋਜ਼ੀਟਿਵ ਸੋਚੋ, ਜਿਹੜੀਆਂ 90 ਚੰਗੀਆਂ ਉਹਨਾਂ ਨੂੰ ਸੋਚੋ। ਅੱਜ ਇਸ ਵੇਲੇ ਮਤਲਬ ਸਾਡੇ ਪੰਜਾਬ ਦੇ ਜਿਹੜੇ ਗਾਇਕ ਹੈ, ਪੰਜਾਬ ਦੀ ਜਿਹੜੀ ਸੰਗੀਤਕ ਜਿਹੜੀ ਸਾਡੀ ਇੱਕ ਤਰ੍ਹਾਂ ਦੀ ਵਿਰਾਸਤ ਹੈ, ਉਹ ਬਹੁਤ ਅਮੀਰ ਹੁੰਦੀ ਆ ਔਰ ਹੁੰਦੀ ਜਾ ਰਹੀ ਆ। ਤੁਸੀਂ ਦੱਸੋ ਬਾਲੀਵੁੱਡ ਦੀ ਕਿਹੜੀ ਫਿਲਮ ਹੈ ਜਿਹਦੇ 'ਚ ਪੰਜਾਬੀ ਸੰਗੀਤ ਨਹੀਂ ਪਾਇਆ ਜਾਂਦਾ? ਠੀਕ ਹੈ। ਔਰ ਪੰਜਾਬੀ ਜਿਹੜੀਆਂ ਸਾਰੀਆਂ ਫਿਲਮਾਂ ਉਹਦੇ 'ਚ ਵੀ ਚਲੋ ਭਾਵੇਂ ਉਹ ਅਸੀਂ ਕਿਸੇ ਵੀ ਹੋਰ ਪੱਖ ਤੋਂ ਸੋਚਦੇ ਹੋਈਏ, ਪਰ ਉਹਦੇ ਵਿੱਚ ਵੀ ਪੰਜਾਬੀ ਸਿੰਗਰ ਆ ਜਿਹੜੇ ਉਹ ਬਹੁਤ ਵਧੀਆ ਤਰੀਕੇ ਨਾਲ ਅੱਗੇ ਆਏ ਆ ਔਰ ਚੰਗਾ ਗਾਉਣ ਵਾਲੇ ਹੈਗੇ ਸਾਰੇ। ਠੀਕ ਹੈ, ਜੇ ਕੋਈ 2-4 ਵਿੱਚ ਕੋਈ ਇਹੋ ਜਿਹੇ ਗੀਤ ਆ ਜਾਂਦੇ ਆ ਜਿਹੜੇ ਨਹੀਂ ਸੁਣਨਯੋਗ ਹੁੰਦੇ ਤਾਂ ਸਾਨੂੰ ਉਹਨਾਂ ਨੂੰ ਸਮਝਾ ਲੈਣਾ ਚਾਹੀਦਾ, ਪਰ ਡੌਂਡੀ ਨਹੀਂ ਅਸੀਂ ਪਿੱਟ ਸਕਦੇ ਕਿ ਅਸੀਂ ਪਬਲਿਕਲੀ ਉਹਨੂੰ ਨੈਸ਼ਨਲ ਲੈਵਲ 'ਤੇ ਜਾਂ ਇੰਟਰਨੈਸ਼ਨਲ ਲੈਵਲ 'ਤੇ ਕਹਿ ਦਈਏ ਕਿ ਪੰਜਾਬੀ ਗਾਇਕੀ ਬਹੁਤ ਮਾੜੀ ਆ। ਬਹੁਤ ਅੱਛੇ ਗਾਇਕ ਔਰ ਪੜ੍ਹੇ ਲਿਖੇ ਮੁੰਡੇ ਜਿਹੜੇ ਸਾਡੇ ਉਹ ਗਾਇਕੀ ਦੇ ਵਿੱਚ ਆ ਰਹੇ ਆ। ਔਰ ਚਲੋ ਮੈਂ ਜੇ ਨਾਂ ਲੈਣੇ ਸ਼ੁਰੂ ਕਰੂੰਗਾ ਫਿਰ ਕਈ ਵਾਰੀ ਕੋਈ ਨਾਂ
ਰਹਿ ਜਾਂਦਾ, ਮੈਂ ਸਾਰਾ ਕਿਉਂਕਿ ਸਾਰੇ ਮੇਰੇ ਬਹੁਤ ਦੋਸਤ ਹੈ ਨਾ, ਤੇ ਬਹੁਤ ਅੱਛਾ ਮਤਲਬ ਮੈਂ ਬਹੁਤ ਪੋਜ਼ਿਟਿਵ ਹਾਂ ਗਾਇਕੀ ਨੂੰ ਲੈ ਕੇ। ਦੂਜੀ ਗੱਲ ਕਿਉਂਕਿ ਮੈਂ ਇੱਕ ਆਪਣੀ ਨੌਕਰੀ ਦੇ ਤੌਰ 'ਤੇ ਮੈਂ ਪੰਜਾਬ ਦੇ ਕਾਲਜਾਂ 'ਚੋਂ ਵਿਚਰਦਾ, ਪੰਜਾਬ ਦੇ ਕਾਲਜਾਂ ਦੇ ਯੂਥ ਫੈਸਟੀਵਲ ਮੈਨੂੰ ਕਰਵਾਉਣ ਦਾ ਮੌਕਾ ਮਿਲਦਾ। ਜਿੰਨਾ ਸਾਡਾ ਸੰਗੀਤਕ ਪ੍ਰੋਗਰਾਮ ਆ ਸਾਡੇ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਖਾਸ ਤੌਰ 'ਤੇ ਕਾਲਜਾਂ ਦੇ, ਉਹ ਬਹੁਤ ਅੱਛੇ ਬੱਚੇ ਅੱਗੇ ਆ ਰਹੇ ਆ, ਔਰ ਪ੍ਰਭਾਵ ਤਾਂ ਇਹਨਾਂ ਗਾਇਕਾਂ ਦਾ ਹੀ ਹੈ ਨਾ ਉਹਨਾਂ 'ਤੇ। ਠੀਕ ਹੈ ਜੇ 2-4 ਗਾਇਕ। ਦੂਜੀ ਗੱਲ ਤੁਸੀਂ, ਮੈਂ ਗਾਇਕ ਨੂੰ ਕਦੇ ਮਾੜਾ ਨਹੀਂ ਕਹਿੰਦਾ, ਗਾਇਕ ਨੇ ਉਹ ਚੀਜ਼ ਲੈਣੀ ਹੁੰਦੀ ਹੈ ਜਿਹੜੀ ਸਮਾਜ ਦੇ ਵਿੱਚ ਵਿਚਰ ਰਹੀ ਹੈ। ਠੀਕ ਹੈ, ਜੇ ਕੋਈ ਸਮਾਜ ਦੇ ਵਿੱਚ ਚੱਲ ਰਿਹਾ ਤਾਂ ਉਹ ਗਾਇਕੀ ਦੇ ਰਾਹੀਂ ਉਹ ਪੇਸ਼ ਕਰ ਰਹੇ ਆ, ਫਿਰ ਸਾਨੂੰ ਸਾਡੇ ਸਮਾਜ ਬਾਰੇ ਸੋਚਣਾ ਪਊਗਾ ਕਿ ਅਸੀਂ ਸਮਾਜ ਦੇ ਵਿੱਚੋਂ ਉਹ ਜਿਹੜੀਆਂ ਬੁਰਾਈਆਂ ਉਹਨਾਂ ਨੂੰ ਦੂਰ ਕਰੀਏ ਤਾਂ ਕਿ ਉਹ ਗਾਇਕ ਉਹਨਾਂ ਨੂੰ ਨਾ ਫੜਨ। ਕੁੱਲ ਮਿਲਾ ਕੇ ਜਾਣੀ ਮੈਂ ਗਾਇਕੀ ਪ੍ਰਤੀ ਬਹੁਤ ਪੋਜ਼ਿਟਿਵ ਹਾਂ ਔਰ ਮੈਨੂੰ ਬਹੁਤ ਮਾਣ ਹੈ ਸਾਡੇ ਗਾਇਕਾਂ 'ਤੇ। ਸਰ, ਜਦੋਂ ਗਾਇਕਾਂ ਨੂੰ ਵੀ ਆਪਾਂ ਐਵੇਂ ਦੇ ਸਵਾਲ ਕਰਦੇ ਹਾਂ ਤਾਂ ਉਹਨਾਂ ਦਾ ਵੀ ਕਹਿਣਾ ਇਹੀ ਹੁੰਦਾ ਹੈ ਕਿ ਜੋ ਲੋਕ ਸਾਡੇ ਤੋਂ ਡਿਮਾਂਡ ਕਰਦੇ ਨੇ ਅਸੀਂ ਉਹ ਗਾ ਰਹੇ ਹਾਂ, ਹੈ ਨਾ। ਉੱਥੇ ਫਿਰ ਅਸੀਂ ਵੀ ਜਦੋਂ ਝਾਤ ਮਾਰੀਏ ਤਾਂ ਬਹੁਤ ਚੰਗੇ ਗਾਇਕ ਜਿਨ੍ਹਾਂ ਨੂੰ ਬਰਕਤ ਸਿੱਧੂ ਹੋਣੀ, ਜਿਨ੍ਹਾਂ ਨੂੰ ਅਸੀਂ ਬਹੁਤ ਸੁਣਦੇ ਰਹੇ ਹਾਂ, ਪਰ ਉਹ ਸਾਡੇ ਘਰ ਘਰ ਦੀ ਗਾਇਕੀ ਦੇ ਅੰਦਰ ਜਾਂ ਘਰ ਘਰ ਦੇ ਸਰੋਤਿਆਂ ਅੰਦਰ ਨਹੀਂ ਪਹੁੰਚ ਸਕੇ, ਹੈ ਨਾ, ਕਿਤੇ ਨਾ ਕਿਤੇ ਸਮਾਜਿਕ ਤੌਰ 'ਤੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਥੋੜ੍ਹਾ ਜਿਹਾ ਸਾਨੂੰ ਵੀ ਤਾਂ ਸੋਚਣਾ ਪਊਗਾ ਨਾ ਕਿ ਅਸੀਂ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੂੰ ਨਾ ਬਹੁਤਾ ਬੜਾਵਾ ਦਈਏ, ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਤਵੱਜੋ ਨਾ ਦਈਏ ਜਿਹੜੇ ਮਾੜਾ ਗਾਉਂਦੇ ਆ। ਅਤੇ ਫਿਰ ਮਤਲਬ ਤੁਸੀਂ ਚੰਗੇ ਦਾ ਸਤਿਕਾਰ ਕਰਨ ਦਾ ਇੱਕੋ ਤਰੀਕਾ ਹੈ ਕਿ ਮਾੜੇ ਨੂੰ ਇਗਨੋਰ ਕਰ ਦਿਓ। ਵੱਡੀ ਲਕੀਰ ਤੁਸੀਂ ਖਿੱਚ ਦਿਓ ਤਾਂ ਦੂਜੀ ਲਕੀਰ ਆਪੇ ਛੋਟੀ ਹੋ ਜੂਗੀ। ਇਹ ਬਿਲਕੁਲ ਠੀਕ ਹੈ ਗੱਲ ਤੁਹਾਡੀ। ਹੁਣ ਆਪਾਂ ਤੁਹਾਡੇ ਰੰਗਮੰਚ ਦੇ ਸਫ਼ਰ ਵੱਲ ਆਉਂਦੇ ਹਾਂ, ਹੈ ਨਾ। ਮੈਨੂੰ ਲੱਗਦਾ ਹੈ ਕਿ ਬੇਸ਼ੱਕ ਅਸੀਂ ਪੰਜਾਬ ਦੇ ਵਿੱਚ ਬਹੁਤ ਵਿਕਸਿਤ ਕਰ ਲਿਆ ਪੰਜਾਬੀ ਰੰਗਮੰਚ ਨੂੰ, ਹੈ ਨਾ। ਕਾਲਜਾਂ ਦੇ ਵਿੱਚ ਮੈਂ ਦੇਖਦੀ ਹੁੰਦੀ ਹਾਂ ਵੀ ਜਦੋਂ ਕੋਈ ਵੀ ਪ੍ਰੋਗਰਾਮ ਹੋ ਰਿਹਾ ਹੁੰਦਾ ਤਾਂ ਉਨੇ ਵਿਦਿਆਰਥੀ ਨਹੀਂ ਹੁੰਦੇ, ਜਦੋਂ ਪਲੇ ਹੋਣੇ ਸ਼ੁਰੂ ਹੁੰਦੇ ਆ ਤਾਂ ਸਾਰਾ ਜਿਹੜਾ ਆਡੀਟੋਰੀਅਮ ਭਰ ਜਾਂਦਾ ਹੁੰਦਾ ਸੀਗਾ। ਹੁਣ ਵੀ ਰੰਗਮੰਚ ਬਹੁਤ ਉਚਾਈ 'ਤੇ ਆ, ਸਾਨੂੰ ਬਾਹਰਲੇ ਲੋਕਾਂ ਦਾ ਸਾਥ ਮਿਲ ਰਿਹਾ। ਰੰਗਮੰਚ ਬਾਹਰ ਜਾ ਕੇ ਵੀ ਪੰਜਾਬੀ ਰੰਗਮੰਚ ਮੁਲਕਾਂ 'ਚ, ਵੱਖਰੇ ਵੱਖਰੇ ਮੁਲਕਾਂ 'ਚ ਲੋਕ ਵੇਖਣ ਲੱਗ ਗਏ ਨੇ। ਪਰ ਫਿਰ ਵੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਗਾਇਕੀ, ਗੀਤਕਾਰੀ, ਅਦਾਕਾਰੀ, ਹਰ ਚੀਜ਼ ਹੈ ਜਿਹੜੀ ਉਹ ਕਿਤੇ ਨਾ ਕਿਤੇ ਕਮਰਸ਼ੀਅਲ ਹੋ ਗਈ ਆ, ਰੁਜ਼ਗਾਰ ਬਣ ਗਈ ਆ। ਪਰ ਪੰਜਾਬੀ ਥੀਏਟਰ ਨੂੰ ਹਾਲੇ ਅਸੀਂ ਰੁਜ਼ਗਾਰ ਕਿਉਂ ਨਹੀਂ ਬਣਾ ਪਾ ਰਹੇ? ਨਹੀਂ, ਇਹਦਾ ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਪੰਜਾਬੀ ਜਿਹੜਾ ਰੰਗਮੰਚ ਹੈ ਨਾ, ਉਹ ਮਤਲਬ ਇਸ ਵੇਲੇ ਇਹੋ ਜਿਹੀ ਕੋਈ ਗੱਲ ਨਹੀਂ, ਸਥਾਪਿਤ ਹੈ। ਔਰ ਮੈਂ ਕਾਲਜਾਂ 'ਚ ਵੀ ਜਾ ਕੇ ਦੇਖਦਾ ਕਿ ਚੰਗਾ ਰੰਗਮੰਚ ਹੋ ਰਿਹਾ। ਤਕਨੀਕ ਵੀ ਸਾਡੇ ਰੰਗਕਰਮੀਆਂ ਨੇ ਬਹੁਤ ਵਧੀਆ ਅਪਣਾਈ ਹੈ, ਕਿਉਂਕਿ ਸਾਡੇ ਕੋਲੇ ਤਕਨੀਕੀ ਤੌਰ 'ਤੇ ਜਿਹੜੇ ਪੜ੍ਹੇ ਲਿਖੇ ਆ ਰੰਗਮੰਚ ਦੇ ਖੇਤਰ ਦੇ ਜਾਂ ਥੀਏਟਰ ਦੀ ਸਟੱਡੀ ਕਰਕੇ ਆਏ ਆ, ਉਹਨਾਂ ਦੇ ਆਉਣ ਕਰਕੇ। ਦੂਜੀ ਗੱਲ ਇਸ ਕਰਕੇ ਆ ਕਿ ਗੀਤ ਨਾਲੋਂ ਇਸ ਕਰਕੇ ਨਹੀਂ ਜ਼ਿਆਦਾ ਲੋਕਾਂ ਦੇ ਵਿੱਚ ਸੰਗੀਤ ਨਾਲੋਂ ਜਾਂ ਸੰਗੀਤ ਥੀਏਟਰ ਜਿਹੜਾ ਹੋ ਗਿਆ ਕਿ ਥੀਏਟਰ ਨੇ ਅਸਲ ਦੇ ਵਿੱਚ ਲੋਕਾਂ ਦੀ ਗੱਲ ਕਰਨੀ ਹੁੰਦੀ ਆ। ਥੀਏਟਰ ਨੇ ਗੱਲ ਕਰਨੀ ਹੁੰਦੀ ਆ, ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਕਰਨੀ ਹੁੰਦੀ ਆ, ਲੋਕਾਂ ਦੀ ਡਿਮਾਂਡ ਕਰਨੀ ਹੁੰਦੀ ਆ। ਮਤਲਬ ਥੀਏਟਰ ਦੇ ਵਿੱਚ ਹਮੇਸ਼ਾ ਵਿਦਰੋਹ ਰਿਹਾ। ਠੀਕ ਹੈ, ਭਾਵੇਂ ਤੁਸੀਂ ਚਲੋ ਜੇ ਆਪਾਂ ਬਹੁਤਾ ਲੰਮਾ ਪਿੱਛੇ ਨਹੀਂ ਵੀ ਜਾਂਦੇ ਤਾਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਖ ਲਓ ਕਿ ਦੇਸ਼ ਦੀ ਆਜ਼ਾਦੀ ਵੇਲੇ ਥੀਏਟਰ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਆ। ਠੀਕ ਹੈ, ਈਵਨ ਕਿ ਸਰਦਾਰ ਭਗਤ ਸਿੰਘ ਹੋਣੀ ਖੁਦ ਡਰਾਮੇ ਕਰਦੇ ਰਹੇ ਆ, ਥੀਏਟਰ ਕਰਦੇ ਰਹੇ ਆ, ਹੈ ਨਾ। ਉਸ ਤੋਂ ਇਲਾਵਾ ਮਤਲਬ ਥੀਏਟਰ ਨੇ ਇਸ ਮੂਵਮੈਂਟ ਨੂੰ, ਆਜ਼ਾਦੀ ਦੀ ਮੂਵਮੈਂਟ ਨੂੰ ਹੱਲਾਸ਼ੇਰੀ ਬਹੁਤ ਦਿੱਤੀ ਆ ਥਾਂ ਥਾਂ ਜਾ ਕੇ, ਹੈ ਨਾ। ਉਸ ਤੋਂ ਬਾਅਦ ਫਿਰ ਜਿੰਨੀਆਂ ਵੀ ਲਹਿਰਾਂ ਆਈਆਂ ਹੈਗੀਆਂ, ਘੋਲ ਜਿੰਨੇ ਜਿਹੜੇ ਲੜੇ ਗਏ ਆ, ਖਾਸ ਤੌਰ 'ਤੇ ਜੇ ਅੱਜ ਤੱਕ ਕਿਸਾਨੀ ਘੋਲ ਹੁਣ ਚੱਲ ਰਿਹਾ ਇਹ, ਲੇਕਿਨ ਇਸ ਤੋਂ ਪਹਿਲਾਂ ਵੀ ਚੱਲ ਰਿਹਾ ਸੀ, ਪਗੜੀ ਸੰਭਾਲ ਜੱਟਾਂ ਤੋਂ ਲੈ ਕੇ, ਹੈ ਨਾ। ਉਸ ਤੋਂ ਬਾਅਦ ਐਤੀਆਨੇ ਵਾਲਾ ਘੋਲ ਹੋਇਆ। ਮਤਲਬ ਇਸ ਤਰ੍ਹਾਂ ਜਦੋਂ ਵੀ ਹੋਇਆ ਥੀਏਟਰ ਨੇ ਆਪਣੀ ਬਹੁਤ ਅੱਛੀ ਜਿਹੜੀ ਆ ਉਹ ਭੂਮਿਕਾ ਨਿਭਾਈ ਆ। ਬਿਲਕੁਲ, ਮੈਂ ਹਮੇਸ਼ਾ ਭੂਮਿਕਾ ਨੂੰ ਲੈ ਕੇ ਬਹੁਤ ਪੋਜ਼ਿਟਿਵ ਹਾਂ। ਜੇ ਤੁਸੀਂ ਹੁਣ ਵੀ ਦੇਖੋ, ਮੈਂ ਸਮਝਦੀ ਹਾਂ ਕਿ ਮੇਰੀ ਉਮਰ ਦੇ ਵਿੱਚ ਅੱਜ ਜੋ ਐਜੀਟੇਸ਼ਨ ਹੋ ਰਿਹਾ ਦਿੱਲੀ ਦੇ ਵਿੱਚ, ਹੈ ਨਾ, ਹੁਣ ਤੱਕ ਦਾ ਸਭ ਤੋਂ ਵੱਡਾ ਐਜੀਟੇਸ਼ਨ ਮੈਂ ਕਹਿ ਸਕਦੀ ਹਾਂ, ਜਿਹਦੇ ਵਿੱਚ ਡਾਕਟਰ ਸਾਹਿਬ ਸਿੰਘ ਲਗਾਤਾਰ ਉੱਥੇ ਜਾ ਕੇ ਨਾਟਕ ਕਰ ਰਹੇ ਨੇ, ਰੰਗਕਰਮੀ ਉੱਥੇ ਜਾਂਦੇ ਆ, ਨਾਟਕ ਕਰਦੇ ਆ। ਮੇਰੇ ਸਵਾਲ ਦਾ ਮਤਲਬ ਇਹ ਕਿ ਇੰਨਾ ਚੰਗੀ ਭੂਮਿਕਾ ਹੋਣ ਤੋਂ ਬਾਅਦ ਵੀ ਜਿਹੜੇ ਕਲਾਕਾਰ ਨੇ ਉਹ ਇੰਨੇ ਨਿਰਾਸ਼ ਕਿਉਂ ਨੇ? ਉਹਨਾਂ ਨੂੰ ਲੱਗਦਾ ਹੈ ਕਿ ਥੀਏਟਰ ਸਾਨੂੰ ਸ਼ੌਂਕ ਜ਼ਰੂਰ ਬਣਾ ਸਕਦੇ ਹਾਂ ਪਰ ਰੁਜ਼ਗਾਰ ਨਹੀਂ ਬਣਾ ਸਕਦੇ। ਇਸ ਚੀਜ਼ ਦੇਖੋ, ਇਸ ਗੱਲ ਬਾਰੇ ਫਿਕਰਮੰਦ ਸਾਰੇ ਹੀ ਆ। ਸਾਡੀ ਜਿਹੜੀ ਸਭ ਤੋਂ ਪਹਿਲੀ ਪੀੜ੍ਹੀ ਆ ਉਹਦੇ ਸਾਰੇ ਨਾਟਕਕਾਰ ਉਹ ਹਮੇਸ਼ਾ ਜਦੋਂ ਵੀ ਉਹਨਾਂ ਨਾਲ ਗੱਲ ਕਰਦੇ ਸੀ ਉਹ ਇਸ ਪ੍ਰਤੀ ਫਿਕਰਮੰਦ ਹੁੰਦੇ ਸੀ ਕਿ ਅਸੀਂ ਥੀਏਟਰ ਨੂੰ ਕਮਰਸ਼ੀਅਲ ਨਹੀਂ ਬਣਾ ਸਕੇ। ਪਰ ਫਿਰ ਵੀ ਕਿਤੇ ਨਾ ਕਿਤੇ ਥੀਏਟਰ ਜਿਹੜਾ ਉਹ ਕਮਰਸ਼ੀਅਲ ਹੋਏਗਾ ਹੀ, ਮਤਲਬ ਪ੍ਰੋਫੈਸ਼ਨਲ ਪਹਿਲਾਂ ਹੋ ਰਿਹਾ। ਇਸ ਵੇਲੇ ਜਿਹੜਾ ਥੀਏਟਰ ਉਹ ਪ੍ਰੋਫੈਸ਼ਨਲ ਹੋ ਰਿਹਾ। ਪ੍ਰੋਫੈਸ਼ਨਲ ਹੋਣ ਦਾ ਮਤਲਬ ਹੈ ਕਿ ਉਹਦੇ ਕੰਮ ਦੇ ਵਿੱਚ ਪਰਫੈਕਸ਼ਨ ਪੂਰੀ ਤਰ੍ਹਾਂ ਆ ਰਹੀ ਹੈ, ਲੇਕਿਨ ਹੌਲੀ ਹੌਲੀ ਉਹ ਕਮਰਸ਼ੀਅਲ ਵਾਲੇ ਪਾਸੇ ਵੀ ਜਾਊਗਾ। ਇਹ ਤਾਂ ਹੁਣ ਠੀਕ ਹੈ ਕਿ ਘੋਲ ਦੇ ਦੌਰਾਨ ਸਾਡੇ ਜਿਹੜੇ ਰੰਗਕਰਮੀ ਆ, ਡਾਕਟਰ ਸਾਹਿਬ ਸਿੰਘ ਦਾ ਤੁਸੀਂ ਨਾਂ ਲਿਆ ਜਾਂ ਹੋਰ ਰੰਗਕਰਮੀ ਆ, ਉਹ ਉੱਥੇ ਜਾ ਕੇ ਪਲੇ ਕਰਦੇ ਆ। ਲੇਕਿਨ ਇਸ ਤੋਂ ਇਲਾਵਾ ਮੈਂ ਇਹ ਵੀ ਦੇਖਿਆ ਕਿ ਦੇਖੋ, ਹਰਪਾਲ ਟਵਾਣਾ ਪਲੇ ਕਰਦੇ ਰਹੇ ਲੁਧਿਆਣੇ ਦੇ ਵਿੱਚ,
ਮੈਂ ਉਸ ਵੇਲੇ ਲੁਧਿਆਣੇ ਦੇ ਵਿੱਚ ਨਹੀਂ ਸੀ ਆਇਆ, ਪਰ ਮੈਨੂੰ ਇਸ ਗੱਲ ਦਾ ਪਤਾ ਕਿ ਜਦੋਂ ਹਰਪਾਲ ਟਵਾਣਾ ਨੇ ਜਿਹੜੇ ਦਿਨ ਪਲੇ ਕਰਨਾ ਹੁੰਦਾ ਸੀ, ਟਿਕਟ ਲਾ ਕੇ ਪ੍ਰੋਗਰਾਮ ਕਰਦੇ ਸੀ, ਉਹ ਪਲੇ ਕਰਦੇ ਸੀ। ਉਸ ਦਿਨ ਜਿਹੜੇ ਨੇੜੇ ਦੇ 2 ਥੀਏਟਰ ਸੀ, ਆਰਤੀ ਤੇ ਮਲਹਾਰ, ਉਹਨਾਂ ਨੂੰ ਫਿਕਰ ਸੀ ਕਿ ਅੱਜ ਉੱਧਰ ਆਡੀਅנס ਜਾਊ। ਦੈਟ ਮੀਨਸ ਸਾਡਾ ਥੀਏਟਰ ਦਾ ਜਿਹੜਾ ਕਮਰਸ਼ੀਅਲ ਹੋਣ ਵਾਲੇ ਪਾਸੇ ਤੁਰਿਆ। ਫਰੀਦਕੋਟ ਦੇ ਵਿੱਚ ਸੁਦਰਸ਼ਨ ਮੈਣੀ, ਇਹਨਾਂ ਨੇ ਆਪਣੇ ਘਰ ਦੇ ਵਿੱਚ ਥੀਏਟਰ ਬਣਾ ਕੇ ਇੱਕ ਮੂਵਮੈਂਟ ਚਲਾਈ ਟਿਕਟਾਂ ਨਾਲ ਥੀਏਟਰ ਚਲਾਉਣ ਦੀ, ਹੈ ਨਾ। ਸੋਮਪਾਲ ਹੀਰਾ ਨੇ ਚਲਾਈ ਰਾਏਕੋਟ ਦੇ ਵਿੱਚ। ਮਤਲਬ ਹੌਲੀ ਹੌਲੀ, ਪਰ ਹਾਂ ਇਹ ਹੈ ਕਿ ਇਹ ਬਹੁਤ ਸਲੋ ਤੋਰ ਹੈ ਹਜੇ ਸਾਡੀ, ਪਰ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਥੀਏਟਰ ਆਰਟਿਸਟ ਆ ਜਿਹੜਾ ਉਹ ਰੁਜ਼ਗਾਰ ਨਾਲ ਨਹੀਂ ਜੁੜ ਸਕਦਾ ਕਿ ਥੀਏਟਰ ਤੋਂ ਰੁਜ਼ਗਾਰ ਆ ਜਿਹੜਾ ਉਹ ਬਣ ਜੇ, ਪਰ ਥੀਏਟਰ ਤੋਂ ਰੁਜ਼ਗਾਰ ਲੈਣ ਲਈ ਸਾਨੂੰ ਸ਼ਿੱਦਤ ਨਾਲ ਕੰਮ ਹਜੇ ਕਰਨਾ ਹੀ ਪਊਗਾ, ਔਰ ਕਰਦੇ ਵੀ ਆ। ਦੂਜੀ ਗੱਲ, ਇੱਕ ਇਨਡਾਇਰੈਕਟ ਰੁਜ਼ਗਾਰ ਮਿਲ ਰਿਹਾ ਜਿਹੜਾ ਉਹ ਇਹ ਆ ਕਿ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਯੂਥ ਫੈਸਟੀਵਲ ਕਰਵਾਉਂਦੀਆਂ, ਇਹਦੇ 'ਚ ਥੀਏਟਰ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ। ਇਹਦੇ ਵਿੱਚ ਸਾਡੇ ਜਿਹੜੇ ਥੀਏਟਰ ਦੇ ਵੱਡੇ ਮਤਲਬ ਜਾਂ ਪਾਸ ਹੋ ਚੁੱਕੇ ਜਿਹੜੇ ਵਿਦਿਆਰਥੀ ਆ, ਉਹਨਾਂ ਨੂੰ ਰੁਜ਼ਗਾਰ ਆ ਜਿਹੜਾ ਹੌਲੀ ਹੌਲੀ ਮਿਲ ਰਿਹਾ। ਮਤਲਬ ਕਿ ਉਹ ਤਿਆਰ ਕਰਾਉਂਦੇ ਆ ਕਿਸੇ ਤਰੀਕੇ ਨਾਲ ਜਾ ਕੇ ਨਾ, ਕੋਈ ਮੇਕਅਪ ਕਰਦਾ, ਕੋਈ ਹੋਰ ਤਰ੍ਹਾਂ ਦੀ ਡਿਜ਼ਾਈਨਿੰਗ ਦਾ ਉਹਨਾਂ ਨੂੰ ਜਿਹੜੀ ਮਤਲਬ ਆਪਣੀਆਂ ਸਰਵਿਸਿਜ਼ ਦਿੰਦਾ। ਇਹ ਵੀ ਇੱਕ ਹੈਗਾ ਪੱਖ ਜਾਂ ਤਸਵੀਰ ਹੈ ਸਾਡੀ ਕਿ ਥੀਏਟਰ ਹੈ ਜਿਹੜਾ ਇਹ ਇਸ ਪੱਖ ਤੋਂ ਵੀ ਹੌਲੀ ਹੌਲੀ ਕਮਰਸ਼ੀਅਲ ਹੋ ਰਿਹਾ, ਪਰ ਹੋਊਗਾ ਬਹੁਤ ਹੌਲੀ ਹਜੇ। ਮਤਲਬ ਜੇ ਅਸੀਂ ਕਹਾਂਗੇ ਨਾ ਕਿ ਬਹੁਤ ਦੂਰ ਦੀ ਗੱਲ ਵੀ ਨਹੀਂ ਕਹਿੰਦੇ, ਪਰ ਥੋੜ੍ਹੇ ਜਿਹੇ ਸਮੇਂ ਬਾਅਦ ਅਸੀਂ ਦੇਖਾਂਗੇ ਕਿ ਥੀਏਟਰ ਦੇ ਵਿੱਚ ਇੱਕ ਰੁਜ਼ਗਾਰ ਆ ਜਿਹੜਾ ਉਹ ਪੈਦਾ ਹੋ ਜਾਊਗਾ। ਹਾਂਜੀ, ਪਾਲੀ ਭੁਪਿੰਦਰ ਸਿੰਘ ਹੁਣਾਂ ਨਾਲ ਜਦੋਂ ਮੈਂ ਇਸ ਬਾਰੇ 'ਚ ਗੱਲ ਕੀਤੀ ਸੀ, ਉਹਨਾਂ ਦਾ ਵੀ ਕਹਿਣਾ ਸੀ ਕਿ ਥੀਏਟਰ ਆ ਜਿਹੜਾ ਤੁਹਾਡਾ ਢਿੱਡ ਨਹੀਂ ਭਰ ਸਕਦਾ ਨਾ, ਉਹਦੇ ਲਈ ਮੈਂ ਫਿਲਮਾਂ ਦੇਖ ਰਹੀ ਹਾਂ। ਬਿਲਕੁਲ, ਪਰ ਇਹ ਗੱਲ ਸਿੱਧੀ ਸਟੇਟਮੈਂਟ ਦੇ ਦੇਣੀ ਕਿ ਥੀਏਟਰ ਢਿੱਡ ਨਹੀਂ ਭਰ ਸਕਦਾ, ਇਹ ਸਾਡੇ ਆਉਣ ਵਾਲੇ ਜਿਹੜੇ ਯੰਗ ਸਟੂਡੈਂਟ ਆ ਨਾ ਥੀਏਟਰ ਦੇ, ਉਹਨਾਂ ਨੂੰ ਮਤਲਬ ਮੋੜ ਦਿੰਦਾ ਵੀ ਨਹੀਂ ਆਏ ਨਹੀਂ ਨਾ। ਪਰ ਅਸੀਂ ਕਹਿੰਦੇ ਕਿ ਨਹੀਂ, ਥੀਏਟਰ ਕਿਸੇ ਨਾ ਕਿਸੇ ਦਿਨ ਢਿੱਡ ਭਰਨ ਜੋਗਾ ਹੋਊਗਾ, ਮੈਂ ਇਹ ਕਹਿੰਦਾ। ਬਿਲਕੁਲ ਸਰ, ਯੂਥ ਫੈਸਟੀਵਲ ਤੇ ਤੁਸੀਂ ਗੱਲ ਕਰ ਰਹੇ ਸੀ ਜਿਵੇਂ, ਹੈ ਨਾ, ਵੀ ਹੁਣੇ ਜਦੋਂ ਮੈਂ ਪੜ੍ਹਦੀ ਸੀ ਕਾਲਜ ਟਾਈਮ, ਤਾਂ ਸਾਡੇ ਟੀਚਰ ਸਾਨੂੰ ਸਿਰਫ ਯੂਥ ਫੈਸਟੀਵਲ ਦੇ ਟਾਈਮ 'ਤੇ ਰਿਸਪੈਕਟ ਮਿਲਦੀ ਹੁੰਦੀ ਸੀ, ਹੈ ਨਾ। ਬਾਕੀ ਟਾਈਮ ਅਸੀਂ ਆਪਣੀਆਂ ਜਿਹੜੀਆਂ ਹਾਜ਼ਰੀਆਂ ਪੂਰੀਆਂ ਕਰਵਾਉਣ ਲਈ ਤਰਲੇ ਕੱਢਦੇ ਰਹਿੰਦੇ ਸੀਗੇ, ਜਾਂ ਇਹ ਵੀ ਹੁੰਦਾ ਸੀ ਕਿ ਸਾਨੂੰ ਇਹ ਵੀ ਕਹਿ ਦਿੰਦੇ ਸੀ ਵੀ ਆਹ ਇੱਕ ਟਰੋਫੀ ਨੇ ਨਹੀਂ ਤੁਹਾਨੂੰ, ਹੈ ਨਾ, ਜ਼ਿੰਦਗੀ 'ਚ ਕਾਬਿਲ ਬਣਾਉਣਾ। ਤੁਹਾਨੂੰ ਕੀ ਲੱਗਦਾ ਕਿ ਯੂਥ ਫੈਸਟੀਵਲ ਨੇ ਜਿਹੜੇ ਕਾਲਜਾਂ 'ਚ, ਇਹ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਕੀ ਮਤਲਬ ਭੂਮਿਕਾ ਨਿਭਾਉਂਦੇ ਨੇ? ਦੇਖੋ, ਮੈਂ ਤਾਂ ਇਹ ਸਮਝਦਾ ਕਿ ਵਿਦਿਆਰਥੀ ਨੂੰ ਮਤਲਬ ਕਿ ਅਸਲ ਲਈ ਤੇ ਹੀ ਇਹ ਐਕਟੀਵਿਟੀ ਲੈ ਕੇ ਆਉਂਦੇ ਨੇ। ਹਾਂਜੀ, ਇਹ ਨਹੀਂ ਕਹਿੰਦਾ ਕਿ ਮੈਂ ਸਿਲੇਬਸ ਦੀ ਪੜ੍ਹਾਈ ਜਿਹੜੀ ਆ ਉਹ ਕੁਛ ਨਹੀਂ, ਸਿਲੇਬਸ ਦੀ ਪੜ੍ਹਾਈ ਬਹੁਤ ਜ਼ਰੂਰੀ ਆ। ਪੜ੍ਹੋ, ਤੁਸੀਂ ਫਿਜ਼ਿਕਸ ਪੜ੍ਹ ਰਹੇ ਆ ਪੜ੍ਹੋ, ਤੁਸੀਂ ਕੈਮਿਸਟਰੀ ਪੜ੍ਹ ਰਹੇ ਆ ਪੜ੍ਹੋ, ਬਹੁਤ ਜ਼ਰੂਰੀ ਆ ਉਹ। ਪਰ ਤੁਹਾਨੂੰ ਮਤਲਬ ਕਿ ਅਸਲ ਲਈ ਤੇ ਲਿਆਉਣ ਲਈ, ਤੁਹਾਡੀ ਪਰਸਨੈਲਿਟੀ ਨੂੰ ਉਭਾਰਨ ਦੇ ਲਈ, ਇੱਥੋਂ ਤੱਕ ਕਿ ਜ਼ਿੰਦਗੀ ਦੇ ਸ਼ਾਹਸਵਾਰ ਬਣਾਉਣ ਦੇ ਲਈ ਤੁਹਾਨੂੰ ਯੂਥ ਫੈਸਟੀਵਲ ਆ ਜਿਹੜੇ ਉਹ ਕੰਟਰੀਬਿਊਟ ਬਹੁਤ ਕਰਦੇ ਆ। ਸਾਨੂੰ ਜਿੱਤ ਹਾਰ 'ਚੋਂ ਲੰਘਣਾ ਪੈਂਦਾ। ਬੰਦਾ ਉਹਨਾਂ ਚਿਰ, ਜਿੰਨਾ ਚਿਰ ਜਿੱਤ ਹਾਰ ਦੇ ਵਿੱਚੋਂ ਲੰਘਦਾ ਨਹੀਂ ਨਾ, ਉਹਨਾਂ ਚਿਰ ਉਹਨੂੰ ਮਤਲਬ ਜ਼ਿੰਦਗੀ ਦੀਆਂ ਬਹੁਤੀਆਂ ਗੱਲਾਂ ਨਹੀਂ ਪਤਾ ਲੱਗਦਾ, ਉਹ ਸਹਿਣ ਜੋਗਾ ਨਹੀਂ ਹੁੰਦਾ। ਠੀਕ ਹੈ ਨਾ। ਦੂਜੀ ਗੱਲ, ਅਸੀਂ ਆਪਣੀ ਗੱਲ ਕਰਨ ਦੇ ਸਮਰੱਥ ਹੁੰਦੇ ਹਾਂ। ਭਾਵੇਂ ਕੋਈ ਬੰਦਾ ਡਿਬੇਟ ਦੇ ਵਿੱਚ ਹੈ, ਐਲੋਕੂਸ਼ਨ 'ਚ ਹੈ, ਜਾਂ ਕਵਿਤਾ ਮੁਕਾਬਲੇ 'ਚ, ਜਾਂ ਥੀਏਟਰ 'ਚ, ਜਾਂ ਡਾਂਸ 'ਚ ਹੈ, ਸਟੇਜ 'ਤੇ ਆ ਕੇ ਉਹਦੇ 'ਚ ਕੌਨਫੀਡੈਂਸ ਜਿਹੜਾ ਪੈਦਾ ਹੁੰਦਾ, ਕੋਈ ਆਪਣੀ ਗੱਲ ਕਰ ਲੈਂਦਾ। ਮੈਂ ਬਹੁਤ ਸਾਰੇ ਸਟੂਡੈਂਟ ਨੂੰ ਮਿਲਦਾ ਜਿਨ੍ਹਾਂ ਕੋਲ ਬਹੁਤ ਨੌਲੇਜ ਹੁੰਦੀ ਆ ਆਪਦੇ ਸਬਜੈਕਟ ਦੀ, ਪਰ ਉਹ ਗੱਲ ਨਹੀਂ ਕਰ ਸਕਦੇ ਅੱਖ ਚੱਕ ਪਾ ਕੇ। ਮਤਲਬ ਤੁਸੀਂ ਉਹਨਾਂ ਨੂੰ ਵੈਸੇ ਹੀ ਡਰਾ ਦਿਓ ਨਾ, ਮਤਲਬ ਅੱਖ ਚੱਕ ਪਾ ਕੇ ਇੱਕ ਵਾਰੀ ਕਹਿ ਦਿਓ ਕਿ ਹੁਣ ਤਾਂ ਰਾਤ ਦੇ 12 ਵਜੇ ਕਾਕਾ, ਤੂੰ ਸੋਚਣ ਲੱਗਦਾ ਕਿ 12 ਤਾਂ ਨਹੀਂ ਵਜੇ ਸੱਚ। ਮਤਲਬ ਕੌਨਫੀਡੈਂਸ ਨਾਲ ਨਹੀਂ ਕਹਿ ਸਕਦੇ ਕਿ ਨਹੀਂ ਸਾਰਾ ਦਿਨ ਦੇ 11 ਵਜੇ ਆ, ਉਹ ਮਤਲਬ ਇੰਨਾ ਕੌਨਫੀਡੈਂਸ ਨਹੀਂ ਰੱਖਦੇ। ਪਰ ਜਿਹੜੇ ਬੰਦੇ ਯੂਥ ਫੈਸਟੀਵਲਾਂ 'ਚ ਪਾਰਟੀਸਪੇਟ ਕਰਦੇ ਆ, ਉਹ ਅੱਖ ਚੱਕ ਪਾ ਕੇ ਗੱਲ ਕਰਦੇ ਆ, ਨਹੀਂ ਸਾਰਾ ਇਹ ਕਿਵੇਂ ਹੋ ਸਕਦਾ 11 ਵਜੇ। ਮਤਲਬ ਇਹ ਜਿਹੜਾ ਕੌਨਫੀਡੈਂਸ ਹੈ, ਇਹ ਤੁਹਾਨੂੰ ਯੂਥ ਫੈਸਟੀਵਲ ਦਿੰਦੇ ਆ। ਫਿਰ ਤੁਹਾਨੂੰ ਮਿਲਵਰਤਨ ਦੀ ਇੱਕ ਸਾਂਝ ਦਿੰਦੇ ਆ। ਤੁਸੀਂ ਮੈਂ ਇੱਕ ਵਾਰ ਪੰਜਾਬ ਯੂਨੀਵਰਸਿਟੀ ਦੀ ਟੀਮ ਲੈ ਕੇ ਗਿਆ, तो वीसी साहब स्टूडेंट के सामने कहने लगे कि वहाँ जा रहे हो, वहाँ से जीत कर आना। तो स्टूडेंट के सामने डायरेक्टर को कह देना कि जीत कर आना, तो मैं कन्फ्यूज हो गया भी मैं किमें कहाँ भी जीत के आऊँगा ना। तो फिर वो आप ही कहने लगे मैं बताता हूँ कैसे जीत कर आना है। अगर आपको कोई नई पोजीशन मिली, आपको ना प्राइज़ मिला, तो जीतने वाले के पास चले जाना, उनको मुबारकबाद कहना, उसकी खुशी में शामिल हो जाना, आप भी जीत जाएंगे। मतलब ये दूजे की खुशी शामिल होने का जो तरीका है यूथ फैसटीवल ही सानू सिखाते हैं। सो मेरा यह कहना मनना है आपदे आप का, जां मैनू ला लो आपदे आप नूं लगदा कि मैं तो निकले यूथ फैसटीवलों के विचों है कि सानू यूथ फैसटीवल जिंदगी के असली अर्थ है जिहड़े वो दसदे आ। ये एक्टिविटी है जिहड़ी कल्चरल एक्टिविटी आ वो दसदी आ।
ਸਰ ਥੀਏਟਰ ਬੈਕਗ੍ਰਾਉਂਡ ਦੇ ਬਹੁਤ ਸਾਰੇ ਆਰਟਿਸਟ ਨੇ ਆਪਣੇ ਜਿਹੜੇ ਪੰਜਾਬੀ ਫਿਲਮਾਂ 'ਚ ਕੰਮ ਕਰ ਰਹੇ ਨੇ, ਹੈ ਨਾ, ਜਿਵੇਂ ਅਨੀਤਾ ਦੇਵਗਨ ਜੀ ਹੋ ਗਏ, ਦੀਪ ਸਿੱਧੂ, ਰੁਪਿੰਦਰ ਰੂਪੀ, ਆਪਾਂ ਜਿੰਨੇ ਬਹੁਤ ਸਾਰੇ ਨਾਂ ਨੇ ਜਿਹੜੇ, ਨਿਰਮਲ ਰਿਸ਼ੀ ਮੈਮ ਬਹੁਤ ਸਮਾਂ ਥੀਏਟਰ ਕਰਦੇ ਰਹੇ ਨੇ, ਪਰ ਤੁਹਾਨੂੰ ਵੱਡੇ ਪਰਦੇ ਤੇ ਦੇਖਣ ਦਾ ਮੌਕਾ ਨਹੀਂ ਮਿਲਿਆ। ਮਤਲਬ ਉਹ ਸਮਾਂ ਜਿਹੜਾ ਉਹ ਨਹੀਂ ਸੀ ਇਜਾਜ਼ਤ ਦਿੰਦਾ ਜਾਂ ਇੱਛਾ ਨਹੀਂ ਬਣੀ? ਨਹੀਂ, ਜਿਹਨੂੰ ਆਪਾਂ ਸਮਾਂ ਦੂਜਾ ਕਹਿ ਦਿੰਦੇ ਆ ਨਾ, ਕਿ ਉਹ ਸਮਾਂ ਨਹੀਂ ਆਇਆ, ਮਤਲਬ ਕਿਸੇ ਵੇਲੇ ਕਿਤੇ ਕੋਈ ਵਿਧਾ ਇਹੋ ਜਿਹੀ ਬਣੀ ਨਹੀਂ ਗੀ ਕਿ ਮੈਂ ਫਿਲਮਾਂ ਦੇ ਵਿੱਚ ਕੰਮ ਕਰਾਂ। ਮੈਂ ਫਿਲਮਾਂ ਦੇਖਦਾ, ਪੰਜਾਬੀ ਫਿਲਮਾਂ ਨੂੰ ਬਹੁਤ ਸ਼ੌਕ ਨਾਲ ਦੇਖਦਾ। ਮੇਰੇ ਦੋਸਤ ਫਿਲਮਾਂ ਦੇ ਵਿੱਚ ਜਿਹੜੇ ਕੰਮ ਕਰਦੇ ਆ, ਉਹ ਜਦੋਂ ਫੋਨ ਕਰਦੇ ਆ ਕਿ ਆ ਫਿਲਮ ਆਈ ਆ, ਠੀਕ ਹੈ ਨਾ, ਮੈਨੂੰ ਦੇਖਣ ਦਾ ਮੌਕਾ ਮਿਲਦਾ। ਪਰ ਮੈਂ ਅਸਲ ਦੇ ਵਿੱਚ ਇੱਥੋਂ ਵਾਲੀ ਜਿਹੜੀ ਮੇਰੀ ਨੌਕਰੀ ਵਾਲੀ ਜ਼ਿੰਮੇਵਾਰੀ ਆ, ਮੈਂ ਸਮਝਦਾ ਕਿ ਮੈਂ ਉੱਧਰ ਹੀ ਟਾਈਮ ਬਹੁਤ ਜ਼ਿਆਦਾ ਲਾਉਣਾ, ਪਰ ਫਿਰ ਵੀ ਕਦੇ ਵਿਧਾ ਬਣੀ ਤਾਂ ਜ਼ਰੂਰ ਕਰੂੰਗਾ। ਸਰ ਤੁਸੀਂ ਜੱਜਮੈਂਟ ਦਾ ਪਾਰਟ ਰਹੇ ਹੋ ਨਾ, ਅਲੱਗ-ਅਲੱਗ ਕਾਲਜਾਂ ਦੇ ਵਿੱਚ ਤੁਸੀਂ ਜਾਂਦੇ ਰਹੇ ਹੋ, ਯੂਥ ਫੈਸਟੀਵਲ, ਇੰਟਰ ਕਾਲਜ ਕੰਪੀਟੀਸ਼ਨ ਦੇ ਵਿੱਚ। ਪਰ ਜਦੋਂ ਮੈਂ ਪੜ੍ਹਦੀ ਸੀ ਤਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਜਦੋਂ ਕਿਸੇ ਪਲੇ ਲੈ ਕੇ ਆਉਣ ਵਾਲੇ ਟੀਚਰ ਦੇ, ਜਾਂ ਫਿਰ ਜਦੋਂ ਅਸੀਂ ਸਟੋਰੀ ਰਾਈਟਿੰਗ ਲਈ ਜਾਂਦੇ ਸੀ, ਪੋਇਮ ਰੈਸੀਟੇਸ਼ਨ ਲਈ, ਤਾਂ ਜਦੋਂ ਕਿਸੇ ਨੂੰ ਪਤਾ ਲੱਗਦਾ ਸੀ ਵੀ ਜਿਹੜੇ ਜੱਜਮੈਂਟ ਲਈ ਬੈਠੇ ਨੇ ਉਹ ਫਲਾਣੇ ਟੀਚਰ ਦੇ ਨੋਨ ਨੇ, ਹੈ ਨਾ, ਤਾਂ ਉਦੋਂ ਮਤਲਬ ਅਸੀਂ ਵੀ ਢੇਰੀ ਜਿਹੀ ਢਾਹ ਦਿੰਦੇ ਹੁੰਦੇ ਸੀ ਵੀ ਨਹੀਂ ਹੁਣ ਇੱਥੇ ਸਾਡਾ ਪ੍ਰਾਈਜ਼ ਨਹੀਂ ਆਉਣਾ। ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਹਿੱਸਾ ਰਹੇ ਹੋ, ਹੈ ਨਾ, ਤੁਹਾਨੂੰ ਲੱਗਦਾ ਕਿ ਇਹੋ ਜਿਹਾ ਕੁਝ ਆ ਜਿਹੜਾ ਜੱਜਮੈਂਟ ਦੌਰਾਨ ਹੁੰਦਾ ਹੈ? ਨਹੀਂ, ਉਦੋਂ ਪਹਿਲਾਂ ਰੁਪਿੰਦਰ ਮੇਰੀ ਵੀ ਜੱਜਮੈਂਟ ਹੁੰਦੀ ਰਹੀ ਆ। ਮੈਂ ਉਸ ਪੋਜੀਸ਼ਨ 'ਤੇ ਵੀ ਰਿਹਾ ਜਿਹੜੀ ਪਿੱਛੇ ਤੁਸੀਂ ਗੱਲ ਕੀਤੀ ਆ। ਮੈਂ ਪਾਰਟੀਸਪੇਟ ਐਜ ਏ ਵਿਦਿਆਰਥੀ ਕਰਦਾ ਰਿਹਾ। ਜਦੋਂ ਮੈਂ ਐਜ ਏ ਵਿਦਿਆਰਥੀ ਪਾਰਟੀਸਪੇਟ ਕਰਦਾ ਸੀ ਤਾਂ ਉਦੋਂ ਜਦੋਂ ਜੱਜਮੈਂਟ ਆਉਣੀ ਤਾਂ ਮਤਲਬ ਨੈਚੁਰਲੀ ਹੁੰਦਾ ਵੀ ਜੇ ਨਹੀਂ ਕੋਈ ਪੋਜੀਸ਼ਨ ਆਈ ਤਾਂ ਇੱਕਦਮ ਮਨ 'ਚ ਖਿਆਲ ਆਉਂਦਾ, ਹੈ ਨਾ, ਵੀ ਧੱਕਾ ਹੀ ਹੋ ਗਿਆ ਸਾਡੇ ਨਾਲ ਤਾਂ, ਹੈ ਨਾ, ਅਤੇ ਅਸੀਂ ਹੋ ਸਕਦਾ ਕਿਤੇ ਰੌਲਾ ਵੀ ਪਾਇਆ ਹੋਵੇ ਇਸ ਗੱਲ ਦਾ। ਫਿਰ ਮੈਂ ਐਜ ਏ ਟੀਚਰ ਗਿਆ ਤਾਂ ਵੀ ਮਨ 'ਚ ਆਉਣੀ। ਫਿਰ ਮੈਂ ਐਜ ਏ ਡਾਇਰੈਕਟਰ ਤਿਆਰ ਕਰਵਾਉਣ ਦੇ ਮਾਮਲੇ 'ਚ ਮੈਂ ਕਿੰਨੇ ਕਾਲਜਾਂ 'ਚ ਤਿਆਰ ਕਰਵਾਉਂਦਾ ਸੀ, ਹੈ ਨਾ, ਅਤੇ ਉਦੋਂ ਵੀ ਮਤਲਬ ਇੱਕ ਮਨ ਨੂੰ ਤਸੱਲੀ ਇਹੀ ਹੁੰਦੀ ਸਾਡੇ ਨਾਲ ਧੱਕਾ ਹੋ ਗਿਆ, ਠੀਕ ਹੈ। ਫਿਰ ਮੈਂ ਜੱਜਮੈਂਟ ਆਪ ਵੀ ਕੀਤੀ ਆ, ਮਤਲਬ ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ AIU ਦੀ, ਜਾਂ ਮਤਲਬ ਜਾਣ ਦਾ ਮੌਕਾ ਮਿਲਿਆ ਨਾ। ਉਸ ਤੋਂ ਬਾਅਦ ਹੁਣ ਮੈਂ ਉਸ ਜ਼ਿੰਮੇਵਾਰੀ 'ਤੇ ਆ ਗਿਆ ਜਿਹੜੀ ਜ਼ਿੰਮੇਵਾਰੀ ਨੇ ਦੇਖਣੀ ਆ ਗੱਲ ਕਿ ਜੱਜਮੈਂਟ ਕਿਹਨੇ ਕਰਨੀ ਹੈ ਅਤੇ ਕਿਵੇਂ ਕਰਨੀ ਆ। ਪਰ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਜੱਜਮੈਂਟ ਦੇਖੋ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਤੁਸੀਂ, ਇਹ ਕੰਪਿਊਟਰਾਈਜ਼ ਕੰਮ ਤਾਂ ਹੈ ਨਹੀਂ, ਇਹ ਸਬਜੈਕਟਿਵਿਟੀ ਆ। ਜਿਹੜੀ ਚੀਜ਼ ਮੈਨੂੰ ਚੰਗੀ ਲੱਗ ਰਹੀ ਆ, ਹੋ ਸਕਦਾ ਤੁਹਾਨੂੰ ਨਾ ਚੰਗੀ ਲੱਗਦੀ ਹੋ, ਹੈ ਨਾ, ਆਈਡੀਆ ਤੁਹਾਨੂੰ ਨਾ ਇਸ ਕਰਕੇ ਨੰਬਰ ਤਾਂ ਵੇਰੀ ਕਰ ਜਾਂਦੇ ਆ। ਇਸੇ ਕਰਕੇ 3 ਜੱਜ ਪਾਏ ਜਾਂਦੇ ਆ, ਪਰ ਜਿਹੜੀ ਓਵਰਆਲ ਜੱਜਮੈਂਟ ਹੈ ਉਹ ਹਮੇਸ਼ਾ ਠੀਕ ਹੁੰਦੀ ਆ, ਗਲਤ ਨਹੀਂ ਹੁੰਦੀ। ਮੈਂ ਗੱਲ ਇੱਥੋਂ ਸ਼ੁਰੂ ਕਰਾਂਗਾ ਵੀ ਜੇ ਕਿਤੇ ਗਲਤ ਹੁੰਦੀ ਆ, ਮੰਨ ਲਓ ਮੈਂ ਉਹਨਾਂ ਜੱਜਾਂ ਨੂੰ ਇੱਥੋਂ ਮੁਖਾਤਬ ਹੋ ਰਿਹਾ ਤੁਹਾਡੇ ਇਸ ਪਲੇਟਫਾਰਮ ਤੋਂ, ਜੇ ਕਿਤੇ ਉਹ ਕਰਦੇ ਆ ਭਾਈ ਭਤੀਜਾਵਾਦ ਦੇ ਵਿੱਚ ਆ ਕੇ ਜਾਂ ਜਾਣ ਪਛਾਣ ਦੇ ਵਿੱਚ ਆ ਕੇ, ਤਾਂ ਇਸ ਤੋਂ ਵੱਡਾ ਜਿਹੜਾ ਹੈਗਾ ਮਤਲਬ ਕਿ ਗੁਨਾਹ ਕੋਈ ਨਹੀਂ। ਇਹ ਵੱਡਾ ਗੁਨਾਹ। ਇਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਉਹ ਪ੍ਰਤਿਭਾ ਜਿਹਨੇ ਅੱਗੇ ਆਉਣਾ ਹੁੰਦਾ ਉਹ ਡਾਵਾਡੋਲ ਹੋ ਜਾਂਦੀ ਆ, ਹੌਸਲੇ ਛੱਡ ਜਾਂਦੇ ਆ ਵੀ ਸਾਡੀ ਪੋਜੀਸ਼ਨ ਨਹੀਂ ਆਈ, ਅਤੇ ਚੰਗੇ ਆਰਟਿਸਟ ਬਿਲਡੋ ਰਹਿ ਜਾਂਦੇ ਆ। ਅਤੇ ਜਿਹਨੂੰ ਤੁਸੀਂ ਬਿਨਾਂ ਗੱਲ ਤੋਂ ਫਸਟ ਜਾਂ ਸੈਕਿੰਡ ਕਰ ਵੀ ਦਿੱਤਾ, ਉਹਨੇ ਅੱਗੇ ਜਾ ਕੇ ਕਰਨਾ ਕੁਛ ਨਹੀਂ, ਜਿਹੜਾ ਸਿਫਾਰਿਸ਼ ਨਾਲ ਹੀ ਆਇਆ। ਇਹ ਨੁਕਸਾਨ ਆ ਵੱਡਾ। ਦੂਜਾ ਇਹ ਆ ਕਿ ਜਿਹੜੇ ਸਿਫਾਰਿਸ਼ ਨਾਲ ਫਸਟ ਆਉਂਦੇ ਆ ਨਾ ਜਾਂ ਸੈਕਿੰਡ ਆਉਂਦੇ ਆ, ਉਹਨਾਂ ਨੇ ਆਪ ਤਾਂ ਕੀ ਬਣਨਾ, ਉਹ ਜੱਜਾਂ ਦੀ ਕਦਰ ਵੀ ਨਹੀਂ ਕਰਦੇ। ਮਤਲਬ ਉਹ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ ਬਾਅਦ 'ਚ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਇਹਨੇ ਕਿਹੜਾ ਸਾਨੂੰ ਥੋੜ੍ਹਾ ਕੀਤਾ, ਸਾਨੂੰ ਤਾਂ ਸਿਫਾਰਿਸ਼ ਜਿਹਨੇ ਲਾਈ ਆ ਉਹਨੇ ਕਰਵਾਇਆ। ਇਸ ਕਰਕੇ ਜੱਜ ਉਸ ਫੀਲਡ 'ਚ ਹੁੰਦੇ ਆ, ਉਹਨਾਂ ਦੀ ਕਦਰ ਨਹੀਂ ਘਟਣੀ ਚਾਹੀਦੀ। ਲੇਕਿਨ ਮੈਂ ਵਿਦਿਆਰਥੀਆਂ ਨੂੰ ਜਾਂ ਅਧਿਆਪਕਾਂ ਨੂੰ ਜਾਂ ਡਾਇਰੈਕਟਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਨੂੰ ਇੰਨੀ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੁੰਦਾ। ਜਿਹੜਾ ਬੰਦਾ ਜੱਜਮੈਂਟ ਦੀ ਸੀਟ 'ਤੇ ਬੈਠਾ, ਉਹਦਾ ਆਪਦਾ ਵੀ ਕੋਈ ਉਸ ਖੇਤਰ ਦੇ ਵਿੱਚ ਇੱਕ ਨਾਂ ਹੁੰਦਾ, ਉਹਦੀ ਆਪਦੀ ਵੀ ਕੋਈ ਪੈਂਠ ਹੁੰਦੀ ਆ, ਉਹਨੂੰ ਉਹ ਕਦੇ ਮਰਨ ਨਹੀਂ ਦਿੰਦਾ। ਜੇ ਮੰਨ ਲਓ ਜਾਣਦੇ ਵੀ ਆ, ਦੇਖੋ ਮਤਲਬ ਮੰਨ ਲਓ ਕਿ ਸਾਡੇ ਸਾਰੇ ਨਾਟਕਕਾਰ ਆ ਜਿਹੜੇ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਉਹ ਕਾਲਜਾਂ 'ਚ ਹੀ ਪੜ੍ਹਾਉਂਦੇ ਆ, ਯੂਨੀਵਰਸਿਟੀਆਂ 'ਚ ਹੀ ਪੜ੍ਹਾਉਂਦੇ ਆ, ਉਹ ਨਾਟਕਕਾਰ ਦੇ ਤੌਰ 'ਤੇ ਵੀ ਇਸਟੈਬਲਿਸ਼ ਹੈ। ਅਤੇ ਇਹ ਕੁਦਰਤ ਨਹੀਂ ਹੋਈ ਆ ਕਿ ਜਿਹੜਾ ਬੰਦਾ ਜੱਜਮੈਂਟ 'ਤੇ ਆਊਗਾ ਉਹਨਾਂ ਨੂੰ ਜਾਣਦਾ ਹੀ ਹੋਊ, ਉਸ ਫੀਲਡ ਦਾ ਹੀ ਹੋਊਗਾ, ਉਹ ਜੱਜਮੈਂਟ 'ਤੇ ਹੀ ਤਾਂ ਆਇਆ ਕਿ ਉਸ ਫੀਲਡ ਦੇ ਵਿੱਚੋਂ ਹੈ। ਅਤੇ ਇਹ ਤਾਂ ਗੱਲ ਚੰਗੀ ਆ। ਲੇਕਿਨ ਜੇ ਕਿਤੇ ਜਾਣ ਪਛਾਣ ਹੈ ਤਾਂ ਉਹ ਜਿਹੜਾ ਜੱਜ ਹੈ ਸਹੀ, ਉਹ ਖੁਦ ਦੁਵਿਧਾ ਦੇ ਵਿੱਚ ਹੁੰਦਾ ਇਸ ਗੱਲੋਂ ਕਿ ਉਹਦੇ 'ਤੇ ਕੋਈ ਆਂਚ ਨਾ ਆ ਜੇ, ਉਹ ਪਾਰਟੀਕੂਲਰਲੀ ਉਸ ਟੀਮ ਨੂੰ ਜ਼ਿਆਦਾ ਦੇਖਦਾ। ਮਤਲਬ ਇਸ ਕਰਕੇ ਇਹ ਵਹਿਮ ਨਹੀਂ ਮਨ 'ਚ ਰੱਖਣਾ ਚਾਹੀਦਾ। ਔਰ ਦੂਜੀ ਗੱਲ, ਮੈਂ ਯੂਥ ਫੈਸਟੀਵਲਾਂ ਬਾਰੇ ਅਖੀਰ 'ਤੇ ਇਹ ਗੱਲ ਕਹਿਣਾ, ਜੱਜਮੈਂਟ ਦੇ ਸਵਾਲ ਦੇ ਅਖੀਰ 'ਤੇ, ਕਿ ਯੂਥ ਫੈਸਟੀਵਲ ਦੇ ਵਿੱਚੋਂ ਕਦੇ ਕੋਈ ਹਾਰਦਾ ਨਹੀਂ, ਜਾਂ ਜਿੱਤਦਾ ਜਾਂ ਸਿੱਖਦਾ, ਦੋ ਚੀਜ਼ਾਂ। ਇਹਦੇ 'ਚ ਹਾਰ ਹੈ ਹੀ ਨਹੀਂ। ਮਤਲਬ ਤੁਸੀਂ ਕਦੇ ਵੱਡੇ ਕਲਾਕਾਰਾਂ ਨੂੰ ਪੁੱਛੋ ਕਿ ਉਹਨਾਂ ਨੇ ਯੂਥ ਫੈਸਟੀਵਲਾਂ 'ਚੋਂ ਕਿੰਨੀਆਂ ਕੁ ਪੋਜੀਸ਼ਨਾਂ ਲਈਆਂ, ਪਤਾ ਹੀ ਨਹੀਂ ਹੁੰਦਾ, ਕਦੇ ਜਿੱਤੇ ਵੀ ਆ ਕਿ ਨਹੀਂ ਜਿੱਤੇ। ਪਰ ਜਿਹੜੀ ਉਹਨਾਂ ਦੀ ਅੰਦਰਲੀ ਕਮਿਟਮੈਂਟ ਹੈ ਉਹ ਉਹਨਾਂ ਨੂੰ ਅੱਗੇ ਲੈ ਕੇ ਜਾਂਦੀ ਆ। ਸੋ ਮੈਂ ਵਿਦਿਆਰਥੀਆਂ ਨੂੰ ਬੇਨਤੀ ਕਰਨੀ ਕਿ ਤੁਹਾਡੀ ਕਮਿਟਮੈਂਟ ਨੇ ਤੁਹਾਨੂੰ ਆਰਟਿਸਟ ਬਣਾਉਣਾ, ਭਾਵੇਂ ਤੁਸੀਂ ਡਰਾਮੇ ਦੇ ਆ, ਭਾਵੇਂ ਤੁਸੀਂ ਡਾਂਸ ਦੇ ਆ, ਭਾਵੇਂ ਤੁਸੀਂ ਸੰਗੀਤ ਦੇ ਆ,
ਵੱਡੇ ਵੱਡੇ ਸੰਗੀਤ ਸਮਰਾਟ ਜਿਹੜੇ ਬੈਠੇ ਆ ਸਾਡੇ, ਉਹਨਾਂ ਨੂੰ ਪੁੱਛੋ ਵੀ ਤੁਸੀਂ ਯੂਥ ਫੈਸਟੀਵਲ ਜਾਂਦੇ ਸੀ, ਉਹ ਕਹਿੰਦੇ ਯਾਰ ਸਾਡੀ ਪੋਜੀਸ਼ਨ ਤਾਂ ਕੋਈ ਆਈ ਨਹੀਂ ਸੀ ਉਦੋਂ, ਪਰ ਵੱਡੇ ਸਮਰਾਟ ਬਣ ਗਏ ਕਿਉਂਕਿ ਉਹਨਾਂ ਦੇ ਵਿੱਚ ਕਮਿਟਮੈਂਟ ਸੀ। ਸਟੇਜ ਤੇ ਆਉਣਾ, ਯੂਥ ਫੈਸਟੀਵਲ 'ਚ ਪਾਰਟੀਸਪੇਟ ਕਰਨਾ ਵੱਡੀ ਚੀਜ਼ ਹੈ, ਜਿੱਤਣ ਨਾਲੋਂ ਸਿੱਖਣਾ ਵੱਡੀ ਚੀਜ਼ ਹੈ। ਸੋ ਇਸ ਕਰਕੇ ਮਨ ਦੇ ਵਿੱਚ ਕੋਈ ਮਨ ਇਹੋ ਜਿਹੀ ਗੱਲ ਨਾ ਰੱਖੋ ਕਿ ਤੁਹਾਨੂੰ ਕੋਈ ਹਰਾ ਦੂਗਾ, ਜਿਹਦੇ ਵਿੱਚ ਕਲਾ ਉਹਨੂੰ ਕੋਈ ਨਹੀਂ ਹਰਾ ਸਕਦਾ। ਬਿਲਕੁਲ ਸਰ, ਤੁਹਾਡੇ ਤਜਰਬੇ ਬਹੁਤ ਵੱਡੇ ਨੇ, ਹੈ ਨਾ। ਮੈਂ ਜਿੰਨਾ ਵੀ ਪੜ੍ਹਦੀ ਗਈ ਮੈਨੂੰ ਬਹੁਤ ਚੰਗਾ ਲੱਗਿਆ। ਜਿਵੇਂ ਹੁਣ VC ਦੀ ਗੱਲ ਤੁਸੀਂ ਕਰ ਰਹੇ ਹੋ, ਉਹਦੇ ਤੋਂ ਮੈਨੂੰ ਤੁਹਾਡਾ ਇੱਕ ਮਿਡਲ VC ਦੀਆਂ ਝਿੜਕਾਂ ਯਾਦ ਆ ਗਿਆ ਨਾ, ਵਾਈਸ ਚਾਂਸਲਰ ਦੀਆਂ ਝਿੜਕਾਂ। ਹਾਂਜੀ, ਉਹ ਛਪਿਆ ਸੀ ਅਖਬਾਰਾਂ ਦੇ ਵਿੱਚ, ਕਿਤਾਬ 'ਚ ਵੀ ਹੈ, ਇਸ 'ਚ ਮੈਂ ਬਿਲਾਸਪੁਰੋਂ ਬੋਲਦਾ, ਇਸ ਕਿਤਾਬ ਦੇ ਵਿੱਚ ਵੀ ਹੈ। ਤੇ ਕੁਝ ਕੁ ਗੱਲਾਂ ਜਿਵੇਂ ਇਹ ਸੀਗੀਆਂ ਕਿ ਮੈਨੂੰ ਇੱਕ ਗੱਲ ਬੜੀ ਖੂਬਸੂਰਤ ਲੱਗੀ ਕਿ ਤੁਹਾਡੇ ਇੱਕ ਜਾਣਕਾਰ ਨੇ ਜਿਹੜੇ, ਜਦੋਂ ਤੁਸੀਂ ਪੇਪਰ 'ਚੋਂ ਲੇਟ ਹੋਏ ਤਾਂ ਉਹਨਾਂ ਨੇ ਤੁਹਾਨੂੰ ਇੱਕ ਹਦਾਇਤ ਕੀਤੀ ਸੀ ਕਿ ਘੜੀ ਆ ਜਿਹੜੀ ਉਹ ਬੰਦੇ ਨੂੰ ਵਕਤ ਨਾਲ ਚੱਲਣਾ ਨਹੀਂ ਸਿਖਾਉਂਦੀ, ਹੈ ਨਾ। ਉਹ ਤੁਹਾਡੇ ਮੈਂ 10ਵੀਂ 'ਚ ਜਦੋਂ 11ਵੀਂ 'ਚ ਪੜ੍ਹਦਾ ਸੀ, 10ਵੀਂ ਤੋਂ ਬਾਅਦ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ BSc ਦੇ ਦਾਖਲੇ ਲਈ ਫਾਰਮ ਭਰਤਾ, ਤੇ ਉਹ ਉਸ ਵੇਲੇ ਆਏ ਹੋਇਆ ਸੀ, ਉਹ ਸ਼ਾਇਦ ਉਸੇ ਸਾਲ ਤੋਂ ਹੀ ਸ਼ੁਰੂ ਹੋਇਆ ਹੋਵੇ ਕਿ ਪਹਿਲਾਂ ਤਾਂ ਸਿੱਧੀ ਇੰਟਰਵਿਊ ਹੁੰਦੀ ਸੀ, ਪਰ ਉਸ ਸਾਲ ਤੋਂ ਹੋਇਆ ਸੀ ਕਿ ਇੰਟਰਵਿਊ ਤੋਂ ਪਹਿਲਾਂ ਅੱਧੇ ਘੰਟੇ ਦਾ ਪੇਪਰ ਲੈਂਦੇ ਸੀ ਖੇਤੀਬਾੜੀ ਬਾਰੇ, ਕਿ ਕਣਕ ਕਿਹੜੇ ਮਹੀਨੇ ਬੀਜੀ ਜਾਂਦੀ ਆ, ਹੈ ਨਾ, ਝੋਨਾ ਕਿਹੜੇ ਮਹੀਨੇ ਬੀਜ ਜਾਂਦਾ, ਮੂੰਗੀ ਦੀ ਸਬਜ਼ੀ ਜਿਹੜੀ ਦਾਲ ਹੈ ਮੂੰਗੀ ਦੀ, ਮਤਲਬ ਇਹ ਕਦੋਂ ਬੀਜੀ ਜਾਂਦੀ, ਮਤਲਬ ਇਸ ਤਰ੍ਹਾਂ ਉਹ ਕਰਦੇ ਸੀ ਨਾ। ਤੇ ਸਰੋਂ ਕਿਵੇਂ ਵੱਟਾਂ 'ਤੇ ਕਿਉਂ ਬੀਜਦੇ, ਮਤਲਬ ਇਸ ਤਰੀਕੇ ਦੇ ਉਹ ਸਿੱਧੇ ਸਵਾਲਾਂ ਦਾ ਇੱਕ ਜਿਹੜਾ ਹੁੰਦਾ ਸੀਗਾ ਮਤਲਬ ਪੇਪਰ। ਤੇ ਮੈਂ ਜਦੋਂ ਘਰੋਂ ਤੁਰਨ ਲੱਗਿਆ ਤਾਂ ਮੇਰੇ ਚਾਚੇ ਮਹਿੰਦਰ ਸਿੰਘ ਨੇ ਘੜੀ ਲਈ ਸੀ ਨਵੀਂ, ਉਹਨੇ ਮੇਰੇ ਗੁੱਟ 'ਤੇ ਬੰਨ੍ਹਤੀ ਐਂ ਕਰਕੇ। ਮੈਂ ਉਦੋਂ ਪਹਿਲਾਂ ਘੜੀ ਨਹੀਂ ਸੀ ਬੰਨੀ ਜ਼ਿੰਦਗੀ 'ਚ ਕਦੇ, 10ਵੀਂ ਤੱਕ ਤਾਂ ਘੜੀ ਘਰ ਦੇ ਹਾਲਾਤ ਹੀ ਨਹੀਂ ਸੀ ਵੀ ਘੜੀ ਬੰਨਾਂ, ਤੇ ਨਾ ਹੀ ਲੋੜ ਪੈਂਦੀ ਸੀ ਐਡੀ, ਮੈਂ ਘੜੀ ਨਹੀਂ ਸੀ ਬੰਨੀ। ਪਰ ਜਦੋਂ ਮੇਰੇ ਘੜੀ ਬੰਨ੍ਹਤੀ ਮੈਨੂੰ ਮੈਥੋਂ ਹੱਥ ਹੀ ਨਾ ਚੱਕ, ਮਤਲਬ ਹਾਲਾਂਕਿ ਘੜੀ ਪਤਾ ਨਹੀਂ ਕਿੰਨੇ 50 ਗ੍ਰਾਮ ਦੀ ਹੋਊ ਜਾਂ 100 ਗ੍ਰਾਮ ਦੀ, ਪਰ ਮੈਨੂੰ ਲੱਗਿਆ ਕਿ ਇਹ ਤਾਂ ਬਹੁਤ ਭਾਰੀ ਆ, ਚੱਕੇ ਹੀ ਨਾ ਗਿਆ ਹੱਥ। ਤੇ ਮੈਂ ਇੱਕ ਪਹਿਲੇ ਤਿਆਰ ਹੁੰਦੇ ਦੀ ਬੱਸ ਲੰਘ ਗਈ ਪਿੰਡੋਂ, ਫਿਰ ਟੁੱਟਵੀਆਂ ਬੱਸਾਂ 'ਤੇ ਗਿਆ, ਤੇ ਰਾਹ ਦੇ ਵਿੱਚ ਮੈਂ ਟਾਈਮ ਨਹੀਂ ਸੀ ਦੇਖਦਾ, ਤੇ ਮੈਂ ਘੜੀ ਦੇਖਦਾ ਸੀ ਵੀ ਹੈਗੀ, ਮੈਨੂੰ ਇਸ ਚਾਚੇ ਦੀ ਘੜੀ ਜੇ ਡਿੱਗ ਪਈ ਕਿਤੇ ਤਾਂ ਪੰਗਾ ਪਊਗਾ। ਤੇ ਘੜੀ ਦੇਖਦਾ ਦੇਖਦਾ ਮੈਂ ਇੰਨਾ ਕਨਫਿਊਜ਼ ਹੋਇਆ ਕਿ ਮੈਨੂੰ ਲੁਧਿਆਣੇ PAU ਦਾ ਗੇਟ ਲੰਘ ਗਿਆ, ਆਰਤੀ ਸਿਨੇਮੇ 'ਤੇ ਰੁਕਿਆ, ਫਿਰ ਤੁਰ ਕੇ ਆਇਆ। ਜਦੋਂ ਨੂੰ ਪਹੁੰਚਿਆ ਉਦੋਂ ਨੂੰ ਪੇਪਰ ਹੋ ਗਿਆ, ਪੇਪਰ ਤੋਂ ਲਿਖਤੀ ਪੇਪਰ ਹੋ ਗਿਆ ਤਾਂ ਕੁਛ ਵੀ ਨਹੀਂ ਸੀ ਹੋਣਾ। ਫਿਰ ਡਾਕਟਰ ਖੇਮ ਸਿੰਘ ਗਿੱਲ, ਉਹ ਚੇਅਰਮੈਨ ਸੀ ਐਡਮਿਸ਼ਨ ਕਮੇਟੀ ਦੇ, ਕਿਸੇ ਨੇ ਦੱਸਿਆ, ਮੈਂ ਉਹਨਾਂ ਕੋਲ ਗਿਆ, ਉਹਨਾਂ ਨੂੰ ਮੈਂ ਦੱਸੀ ਸਾਰੀ ਕਹਾਣੀ। ਜਦੋਂ ਤਾਂ ਉਹ ਕੰਮ ਹੋ ਤਾਂ ਸਕਦਾ ਨਹੀਂ ਸੀਗਾ, ਉਹਨਾਂ ਨੇ ਮੈਨੂੰ ਕਿਹਾ ਕਿ ਕਾਕਾ ਵਕਤ ਸਿਰ ਤੁਰਨਾ ਸੀ ਘਰੋਂ। ਜਦੋਂ ਉਹਨਾਂ ਨੇ ਵਕਤ ਸਿਰ ਕਿਹਾ, ਫਿਰ ਮੇਰਾ ਘੜੀ 'ਤੇ ਹੱਥ ਗਿਆ ਵੀ ਹੈਗੀ ਆ, ਕਿਤੇ ਡਿੱਗ ਤਾਂ ਨਹੀਂ ਪਈ। ਮਤਲਬ ਮੈਨੂੰ ਐਂ ਲੱਗਿਆ ਵੀ ਡਿੱਗ, ਮੈਂ ਤਾਂ ਇਸ ਕਰਕੇ ਹੱਥ ਲਾਇਆ ਕਿ ਡਿੱਗ ਤਾਂ ਨਹੀਂ ਪਈ, ਪਰ ਉਹਨਾਂ ਨੂੰ ਮੇਰੀ ਸਟੋਰੀ ਨਹੀਂ ਸੀ ਪਤਾ। ਉਹਨਾਂ ਨੇ ਘੜੀ ਨੂੰ ਹੱਥ ਲਾਇਆ ਦੇਖਿਆ, ਉਹ ਮੈਨੂੰ ਕਹਿੰਦੇ ਕਾਕਾ ਇਹ ਜਿਹੜਾ ਵਕਤ ਸਿਰ ਚੱਲਣਾ ਹੁੰਦਾ ਨਾ, ਇਹ ਗੁੱਟ ਵਾਲੀ ਘੜੀ ਨਹੀਂ ਸਿਖਾਉਂਦੀ, ਇਹ ਤਾਂ ਬੰਦੇ ਦੇ ਅੰਦਰ ਹੁੰਦੀ ਆ, ਦਿਮਾਗ 'ਚ ਹੁੰਦੀ ਆ, ਬੰਦੇ ਦੇ ਸੁਭਾਅ 'ਚ ਹੁੰਦਾ ਕਦਰ ਜਿਹੜੀ ਵਕਤ ਦੀ। ਮੈਨੂੰ ਇਹ ਗੱਲ ਉਹਨਾਂ ਦੀ ਇੰਨੀ ਚੰਗੀ ਲੱਗੀ, ਮੈਂ ਉਸ ਤੋਂ ਬਾਅਦ ਘੜੀ ਲਾ ਲਈ, ਲਾ ਕੇ ਜੇਬ 'ਚ ਪਾ ਲਈ, ਘਰੇ ਆ ਕੇ ਚਾਚੇ ਨੂੰ ਫੜਾਤੀ। ਮੈਂ ਉਸ ਤੋਂ ਬਾਅਦ ਅੱਜ ਤੱਕ, ਅੱਜ ਆਪਾਂ ਗੱਲ 2021 'ਚ ਕਰ ਰਹੇ ਹਾਂ, ਇਹ ਗੱਲ 1984 ਜਾਂ 83 ਦੀ ਆ, ਤੇ ਮੈਂ ਕਦੇ ਨਾ ਘੜੀ ਖਰੀਦੀ ਨਾ ਬੰਨੀ। ਬਸ ਮੈਂ ਡਾਕਟਰ ਖੇਮ ਸਿੰਘ ਗਿੱਲ ਦੇ ਸ਼ਬਦ ਐਂ ਬੰਨ੍ਹ ਲਏ ਪੱਲੇ ਵੀ ਬਸ ਵਕਤ ਸਿਰ ਚੱਲੋ, ਜ਼ਿੰਦਗੀ 'ਚ ਕਿਵੇਂ ਚੱਲੋ, ਘੜੀ ਨਹੀਂ ਸਿਖਾਉਂਦੀ ਵਕਤ ਸਿਰ ਚੱਲਣਾ। ਇਹ ਮੈਨੂੰ ਸਬਕ ਸਿੱਖਿਆ ਉਹਨਾਂ ਤੋਂ ਮੈਂ। ਹਾਂਜੀ, ਅਖੀਰ ਤੇ ਮੈਂ ਇੱਕ ਵਿਅੰਗ ਵੀ ਸੁਣੂੰਗੀ ਤੁਹਾਡੇ ਤੋਂ, ਪਰ ਹੁਣ ਤੁਹਾਡੇ ਅਗਲੇ ਸਫ਼ਰ ਵੱਲ ਆਉਂਦੇ ਕਿ 2012 ਦੇ ਵਿੱਚ ਤੁਸੀਂ, ਹੈ ਨਾ, ਯੂਥ ਵੈਲਫੇਅਰ ਡਿਪਾਰਟਮੈਂਟ ਦੇ ਡਾਇਰੈਕਟਰ ਬਣ ਕੇ ਯੂਨੀਵਰਸਿਟੀ ਆਏ ਹੋ। ਬਹੁਤ ਸਾਰੀਆਂ ਨਵੀਆਂ ਵੰਨਗੀਆਂ ਨੂੰ ਤੁਸੀਂ ਸ਼ੁਰੂ ਕੀਤਾ, ਜਿਹਦੇ ਵਿੱਚ ਮੈਨੂੰ ਬੜੀ ਹੈਰਾਨੀ ਹੋਈ ਸੁਣ ਕੇ ਕਿ ਰੋੜੇ ਖੇਡਣ ਵਾਲੀ ਕਲਾ ਵੀ, ਹੈ ਨਾ, ਆ ਗਈ। ਉਹ ਵੀ ਅਸੀਂ ਕਰ ਰਹੇ ਹਾਂ, ਹਾਂਜੀ, ਆਉਣ ਵਾਲੇ ਸੈਸ਼ਨ ਦੇ ਵਿੱਚ ਅਸੀਂ ਉਹਨੂੰ ਟਰਾਈ ਕਰ ਰਹੇ ਹਾਂ ਵੀ ਕਰੀਏ। ਪਰ ਮੈਂ ਦੋ ਤਿੰਨ ਗੱਲਾਂ ਸੀ ਤੁਹਾਡੇ ਇਸ ਗੱਲ ਤੋਂ, ਮੈਂ ਸਵਾਲ ਜਿਹੜੇ ਤੋਂ ਮਤਲਬ ਪੁੱਛ ਗਿਆ ਤੁਹਾਡਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ। ਯੂਥ ਫੈਸਟੀਵਲ ਦੇ ਵਿੱਚ ਮੈਂ ਪਾਰਟੀਸਪੇਟ ਕਰਦਾ ਸੀ, ਤੇ ਮੇਰੇ ਮਨ ਦੇ ਵਿੱਚ ਦੋ ਤਿੰਨ ਗੱਲਾਂ ਸੀਗੀਆਂ। ਇੱਕ ਤਾਂ ਇਹ ਸੀਗੀ ਕਿ ਯੂਥ ਫੈਸਟੀਵਲ ਜਿਹੜੇ ਵਿਦਿਆਰਥੀ ਕਰਦੇ ਆ ਨਾ, ਉਹਨਾਂ ਨੂੰ ਪ੍ਰੋਪਰ ਇਨਸੈਂਟਿਵ ਮਿਲਣਾ ਚਾਹੀਦਾ, ਹਾਜ਼ਰੀਆਂ ਮਿਲਣੀਆਂ ਚਾਹੀਦੀਆਂ। ਨੰਬਰ ਸਾਡੇ ਘੱਟ ਜਾਂਦੇ, ਸਾਡੇ ਨੰਬਰ ਘੱਟ ਜਾਂਦੇ ਆ ਨਾ। 2-3 ਵਾਰੀ ਤਾਂ ਮੇਰਾ ਹੀ ਨਾਂ ਕੱਟਿਆ ਗਿਆ, ਮਤਲਬ ਇਸ ਚੱਕਰ 'ਚ ਵੀ ਉਹ ਕਹਿੰਦੇ ਚੰਗਾ ਫਿਰ ਭੰਗੜੇ ਹੀ ਪਾ ਲਓ। ਮਤਲਬ ਯੂਥ ਫੈਸਟੀਵਲ ਦੇ ਵਿੱਚ ਭਾਵੇਂ ਡਰਾਮੇ ਕਰਦੇ, ਕਦੋਂ ਕਹਿੰਦੇ ਡਰਾਮੇ ਕਰ ਲਓ, ਪੜ੍ਹੋ ਨਾ, ਟੀਚਰ ਗੁੱਸੇ ਹੋ ਜਾਂਦੇ ਸੀ। ਤੇ ਇਹ ਮੇਰੇ ਮਨ 'ਚ ਸੀ ਗੱਲ। ਦੂਜਾ ਥੋੜ੍ਹਾ ਬਹੁਤਾ ਕਿਤੇ ਜੱਜਮੈਂਟ ਦਾ ਵੀ ਰਿਹਾ, ਹੈ ਨਾ, ਵੀ ਚਲੋ ਜੇ ਜੱਜ ਆਪ ਦੱਸ ਦੇਣ, ਜੱਜ ਤਾਂ ਤਸੱਲੀ ਹੋ ਜਾਂਦੀ ਸੀ। ਤੀਜਾ ਫਿਰ ਮੈਨੂੰ ਰਿਹਾ ਇੱਕ ਗੱਲ ਮੇਰੇ ਮਨ ਦੇ ਵਿੱਚ ਕਿ ਅਸੀਂ ਜ਼ਿਆਦਾ ਸਟਾਫ ਕਾਲਜਾਂ ਦੇ ਵਿੱਚ ਪਿੰਡਾਂ ਤੋਂ ਆਉਂਦੇ ਹਾਂ, ਅਸੀਂ ਮਹਿੰਗੀਆਂ ਸੱਭਿਆਚਾਰਕ ਖੇਡਾਂ ਖੇਡ ਹੀ ਨਹੀਂ ਸਕਦੇ। ਮਤਲਬ ਅਸੀਂ ਕਈ ਡਾਂਸ ਇਸ ਤਰ੍ਹਾਂ ਦੇ ਆ ਜਿਨ੍ਹਾਂ 'ਤੇ ਬਹੁਤ ਖਰਚਾ ਆਉਂਦਾ, ਉਹਨਾਂ ਲਈ ਕੰਪਨੀ ਚਾਹੀਦੀ ਆ, ਕੰਪਨੀਸਟ ਚਾਹੀਦੇ ਆ, ਕੋਚ ਚਾਹੀਦੇ ਆ, ਤਿਆਰੀ ਕਰਾਉਣ ਵਾਲੇ ਚਾਹੀਦੇ ਆ। ਤਾਂ ਮੈਨੂੰ ਇੱਕ ਵੀ ਇਹੋ ਜਿਹੀ ਕਲਾ ਹੋਣੀ ਚਾਹੀਦੀ ਆ ਜਿਹੜੀ ਸਾਡੀ ਪਿੰਡ ਦੀ ਜੀਵਨ ਨਾਲ ਮਿਲਦੀ ਹੋਵੇ, ਤੇ ਅਸੀਂ ਆਪਦੇ ਆਪ ਕਰ ਲਈਏ। ਫਿਰ ਮੈਂ ਜਦੋਂ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੁਆਇਨ ਕੀਤਾ,
ਇਹ ਮੈਂ ਸਾਰੇ ਕੰਮ ਮੈਂ ਮਤਲਬ ਕਿ ਜਿਵੇਂ ਕਹਿੰਦੇ ਹੁੰਦੇ ਕਿ ਵਾਹਿਗੁਰੂ ਦੇ ਸ਼ੁਕਰਾਨੇ ਨਾਲ ਇਹ ਗੱਲ ਕਹਿ ਰਿਹਾ, ਜਾਂ ਮੈਂ ਯੂਨੀਵਰਸਿਟੀ ਦੀ ਅਥਾਰਟੀ, ਵਾਈਸ ਚਾਂਸਲਰ ਸਾਹਿਬ, ਸੈਨੇਟ, ਸਿੰਡੀਕੇਟ ਬਹੁਤ ਸਾਥ ਦਿੱਤਾ ਇਸ ਗੱਲ 'ਚ ਮੇਰਾ, ਕਿ ਬੱਚਿਆਂ ਨੂੰ ਇਨਸੈਂਟਿਵ ਹਾਜ਼ਰੀਆਂ, ਉਹਨਾਂ ਨੂੰ ਪਰਸੈਂਟੇਜ ਰਿਜ਼ਲਟ ਤੋਂ ਬਾਅਦ ਮਤਲਬ ਅਸੀਂ 3% ਤੱਕ ਬੱਚਿਆਂ ਨੂੰ ਪੰਜਾਬ ਯੂਨੀਵਰਸਿਟੀ ਦਿੰਦੀ ਆ। ਪੰਜਾਬ ਯੂਨੀਵਰਸਿਟੀ ਦੇ ਹਰੇਕ ਡਿਪਾਰਟਮੈਂਟ ਦੇ ਵਿੱਚ ਇੱਕ ਸੀਟ ਐਡੀਸ਼ਨਲ ਸੀਟ ਸੱਭਿਆਚਾਰਕ ਗਤੀਵਿਧੀਆਂ ਵਾਲੇ ਬੱਚੇ ਦੀ ਆ, ਠੀਕ ਹੈ। ਔਰ ਮੈਂ, ਤੁਸੀਂ ਸੱਚ ਨਹੀਂ ਮੰਨਣਾ, ਮੈਂ 21 ਵੰਨਗੀਆਂ ਇਹੋ ਜਿਹੀਆਂ ਪਾਈਆਂ, ਮਤਲਬ ਪਾਈਆਂ ਯੂਨੀਵਰਸਿਟੀ ਨੂੰ ਕਹਿ ਕੇ ਅਸੀਂ ਪਾਈਆਂ, ਜਿਹਦੇ 'ਚ ਮਤਲਬ ਤੁਸੀਂ ਮੰਨੋ ਮਤਲਬ ਕਿ ਆਹ ਫੁਲਕਾਰੀ ਬਾਗ ਹੈ ਨਾ, ਇਹ ਤਾਂ ਚੱਲਦੇ। ਉਸ ਤੋਂ ਬਾਅਦ ਜਿਵੇਂ ਪੱਖੀ ਬੁਣਨਾ, ਪੱਖੀ ਬਣਾਉਣਾ, ਅਤੇ ਪੀੜੀ ਬਣਾਉਣਾ, ਅਤੇ ਮਤਲਬ ਜਿਵੇਂ ਈਨੂ ਬੁਣਨਾ, ਪਰਾਂਦਾ ਬੁਣਨਾ ਕੁੜੀਆਂ ਨੇ, ਹੈ ਨਾ, ਮੁੰਡਿਆਂ ਦੇ ਰੱਸਾ ਵੱਟਣਾ, ਟੋਕਰੀ ਬਣਾਉਣੀ। ਪਹਿਲਾਂ ਤਾਂ ਬਹੁਤ ਹੈਰਾਨੀ ਹੋਈ ਸਾਰਿਆਂ ਨੂੰ ਵੀ ਇਹ ਤੁਸੀਂ ਕਿਹੜੇ ਪਾਸੇ ਤੁਰ ਪਏ, ਮਤਲਬ, ਹੈ ਨਾ। ਪਰ ਮੈਂ ਬਾਅਦ ਦੇ ਵਿੱਚ ਅਹਿਸਾਸ ਕਰਾਇਆ ਸਾਰੇ ਦੋਸਤਾਂ ਨੂੰ, ਮੇਰੇ ਦੋਸਤਾਂ ਨੇ ਬਹੁਤ ਸਾਥ ਦਿੱਤਾ, ਪ੍ਰਿੰਸੀਪਲ ਜੀ ਨੇ ਸਾਥ ਦਿੱਤਾ, ਟੀਚਰਾਂ ਨੇ ਸਾਥ ਦਿੱਤਾ। ਮੈਂ ਕਿਹਾ ਜਿੰਨਾ ਚਿਰ ਕੁੜੀ ਪੀੜੀ ਨਹੀਂ ਬੁਣਦੀ, ਪੀੜੀ ਦੀ ਬੁਣਤੀ ਬੁਣਨ ਦਾ ਮਤਲਬ ਜ਼ਿੰਦਗੀ ਦੀ ਬੁਣਤੀ ਬੁਣਨਾ। ਜਿਹੜੀ ਕੁੜੀ ਪੀੜੀ ਬੁਣ ਲੈਂਦੀ ਹੈ ਨਾ, ਉਹ ਕੁੜੀ ਜ਼ਿੰਦਗੀ ਦੀ ਬੁਣਤੀ ਵੀ ਬੁਣ ਲੈਂਦੀ ਆ। ਜਿਹੜਾ ਮੁੰਡਾ ਰੱਸਾ ਵੱਟ ਲੈਂਦਾ, ਉਹ ਜ਼ਿੰਦਗੀ ਦੀ ਤਾਕਤ ਨੂੰ ਵੀ ਕਿਤੇ ਨਾ ਕਿਤੇ ਪਾ ਲੈਂਦਾ। ਉਹਨੂੰ ਪਤਾ ਲੱਗ ਜਾਂਦਾ ਕਿ ਜੇ ਰੱਸੇ ਦੀ ਇੱਕ ਲੜੀ ਆ ਇਹ ਕਮਜ਼ੋਰ ਹੈ, 2 ਲੜੀਆਂ ਹੋ ਗਈਆਂ ਤਾਂ ਉਹ ਮਜ਼ਬੂਤ ਹੋ ਗਈਆਂ, 3 ਲੜੀਆਂ ਹੋ ਗਈਆਂ ਤਾਂ ਹੋਰ ਮਜ਼ਬੂਤ। ਅਸੀਂ ਕਹਿੰਦੇ 3 ਲੜੀਆਂ ਰੱਸਾ ਬਹੁਤ ਮਜ਼ਬੂਤ ਹੁੰਦਾ। ਉਹਨੂੰ ਇਹ ਵੀ ਪਤਾ ਲੱਗਦਾ ਨਾ ਕਿ 3 ਦੋਸਤ ਵੀ ਤਾਂ ਫਿਰ ਬਹੁਤ ਮਜ਼ਬੂਤ ਹੁੰਦੇ ਆ। ਇਸ ਕਰਕੇ ਉਹਨਾਂ ਲਈ ਉਹ ਸੈਂਸ ਪੈਦਾ ਕਰਨ ਦੇ ਲਈ, ਅਤੇ ਜਿਵੇਂ ਅਸੀਂ ਮਤਲਬ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਾਡੇ ਜਿਹੜੇ ਬਜ਼ੁਰਗਾਂ ਨੇ ਇਹ ਚੀਜ਼ਾਂ ਬਣਾਈਆਂ ਨਾ, ਮੰਨ ਲਓ ਕਿ ਡੀਟੀ ਪੈਰ ਖੇਡਦੇ ਆ ਨਾ ਤੁਸੀਂ ਕਦੇ ਸਟਾਪੂ, ਕਿ ਕੁੜੀ ਖੜ ਜਾਂਦੀ ਆ, ਪਿਛਲੇ ਪਾਸੇ ਉਹਦੇ ਜਿਹੜੇ ਆ ਉਹ ਖਾਨੇ ਬਣੇ ਆ 6, ਉਹਨੇ ਪਿੱਛੋਂ ਡੀਟੀ ਮਾਰਨੀ ਆ, ਜਿਹੜੇ ਖਾਨੇ ਦੇ ਵਿੱਚ ਉਹ ਡੀਟੀ ਜਾਵੜੀ, ਹੈ ਨਾ, ਅਤੇ ਉਹ ਖਾਨੇ 'ਚ ਉਹਨੇ ਇੱਕ ਲੱਤ 'ਤੇ ਜਾ ਕੇ ਖੜਨਾ। ਮਤਲਬ ਇਹ ਸਾਡੇ ਬਜ਼ੁਰਗਾਂ ਨੇ, ਉਹ ਐਡੇ ਵਿਹਲੇ ਨਹੀਂ ਸੀ ਵੀ ਇਸ ਤਰ੍ਹਾਂ ਦੀਆਂ ਗੇਮਾਂ ਵਿਹਲੀ ਪਰ 'ਚ ਬਣਾਤੀਆਂ। ਬਹੁਤ ਸੋਚ ਸਮਝ ਕੇ ਪੜ੍ਹਾਈ ਕਰਾਈ ਆ ਕਿ ਕੁੜੀਆਂ ਨੂੰ ਇਹ ਦੱਸਿਆ ਗਿਆ ਕਿ ਤੇਰੀ ਗੈਰ ਹਾਜ਼ਰੀ ਦੇ ਵਿੱਚ ਉਹ ਘਰ ਚੁਣਿਆ ਜਾਣਾ ਜਿੱਥੇ ਤੂੰ ਵਿਆਹ ਕੇ ਜਾਣਾ, ਤੇਰਾ ਮੂੰਹ ਦੂਜੇ ਪਾਸੇ ਹੋਣਾ, ਗੈਰ ਹਾਜ਼ਰੀ ਚੁਣਿਆ ਜਾਣਾ। ਫਿਰ ਜਿੱਥੇ ਉਹ ਕਿਸਮਤ ਦੀ ਤੇਰੇ ਦੀ ਰੋੜੀ ਡਿੱਗ ਪਈ, ਤੂੰ ਉੱਥੇ ਇੱਕ ਲੱਤ 'ਤੇ ਖੜਨ ਦਾ ਮਤਲਬ ਵੀ ਦੁੱਖ 'ਚ ਖੜ, ਤਕਲੀਫ 'ਚ ਖੜ, ਖੁਸ਼ੀ 'ਚ ਖੜ, ਤੂੰ ਉੱਥੇ ਖੜਨਾ। ਇਹ ਸਾਡੀਆਂ ਕੁੜੀਆਂ ਨੂੰ ਸਿਖਾਉਂਦੇ ਸੀ। ਹੁਣ ਕੁੜੀਆਂ ਰੋੜੇ ਖੇਡਦੀਆਂ, ਹੈ ਨਾ, 5 ਰੋੜੇ ਹੁੰਦੇ ਆ ਮੰਨ ਲਓ, ਅਤੇ ਉਹਨਾਂ ਨੇ ਖੇਡਣ ਦੀ ਕਲਾ ਇਹ ਹੈ ਕਿ 5 ਰੋੜਿਆਂ ਨੂੰ ਹਵਾ 'ਚ ਹੀ ਰੱਖਣਾ, ਸਿਰਫ ਇਹ ਦੱਸਣ ਲਈ ਕਿ ਜ਼ਿੰਦਗੀ ਦੇ ਜਿਹੜੇ ਰਿਸ਼ਤੇ ਤੈਨੂੰ ਮਿਲਣੇ ਆ, ਕੋਈ ਸਹੁਰਾ ਮਿਲੂਗਾ, ਕੋਈ ਜੇਠ ਹੋਊਗਾ, ਕੋਈ ਜਠਾਣੀ ਹੋਊਗੀ, ਉਹ ਸਾਰੇ ਤੂੰ ਬੈਲੈਂਸ ਰੱਖਣੇ ਆ। ਮਤਲਬ ਉਹਨਾਂ 'ਚੋਂ ਕੋਈ ਡਿੱਗਣਾ ਨਹੀਂ ਚਾਹੀਦਾ। ਤੇਰੀ ਕਲਾ ਇਹਦੇ 'ਚ ਆ ਵੀ ਜੇ ਮਤਲਬ ਟੁੱਟਣਾ ਨਹੀਂ ਚਾਹੀਦਾ ਇੱਕ ਤਾਂ। ਜਿਹੜੀ ਕੁੜੀ ਰੋੜੇ ਖੇਡ ਗਈ ਨਾ 5, ਉਹ ਜ਼ਿੰਦਗੀ ਦਾ ਕੋਈ ਰਿਸ਼ਤਾ ਨਹੀਂ ਮਤਲਬ ਡਿੱਗਣ ਦਿੰਦੀ ਛੇਤੀ। ਇਹੀ ਕਾਰਨ ਹੈ ਕਿ ਅੱਗੇ ਅਨਪੜ੍ਹ ਕੁੜੀਆਂ ਹੋਣ ਦੇ ਬਾਵਜੂਦ ਵੀ ਜਿਹੜੀ ਤਲਾਕ ਦੀ ਗਿਣਤੀ ਉਹ ਘੱਟ ਸੀ। ਤੁਸੀਂ ਸੋਸ਼ਲ ਸਾਇੰਸ ਵਾਲਿਆਂ ਨੂੰ ਦੇਖ ਲਓ, ਅੱਜ ਪੜ੍ਹੇ ਲਿਖੇ ਹੋਣ ਕਰਕੇ ਤਲਾਕ ਦੀ ਗਿਣਤੀ ਵੱਧ ਗਈ ਆ। ਮਤਲਬ ਇਹ ਕਿਉਂਕਿ ਜ਼ਿੰਦਗੀ ਦੀ ਉਹ ਪੜ੍ਹਾਈ ਆ ਜਿਹੜੀ ਉਹ ਕਰਾਉਣੋਂ ਅਸੀਂ ਹਟ ਗਏ ਹਾਂ। ਪਰ ਉਹ ਅਸੀਂ ਇਹਨਾਂ ਯੂਥ ਫੈਸਟੀਵਲਾਂ ਦੇ ਰਾਹੀਂ ਚਾਹੁੰਦੇ ਹਾਂ ਕਿ ਅਸੀਂ ਉਹ ਪੜ੍ਹਾਈ ਜਿਹੜੀ ਉਹ ਕਰਵਾਈਏ। ਮਤਲਬ ਬਹੁਤ ਖੂਬਸੂਰਤ ਚੀਜ਼ਾਂ ਇਹ ਸਾਡੀਆਂ ਜਿਹੜੀਆਂ ਸਾਡੀਆਂ ਲੋਕ ਕਲਾਵਾਂ ਹੈਗੀਆਂ। ਸਰ ਮਤਲਬ ਮੈਨੂੰ ਇਹ ਅਰੋਸਾ ਸੀ ਤੁਹਾਡੇ ਨਾਲ, ਮੈਂ ਇਹ ਸਵਾਲ ਜ਼ਰੂਰ ਤੁਹਾਨੂੰ ਕਰਨਾ ਚਾਹੁੰਦੀ ਸੀ। ਜਦੋਂ ਮੈਂ ਵੀ ਇੱਕ ਇੰਟਰਵਿਊ ਦੇ ਵਿੱਚ ਤੁਹਾਡਾ ਇਹ ਪਾਰਟ ਸੁਣਿਆ ਤਾਂ ਮੈਨੂੰ ਬਹੁਤ ਹੈਰਾਨੀ ਹੋਈ ਕਿ ਹਾਲੇ ਤੱਕ ਵੀ ਮਤਲਬ ਤੁਸੀਂ ਵੀ ਇਹ ਸੋਚਦੇ ਹੋ ਵੀ ਘਰ ਵਸਾਉਣਾ ਜਾਂ ਜਿਹੜਾ ਤਲਾਕ ਦਾ ਹੈ ਨਾ ਪੂਰੀ ਜ਼ਿੰਮੇਵਾਰੀ, ਉਹ ਹਾਲੇ ਤੱਕ ਵੀ ਅਸੀਂ ਕੁੜੀਆਂ ਦੀ ਨਜ਼ਰ ਤੋਂ ਹੀ ਦੇਖਦੇ ਰਹਿੰਦੇ ਹਾਂ, ਹੈ ਨਾ। ਇਹਦੇ 'ਚ ਤੁਹਾਡਾ ਗੁੱਸਾ ਵੀ ਮੈਂ ਸਮਝ ਗਿਆ। ਮੈਨੂੰ ਹੋਰ ਵੀ 2-3 ਬੀਬੀਆਂ ਭੈਣਾਂ ਨੇ ਇਹ ਸਵਾਲ ਕੀਤਾ ਇੰਟਰਵਿਊ ਸੁਣ ਕੇ, ਪਰ ਇਹਦੇ 'ਚ ਇਹ ਨਹੀਂ ਗੱਲ ਕੋਈ। ਇਹਦੇ 'ਚ ਮਾਣ ਹਮੇਸ਼ਾ ਕੁੜੀ ਨੂੰ ਜਾਂਦਾ। ਮਤਲਬ ਇਹਦੇ ਵਿੱਚ ਇਹ ਆ ਕਿ ਜੇ ਕੁੜੀ ਚਾਹੇ, ਕੁੜੀ ਸੁਪਰੀਮ ਹੈ ਇੱਥੇ। ਮਤਲਬ ਸਾਡੇ ਰਿਸ਼ਤੇ ਦੇ ਵਿੱਚ ਜਿਹੜੀ ਫੀਮੇਲ ਆ ਉਹ ਸੁਪਰੀਮ ਹੈ। ਜੇ ਉਹ ਚਾਹੇ ਤਾਂ ਰਿਸ਼ਤਾ ਜਿਹੜਾ ਹੈਗਾ ਉਹ ਜੁੜਿਆ ਰਹਿ ਸਕਦਾ। ਇਹਦੇ 'ਚ ਉਹਨੂੰ ਮਾਣ ਹੈ। ਮਤਲਬ ਤੁਸੀਂ ਅੱਜ ਤੱਕ ਵੀ ਤੁਸੀਂ ਕਦੇ ਇੱਕ ਕਹਾਵਤ ਸਾਡੀ ਬਣੀ ਹੈ ਇੱਕ, ਕਿ ਬਹੁਤ ਥਾਵਾਂ 'ਤੇ ਤੁਸੀਂ ਸੁਣਿਆ ਹੋਊਗਾ ਕਿ ਮੁੰਡਾ ਬਹੁਤ ਸ਼ਰਾਬ ਪੀਂਦਾ, ਨਸ਼ਈ ਹੋ ਗਿਆ, ਐਲਤੀਆ, ਤੁਸੀਂ ਇਹਦਾ ਵਿਆਹ ਕਰ ਦਿਓ ਠੀਕ ਹੋ ਜਾਊਗਾ। ਤਾਂ ਇਹਦਾ ਇਨਡਾਇਰੈਕਟ ਮੀਨਿੰਗ ਕੀ ਆ ਕਿ ਇਹਨੂੰ ਉਹ ਠੀਕ ਕਰ ਦੂਗੀ, ਮਤਲਬ ਉਹਨੂੰ ਸਿੱਧੇ ਰਾਹ ਪਾ ਦੂਗੀ, ਮਤਲਬ ਇਹਨੂੰ ਚੰਗੀ ਕੰਪਨੀ ਮਿਲ ਜੂਗੀ। ਕੁੜੀ ਨੂੰ ਚੰਗੀ ਕੰਪਨੀ ਦੇ ਤੌਰ 'ਤੇ ਗਿਣਿਆ ਗਿਆ। ਮੇਰੇ ਇਸ ਗੱਲ ਐਕਸਪਲੇਨ ਕਰਨ ਦੇ ਵਿੱਚ ਵੀ ਇਹੀ ਆ ਕਿ ਔਰਤ ਦੇ ਕੋਲੇ ਘਰ ਨੂੰ ਵਸਾਉਣ ਦੀ ਸੈਂਸ ਬੰਦੇ ਨਾਲੋਂ ਜ਼ਿਆਦਾ ਹੁੰਦੀ ਹੈ, ਬੰਦੇ ਨਾਲੋਂ ਜ਼ਿਆਦਾ। ਹੁਣ ਤੁਸੀਂ ਕਿੰਨੇ ਜਦੋਂ ਆਹ ਨੋਟਬੰਦੀ ਹੋਈ ਆ, ਕਿੰਨੇ ਚੁਟਕਲੇ ਆਏ ਆ ਕਿ ਕਿੰਨੀਆਂ ਕਿਸੇ ਦੇ ਦਾਲ 'ਚ ਪੈਸੇ ਪਏ ਸੀ, ਕਿਸੇ ਦੀ ਚਾਹ ਪੱਤੀ 'ਚ ਪੈਸੇ ਪਏ ਸੀ ਨਿਕਲੇ। ਪਰ ਉਹ ਕਿੱਡੀ ਵੱਡੀ ਇੰਡੀਕੇਸ਼ਨ ਹੈ ਕਿ ਉਹ ਪੈਸੇ ਰੱਖਦੀਆਂ ਸੀ ਜਦੋਂ ਘਰ ਦੀ ਲੋੜ ਪੈਂਦੀ ਸੀ, ਔਖੇ ਵੇਲੇ ਲਈ। ਮਤਲਬ ਕੁੜੀਆਂ ਦਾ ਦਾਜ ਬਣਾਉਣਾ ਤਾਂ ਮਾਂ ਮਿੰਟ 'ਚ ਸਾਰਾ ਕੁਝ ਇਕੱਠਾ ਕਰਦੀ ਸੀ ਔਖੇ ਵੇਲੇ ਲਈ। ਇਸ ਕਰਕੇ ਘਰ ਦੀ ਜਿਹੜੀ ਮਤਲਬ ਸੈਂਸ ਆ ਨਾ ਵਸਾਉਣ ਦੀ, ਉਹ ਹਮੇਸ਼ਾ ਲੇਡੀਜ਼ ਕੋਲ ਜ਼ਿਆਦਾ। ਅਤੇ ਮੈਂ ਇਹ ਗੱਲ ਕਹਿ ਕੇ ਮਾਣ ਵੀ ਦਿੰਦਾ ਇਸ ਗੱਲ, ਇਹ ਆ।
ਬਿਲਕੁਲ ਨਹੀਂ, ਇਹ ਤਾਲੀਮ ਸਹਿਣਸ਼ੀਲਤਾ ਵਾਲੀ ਜਾਂ ਜਿਹੜਾ ਹੁਨਰ ਆ ਸਾਨੂੰ ਰਿਸ਼ਤਿਆਂ ਨੂੰ ਸੰਭਾਲਣ ਵਾਲਾ, ਉਹ ਹਰ ਬੰਦੇ ਦੇ ਅੰਦਰ ਜ਼ਰੂਰ ਹੋਣਾ ਚਾਹੀਦਾ। ਬਿਲਕੁਲ ਨਹੀਂ ਨਹੀਂ, ਇਕੱਲਾ ਪੁਰਾਣੇ ਜ਼ਮਾਨੇ 'ਚ ਨਹੀਂ, ਹੁਣ ਵੀ ਮੇਰੇ ਇੱਕ ਦੋਸਤ ਨੇ, ਉਹ ਜੁਡੀਸ਼ੀਅਰੀ 'ਚ ਆ, ਮਤਲਬ ਜੱਜ ਆ। ਉਹ ਇੱਕ ਦਿਨ ਬੈਠੇ ਬੈਠੇ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ, ਕਹਿੰਦੇ ਇਹ ਜਿਹੜਾ ਇੱਕ ਤੁਹਾਨੂੰ ਚੇਂਜ ਪਤਾ ਕੀ ਆਈ ਆ ਵੀ, ਤਲਾਕ ਜਦੋਂ ਹੁਣ ਹੁੰਦਾ ਨਾ, ਅੱਗੇ ਜਦੋਂ ਤਲਾਕ ਹੁੰਦਾ ਸੀਗਾ ਤਾਂ ਉਹ ਮੁੰਡੇ ਨੂੰ ਕਹਿੰਦੇ ਸੀ, ਕਾਕਾ ਅਸੀਂ ਤੈਨੂੰ 6 ਮਹੀਨੇ ਦਿੰਦੇ ਹਾਂ, ਤੂੰ ਸੋਚ ਲਾ ਤੂੰ ਇਹਦੇ ਨਾਲ ਰਹਿ ਸਕਦਾ, ਰੱਖ ਸਕਦਾ। ਅੱਜ ਕੱਲ੍ਹ ਜੱਜ ਕੁੜੀ ਨੂੰ ਕਹਿੰਦੇ ਆ, ਬੀਬਾ ਤੈਨੂੰ ਬੇਟਾ 6 ਮਹੀਨੇ ਹੋਰ ਦੇ, ਸੋਚ ਲਾ ਤੂੰ ਇਹਨੂੰ ਰੱਖ ਸਕਦੀ ਆ। ਮਤਲਬ ਇਹ ਕਿੱਡੀ ਵੱਡੀ ਜਿਹੜੀ ਇੱਕ ਚੇਂਜ ਆਈ ਆ, ਮਤਲਬ ਇਸ ਕਰਕੇ ਆਈ ਆ ਕਿ ਔਰਤ ਦੇ ਕੋਲੇ ਉਹ ਕਲਾ ਹੈਗੀ ਆ, ਔਰਤ ਦੇ ਕੋਲੇ ਉਹ ਸਾਰਾ ਕੁਝ ਸੋਝ ਹੈਗੀ ਆ ਜਿਹਦੇ ਨਾਲ ਘਰ ਵਸਿਆ ਰਹਿ ਸਕਦਾ। ਬਿਲਕੁਲ ਸਰ, ਤੁਹਾਡੇ 6 ਨਾਟਕ ਹੁਣ ਤੱਕ ਆ ਚੁੱਕੇ ਨੇ, ਹੈ ਨਾ, ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਖੇਡੇ ਜਾਂਦੇ ਨੇ, ਜਿਵੇਂ ਮਾਤਾ ਗੁਜਰੀ ਨਾਟਕ ਤੁਹਾਡਾ ਬਹੁਤ ਮੈਂ ਜਾ ਕੇ ਤਿਆਰ ਕਰਵਾਇਆ, ਹਾਂ ਬਿਲਕੁਲ ਪਪੂਲਰ ਹੋਇਆ ਬਹੁਤ ਜ਼ਿਆਦਾ, ਹੈ ਨਾ। ਹੁਣ ਦੇ ਸਮੇਂ ਦੇ ਵਿੱਚ ਤੁਹਾਡੇ ਮੁਤਾਬਕ ਰੰਗਮੰਚ ਦੇ ਜਿਹੜੇ ਵਿਸ਼ੇ ਨੇ ਉਹ ਕਿਵੇਂ ਦੇ ਹੋਣੇ ਚਾਹੀਦੇ ਨੇ? ਨਹੀਂ, ਕਿਵੇਂ ਦੇ ਹੋਣੇ ਕੀ ਹੈਗੇ ਹੀ ਆ। ਇਸ ਵੇਲੇ ਜਿਹੜੇ ਵਿਸ਼ੇ ਆ ਸਾਡੇ, ਦੇਖੋ 2-3 ਵਿਸ਼ੇ ਜਿਹੜੇ ਸਾਡੇ ਬਹੁਤ ਜ਼ਰੂਰੀ, ਮਤਲਬ ਇਸ ਵੇਲੇ, ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਪਿੱਛੇ ਜੇ ਤਾਂ ਇੱਕ ਦੌਰ ਇਹ ਰਿਹਾ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਜ਼ਿਆਦਾ ਜੋੜਤਾ, ਭਾਵੇਂ ਉਹ ਘੱਟ ਜੁੜੇ ਸੀ ਵੱਧ ਜੁੜੇ ਸੀ, ਪਾਪੂਲੈਰਿਟੀ ਮਤਲਬ ਇਸ ਤਰੀਕੇ ਦੀ ਕਰਤੀ ਕਿ ਖਵਨੀ ਸਾਡੇ ਨੌਜਵਾਨ ਆ ਜਿਹੜੇ ਉਹ ਮਤਲਬ ਨਸ਼ਿਆਂ 'ਤੇ ਹੀ ਆ। ਪਰ ਇਹੋ ਜਿਹੀ ਗੱਲ ਨਹੀਂ, ਇਹ ਇਸ ਗੱਲ ਨੇ ਸਿੱਧ ਕਰਤਾ, ਤੁਹਾਡੇ ਸਾਹਮਣੇ ਹੁਣ ਅੰਦੋਲਨ ਚੱਲ ਰਿਹਾ, ਸਾਡੇ ਨੌਜਵਾਨ ਕਿੰਨੀ ਖੂਬਸੂਰਤੀ ਨਾਲ ਅੱਗੇ ਆਏ ਆ, ਕਿੰਨੀ ਸ਼ਿੱਦਤ ਨਾਲ ਕੰਮ ਕਰ ਰਹੇ ਆ ਉਹ, ਠੀਕ ਹੈ। ਲੇਕਿਨ ਇਹ ਵਿਸ਼ਾ ਰਿਹਾ ਨਸ਼ਿਆਂ ਦਾ, ਪਹਿਲਾਂ ਦਾਜ ਦਾ ਵਿਸ਼ਾ ਰਿਹਾ, ਨਸ਼ਿਆਂ ਦਾ ਵਿਸ਼ਾ ਰਿਹਾ, ਫਿਰ ਥੋੜ੍ਹਾ ਜਿਹਾ ਚਿਰ ਵਿਦੇਸ਼ੀ ਪੜ੍ਹਾਈ ਜਿਹੜੀ ਸਾਡੇ ਬੱਚੇ ਕਰਨ ਜਾਂਦੇ ਹਨ, ਮੁੰਡੇ ਕੁੜੀਆਂ ਜਾਂਦੇ ਆ, ਬਿਲਕੁਲ ਆਇਲਸ ਜਾਂ ਉਹਦੇ ਕਿਵੇਂ ਜਾਂਦੇ ਉੱਧਰ, ਫਿਲਮਾਂ ਵੀ ਬਹੁਤ ਬਣੀਆਂ, ਫਿਲਮਾਂ ਵੀ ਬਹੁਤ ਬਣੀਆਂ। ਲੇਕਿਨ ਇਹਦਾ ਜਿਹੜਾ ਇੱਕ ਸਪਲੀਮੈਂਟਰੀ ਵਿਸ਼ਾ ਜਿਹੜਾ ਸਾਹਮਣੇ ਆਇਆ ਹੈਗਾ, ਜਦੋਂ ਮੈਂ ਬਾਹਰ ਗਿਆ ਤਾਂ ਪਤਾ ਲੱਗਿਆ ਕਿ ਇਹਨਾਂ ਦੀ ਜ਼ਿੰਦਗੀ ਉੱਥੇ ਜਾ ਕੇ ਕਿਵੇਂ ਆ। ਇੱਥੋਂ ਤਾਂ ਅਸੀਂ ਦੇਖੋ ਪੰਜਾਬ ਸਮਾਜ ਇਸ ਤਰ੍ਹਾਂ ਦਾ, ਪੰਜਾਬੀ ਸਮਾਜ ਸਾਡਾ, ਕਿ ਅਸੀਂ ਇਕੱਲੀ ਕੁੜੀ ਨੂੰ ਨਹੀਂ ਕਿਤੇ, ਮਤਲਬ ਈਵਨ ਵਿਆਹ 'ਤੇ ਵੀ ਨਹੀਂ ਤੁਸੀਂ ਤਾਂ ਭੇਜਦੇ, ਗੁਆਂਢੀਆਂ ਦੇ ਨਹੀਂ ਘਰੇ ਭੇਜਦੇ ਸੀ, ਅਤੇ ਸਮੇਂ ਦੀ ਇਸ ਮਜਬੂਰੀ ਨੇ ਸਾਨੂੰ ਇਕੱਲੀਆਂ ਕੁੜੀਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਣ ਲਈ ਮਜਬੂਰ ਕਰਤਾ। ਪਰ ਉੱਥੇ ਜਾ ਕੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੋਈ ਆ, ਇਹਦੇ 'ਤੇ ਵੀ ਬਹੁਤ ਸਾਰੇ ਪਲੇ ਜਿਹੜੇ ਆਏ ਆ, ਔਰ ਆਉਣਗੇ ਵੀ, ਮਤਲਬ ਆਉਣ ਵਾਲੇ ਸਮੇਂ ਦੇ ਵਿੱਚ। ਪਰ ਹੁਣ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨੂੰ ਜਾਂ ਸਮਾਜ ਨੂੰ ਚੇਤਨ ਕਰਨ ਵਾਲੀ ਜਿਹੜੀ ਗੱਲ ਹੈ, ਉਹ ਹੈ ਕਿ ਅਸੀਂ ਐਜੂਕੇਸ਼ਨ ਦੀ ਮਹੱਤਤਾ ਅਤੇ ਸਿਹਤ ਦੀ ਮਹੱਤਤਾ, ਇਹ 2 ਚੀਜ਼ਾਂ ਦੇ ਉੱਪਰ ਜਿਹੜੇ ਆ ਵਿਸ਼ੇ ਆ ਜਿਹੜੇ ਸਾਡੇ, ਉਹ ਨਾਟਕ ਹੈ, ਉਹ ਆਉਣਗੇ ਵੀ, ਆ ਵੀ ਰਹੇ ਆ। ਬਹੁਤ ਸਾਰੇ ਪਲੇ ਆ ਜਿਹੜੇ ਇਸ ਤਰ੍ਹਾਂ ਦੇ ਆ ਕਿ ਜਿਨ੍ਹਾਂ ਦੇ ਵਿੱਚ ਸਮਾਜ ਦੀਆਂ ਉਹਨਾਂ ਬੁਰਾਈਆਂ ਦੇ ਖਿਲਾਫ ਇੱਕ ਝੰਡਾ ਚੱਕਿਆ ਗਿਆ। ਕੋਈ ਨਾਟਕ ਰਾਹੀਂ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਮੈਂ ਇਹ ਸਮਝਦਾ ਕਿ ਨਾਟਕ ਤੁਹਾਡੀ ਟਾਰਗੇਟ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਹਿੱਟ ਕਰਦਾ। ਜਿਵੇਂ ਤੁਸੀਂ ਕਹਿੰਦੇ ਕਿ ਜਿੱਥੇ ਤੁਸੀਂ ਚਾਹੁੰਦੇ ਆ ਕਿੱਲ ਠੋਕਣਾ ਫੱਟੀ 'ਚ, ਉੱਥੇ ਜਾ ਕੇ ਨਾਟਕ ਹੀ ਠੋਕ ਸਕਦਾ। ਗੀਤ ਸੰਗੀਤ ਸਾਡੇ ਮਨੋਰੰਜਨ ਦੇ ਸਾਧਨ ਤਾਂ ਹੋ ਸਕਦੇ ਆ, ਗੀਤ ਸੰਗੀਤ ਰਾਹੀਂ ਤੁਸੀਂ ਉਸ ਵੇਲੇ ਦਾ ਕੋਈ ਛੋਟਾ ਬਹੁਤਾ ਸੁਨੇਹਾ ਤਾਂ ਦੇ ਸਕਦੇ ਆ, ਪਰ ਜਿਹੜਾ ਚਿਰਜੀਵੀ ਸੁਨੇਹਾ ਉਹ ਤੁਹਾਡਾ ਰੰਗਮੰਚ ਦਿੱਤਾ, ਕਿਉਂਕਿ ਰੰਗਮੰਚ ਦੇ ਵਿੱਚ ਸੰਗੀਤ ਵੀ ਆ, ਰੰਗਮੰਚ ਦੇ ਵਿੱਚ ਨ੍ਰਿਤ ਵੀ ਆ, ਰੰਗਮੰਚ ਦੇ ਵਿੱਚ ਇੱਕ ਵੇਰੀਏਸ਼ਨ ਜਿਹੜੀ ਹੈਗੀ ਆ ਆਡੀਅנס ਨੂੰ ਨਾਲ ਲੈ ਕੇ ਤੁਰਨ ਦੀ ਆ। ਇਸ ਕਰਕੇ ਸਮਾਜ ਦੀ ਕੋਈ ਵੀ ਜਿਹੜੀ ਬਿਮਾਰੀ ਆ ਉਹਨੂੰ ਰੰਗਮੰਚ ਹੀ ਕਵਰ ਕਰ ਸਕਦਾ। ਹਾਂਜੀ ਸਰ, ਬਹੁਤ ਸਾਰੀਆਂ ਵੰਨਗੀਆਂ ਨਿਭਾਈਆਂ ਨੇ ਹੁਣ ਤੱਕ, ਤੁਸੀਂ ਕਵੀ ਵੀ ਰਹੇ ਹੋ, ਫਿਰ ਇੱਕ ਅਧਿਆਪਕ ਵੀ ਰਹੇ ਹੋ, ਹੈ ਨਾ, ਅਦਾਕਾਰ ਵੀ ਰਹੇ ਹੋ, ਹੁਣ ਡਾਇਰੈਕਟਰ ਦੇ ਅਹੁਦੇ 'ਤੇ ਵੀ ਆ ਗਏ ਹੋ। ਇੰਨੀਆਂ ਜ਼ਿੰਮੇਵਾਰੀਆਂ ਨਿਭਾਉਣਾ ਔਖਾ ਨਹੀਂ ਲੱਗਦਾ? ਕਿਉਂਕਿ ਮੈਨੂੰ ਵੀ ਲੱਗਦਾ ਹੁੰਦਾ ਵੀ ਜਿਹੜੇ ਬਹੁਤ ਜ਼ਿਆਦਾ ਕਲਾਵਾਂ ਨਾਲ ਜੁੜੇ ਹੁੰਦੇ ਆ, ਕਈ ਵਾਰੀ ਉਹ ਕਿਸੇ ਥਾਂ ਵੀ ਨਹੀਂ ਪਹੁੰਚਦੇ, ਹੈ ਨਾ, ਇਹਦੇ 'ਚ ਕੋਈ ਸ਼ੱਕ ਹੀ ਨਹੀਂ। ਹਾਂ ਬਿਲਕੁਲ। ਪਰ ਇਹ ਸਾਰਾ ਕੁਛ ਇੱਦਾਂ, ਜਿਵੇਂ ਜਦੋਂ ਤੁਹਾਡੇ ਬਾਰੇ ਪੜ੍ਹਿਆ ਤਾਂ ਲਿਖਿਆ ਹੋਇਆ ਸੀ ਕਿ ਵੱਖ-ਵੱਖ ਯੂਨੀਵਰਸਿਟੀਆਂ ਤੋਂ ਭਗਵੰਤ ਮਾਨ, ਦਿਵਿਆ ਦੱਤਾ, ਤੁਸੀਂ ਤੇ ਗੁਰਪ੍ਰੀਤ ਘੁੱਗੀ, ਹੈ ਨਾ, ਪਰ ਮੈਂ ਵੇਖਿਆ ਵੀ ਤੁਸੀਂ ਚਾਰੋਂ ਹੀ ਅੱਜ ਆਪਣੇ ਆਪਣੇ ਖੇਤਰ ਦੇ ਵਿੱਚ ਬਹੁਤ ਸਕਸੈਸਫੁਲ ਵੀ ਔਰ ਜਾਣੇ ਪਹਿਚਾਣੇ ਚਿਹਰੇ ਹੋ, ਹੈ ਨਾ, ਪਰ ਤੁਹਾਨੂੰ ਇੰਨੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਔਖੀ ਨਹੀਂ ਲੱਗਦੀ? ਨਹੀਂ ਨਹੀਂ, ਮੈਨੂੰ ਔਖੀ ਨਹੀਂ ਲੱਗਦੀ, ਬਲਕਿ ਮੈਨੂੰ ਇਹ ਲੱਗਦਾ ਵੀ ਜੇ ਜ਼ਿੰਮੇਵਾਰੀ ਨਾ ਹੁੰਦੀ ਤਾਂ ਮੈਂ ਕੀ ਕਰਦਾ। ਮਤਲਬ ਮੈਂ ਸਮਝਦਾ ਇਹ ਗੱਲ ਕਿ ਹਰ ਚੰਗਾ ਕੰਮ ਹੈ ਜਿਹੜਾ ਉਹ ਸਟਰੈਸ 'ਚੋਂ ਆਉਂਦਾ। ਤੁਸੀਂ ਵਿਹਲਾ ਰਹਿ ਕੇ, ਜੇ ਕੋਈ ਬੰਦਾ ਕਹੇ ਮੈਂ ਵੇਲ ਦੇ, ਮਤਲਬ ਕਿਸੇ, ਮੈਂ ਬਹੁਤ ਸਾਰੇ ਨਾਟਕਕਾਰਾਂ ਨਾਲ ਗੱਲਬਾਤ ਕਰਦਾ ਆਪ ਵੀ, ਤਾਂ ਮੈਂ ਕਿਸੇ ਕੋਲੋਂ ਇਹ ਨਹੀਂ ਸੁਣਿਆ ਕਿ ਮੈਂ ਵਿਹਲਾ ਸੀ ਤੇ ਤਾਂ ਕਰ ਲਿਆ। ਮਤਲਬ ਜਿਹੜਾ ਕੰਮ ਉਹ ਲੋੜ 'ਚੋਂ ਨਿਕਲਦਾ, ਮਤਲਬ ਜਿਹੜਾ ਕੰਮ ਕੋਈ ਵੀ ਉਹ ਲੋੜ 'ਚੋਂ ਨਿਕਲਦਾ। ਅਤੇ ਯੂਥ ਫੈਸਟੀਵਲਾਂ ਦੇ ਵਿੱਚੋਂ ਕਿਉਂਕਿ ਮੈਂ ਨਿਕਲਿਆ ਸੀਗਾ, ਅਤੇ ਮੈਨੂੰ ਯੂਥ ਫੈਸਟੀਵਲਾਂ ਦੇ ਵਿੱਚ ਇਸ ਜੋਬ ਕਰਨ ਦਾ ਜਾਂ ਇਹਨਾਂ ਨੂੰ ਔਰਗੇਨਾਈਜ਼ ਕਰਨ ਦਾ ਮਤਲਬ ਇੱਕ ਤਰ੍ਹਾਂ ਦਾ, ਜਿਵੇਂ ਮੈਂ ਕਹਾਂ ਕਿ ਮੈਨੂੰ ਇਹਦਾ ਫਾਇਦਾ ਵੀ ਇਹ ਮਿਲਿਆ ਕਿ ਮੈਂ ਨੌਜਵਾਨਾਂ ਦੇ ਵਿੱਚ ਜਾਂਦਾ, ਉਹਨਾਂ ਦੀਆਂ ਗੱਲਾਂ ਨੂੰ ਸੁਣਦਾ, ਠੀਕ ਹੈ ਨਾ, ਫਿਰ ਉਹ ਮੇਰੇ ਜ਼ਿਹਨ ਦੇ ਵਿੱਚ ਆਉਂਦੀਆਂ, ਭਾਵੇਂ ਮੈਂ ਉਹਨੂੰ ਆਰਟੀਕਲ ਦੇ ਰੂਪ ਦੇ ਵਿੱਚ ਲਿਖਾਂ, ਭਾਵੇਂ ਮੈਂ ਉਹਨੂੰ ਬੋਲਣ ਦੇ ਆਪਦੇ ਮਤਲਬ ਕੰਮ ਲਿਆਵਾਂ, ਹੈ ਨਾ, ਭਾਵੇਂ ਨਾਟਕ ਦੇ ਵਿੱਚ ਲਿਖਾਂ, ਉਹ ਮੈਨੂੰ ਸਾਰਾ ਕੁਝ ਸਹਾਈ ਹੋ ਰਿਹਾ। ਔਰ ਇਹ ਜ਼ਿਆਦਾ ਕੰਮ ਹੁੰਦਾ ਜਦੋਂ ਤੁਸੀਂ
ਮੈਂ ਤਾਂ ਤੁਸੀਂ ਤਾਂ ਜਿਵੇਂ ਇਸ ਤਰ੍ਹਾਂ ਸੋਚਦੇ, ਮੈਂ ਇਸ ਤਰ੍ਹਾਂ ਸੋਚਦਾ ਕਿ ਜਦੋਂ ਤੁਸੀਂ ਬਹੁਤ ਸਾਰੀਆਂ ਪਰਤਾਂ ਦੇ ਵਿੱਚੋਂ ਦੀ ਗੁਜ਼ਰਦੇ ਨਾ, ਮਲਟੀ ਵਰਕ ਜਦੋਂ ਤੁਸੀਂ ਕਰਦੇ ਆ, ਉਦੋਂ ਤੁਸੀਂ ਚੰਗਾ ਕੰਮ ਕਰ ਲੈਂਦੇ ਆ ਕਿ ਤੁਹਾਨੂੰ ਇੱਕ 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 ਜਿਹੜਾ ਹੈਗਾ ਫੀਲਡ, ਉਹਦਾ ਤਜਰਬਾ ਦੂਜੇ ਫੀਲਡ ਦੇ ਵਿੱਚ ਤੁਸੀਂ ਜਾ ਕੇ ਮਤਲਬ ਜਿਹੜਾ ਹੈਗਾ ਵਰਤ ਲੈਂਦੇ ਆ। ਇਹ ਫਾਇਦਾ ਹੁੰਦਾ ਇਹਨਾਂ ਗੱਲਾਂ ਦਾ। ਜਿਵੇਂ ਆਪਾਂ ਸਤੀਸ਼ ਵਰਮਾ ਜੀ ਦੇ ਆਰਟੀਕਲ ਦੀ ਗੱਲ ਕਰ ਰਹੇ ਸੀ, ਕਾਲਮ ਦੀ, ਹੈ ਨਾ, ਮੈਨੂੰ ਵੀ ਕਦੀ ਕਦੀ ਲੱਗਦਾ ਹੁੰਦਾ ਕਿ ਤੁਹਾਡੀ ਪਿੱਠ ਪਿੱਛੇ ਬੈਠਾ ਜਿਹੜਾ ਪਰਿਵਾਰ ਆ, ਉਹਨਾਂ ਦੀ ਇੰਟਰਵਿਊ ਵੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਕਿਤੇ ਨਾ ਕਿਤੇ ਤੁਹਾਡੀ ਕਾਮਯਾਬੀ ਉਹਨਾਂ ਦੇ ਸਮੇਂ ਨੂੰ ਕੱਟ ਕੇ ਹੀ ਆਉਂਦੀ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਦੇਖੋ, ਮੈਂ ਜੇ ਟਾਈਮ ਲਾਉਣਾ, ਮੈਂ ਸਾਰਾ ਦਿਨ ਯੂਥ ਫੈਸਟੀਵਲਾਂ 'ਤੇ ਤੁਰਿਆ ਫਿਰਦਾ ਰਹਿੰਦਾ, ਮੈਂ ਸਾਰਾ ਦਿਨ ਦੂਰਦਰਸ਼ਨ 'ਤੇ ਜਾਂ ਰੇਡੀਓ 'ਤੇ ਜਾਂ ਪ੍ਰੋਗਰਾਮਾਂ 'ਚ ਤੁਰਿਆ ਫਿਰਦਾ ਰਹਿੰਦਾ, ਤਾਂ ਇਹ ਤਾਂ ਮਤਲਬ ਨੋ ਡਾਊਟ ਕਿ ਮੈਂ ਉਹਨਾਂ ਦਾ ਟਾਈਮ ਲੈ ਰਿਹਾ, ਆਪਣੀ ਵਾਈਫ ਦਾ ਟਾਈਮ ਲੈ ਰਿਹਾ, ਆਪਣੇ ਬੇਟੇ ਦਾ ਟਾਈਮ ਲੈ ਰਿਹਾ ਨਾ, ਉਹ ਮੈਨੂੰ ਕੋਆਪਰੇਟ ਕਰਦੇ ਆ, ਇਸੇ ਕਰਕੇ ਹੀ ਮੈਂ ਮਤਲਬ ਲੈ ਰਿਹਾ। ਪਰ ਮੈਂ ਥੋੜ੍ਹਾ ਜਿਹਾ ਫਿਰ ਕਸ਼ਟ ਝੱਲ ਕੇ ਫਿਰ ਟਾਈਮ ਜਿਹੜਾ ਹੈਗਾ ਇਹਦੇ ਵਿੱਚ ਮੇਰਾ ਜਿਹੜਾ ਆਪਣਾ ਟਾਈਮ ਹੈ, ਉਹ ਫਿਰ ਮੈਂ ਉਹਨਾਂ ਨੂੰ ਦਿੰਦਾ ਵੀ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਟਾਈਮ ਐਡਜਸਟਮੈਂਟ ਜਿਹੜੀ ਉਹ ਕਰਨੀ ਚਾਹੀਦੀ। ਹਾਂਜੀ, ਨਵਦੀਪ ਗਿੱਲ ਹੋਣਾ ਨੇ ਤੁਹਾਡੇ ਬਾਰੇ ਆਰਟੀਕਲ ਲਿਖਿਆ ਸੀ, ਉਹ ਕਹਿੰਦੇ ਵੀ ਜੋੜਾ ਭਾਜੀ ਦੇ ਤਾਂ ਜਿਹੜੇ ਭਾਬੀ ਜੀ ਨੇ ਉਹ ਇਹ ਗਾਣਾ ਗਾਉਂਦੇ ਹੋਣਗੇ ਵੀ 25 ਪਿੰਡਾਂ ਦਾ ਮੇਰਾ ਢੋਲ ਪਟਵਾ ਦੀ, ਨਵਦੀਪ ਗਿੱਲ ਨੇ ਲਿਖਿਆ ਨਾ, ਬਿਲਕੁਲ, ਵੀ ਕਹਿੰਦੇ ਪਿੰਡਾਂ ਦਾ ਮੇਰਾ ਢੋਲ ਪਟਵਾ। ਹਾਂਜੀ, ਵੀ ਸਵੇਰੇ ਕਿਤੇ ਹੁੰਦੇ ਆ ਤੇ ਸ਼ਾਮੀ ਕਿਤੇ, ਤੇ ਫਿਰ ਇਹ ਵੀ ਪਤਾ ਲੱਗਦਾ ਵੀ ਅੱਜ ਕੈਨੇਡਾ ਨੇ ਤੇ 10 ਦਿਨ ਬਾਅਦ ਕਿਤੇ ਹੋਰ ਜਾਣ ਦਾ ਟੂਰ ਹੈ ਨਾ। ਖੈਰ ਇਹ ਮੈਂ ਤਾਂ ਇਸ ਗੱਲੋਂ ਕੁਦਰਤ ਨੂੰ ਬਹੁਤ ਵੱਡਾ ਮਤਲਬ ਜਿਹੜਾ ਸਾਨਬੰਦ ਮੰਨਦਾ ਆਪਣੇ ਤੇ, ਕਿ ਮੈਨੂੰ ਇਹ ਕੰਮ ਕਰਨ ਦਾ ਮੌਕਾ ਦਿੱਤਾ। ਮੈਂ ਮਤਲਬ ਕਿ ਜੋ ਬੰਦਾ ਚਾਹੁੰਦਾ ਨਾ, ਮਤਲਬ ਇਹ ਹਰ ਮਤਲਬ ਕੁਦਰਤ ਦਾ ਸਾਨਬੰਦ ਹੀ ਹੋਣਾ ਚਾਹੀਦਾ, ਵਾਹਿਗੁਰੂ ਦਾ, ਕਿ ਜਿਹੜੇ ਫੀਲਡ 'ਚ ਮੈਂ ਚਾਹੁੰਦਾ ਸੀ ਕੰਮ ਕਰਨਾ, ਮੈਨੂੰ ਉਹ ਫੀਲਡ ਮਿਲਿਆ, ਹੈ ਨਾ, ਜੋ ਚਾਹਿਆ ਮਤਲਬ ਮਿਲਿਆ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸੇ ਕੰਮ ਕਰਕੇ ਹੀ ਮੈਨੂੰ ਜਿਹੜਾ ਹੈਗਾ ਮਤਲਬ ਜੇ ਮੈਂ ਕੈਨੇਡਾ ਜਾ ਕੇ ਪਲੇ ਤਿਆਰ ਕਰਵਾਇਆ, ਗੁਰੂਕੁਲ ਆਰਟਸ ਅਕੈਡਮੀ 'ਚ ਮੈਂ ਲਗਭਗ ਹਰ ਸਾਲ ਜਾ ਕੇ ਕਰਵਾਉਣਾ ਉੱਥੇ, ਹੈ ਨਾ, ਪਲੇ, ਅਤੇ ਉੱਥੋਂ ਦੇ ਬੱਚਿਆਂ ਨਾਲ ਵਿਚਰਨ ਦਾ ਮੈਨੂੰ ਮੌਕਾ ਮਿਲਦਾ। ਜਿਹੜੀ ਸਾਰੀ ਐਕਟੀਵਿਟੀ ਆ, ਉਹ ਟਾਈਮ ਤਾਂ ਮੈਂ ਉਹਨਾਂ ਦਾ ਜ਼ਰੂਰ ਲੈਣਾ, ਪਰ ਕਿਤੇ ਕਿਤੇ ਉਹਨਾਂ ਨੂੰ ਇਸ ਗੱਲ ਦਾ ਮਾਣ ਵੀ ਹੁੰਦਾ ਨਾ ਬਈ ਇਹ ਕੰਮ ਕਰ ਰਿਹਾ ਇਹ। ਹਾਂਜੀ, ਨਹੀਂ ਸਰ, ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ, ਹੈ ਨਾ। ਬਹੁਤ ਮਤਲਬ ਤੁਹਾਡੀਆਂ ਬਹੁਤ ਸਾਰੇ ਐਕਸਪੀਰੀਅੰਸ ਨੇ ਜਿਹੜੇ ਹੋਰਾਂ ਲਈ ਵੀ ਰਾਹ ਦਸੇਰਾ ਬਣਨਗੇ। ਬੜੇ ਮਾਣ ਨਾਲ ਤੁਹਾਡੇ ਇੱਕ ਦੋਸਤ ਨੇ ਤੁਹਾਡੇ ਉੱਪਰ ਲਿਖਿਆ ਵੀ ਇੱਕ ਛੋਟੇ ਜਿਹੇ ਘਰ ਚੋਂ ਨਿਕਲ ਕੇ, ਇੱਕ ਛੋਟੇ ਜਿਹੇ ਪਿੰਡ ਚੋਂ ਨਿਕਲ ਕੇ, ਹੈ ਨਾ, ਪੂਰੀ ਦੁਨੀਆ 'ਚ ਆਪਣਾ ਨਾਮ ਬਣਾਉਣਾ ਬਹੁਤ ਔਖਾ ਹੁੰਦਾ, ਤੇ ਉਹ ਤੁਸੀਂ ਜੀ ਕੁਮਾਰ ਜਗਦੇਵ ਉਹਨਾਂ ਨੇ ਲਿਖਿਆ, ਫਰੀਦਕੋਟ ਅਸੀਂ ਇਕੱਠੇ ਪੜ੍ਹਦੇ ਸੀ, ਟੱਟ ਸਾਹਿਬ ਨੇ ਲਿਖਿਆ ਨਾ। ਪਰ ਮੈਨੂੰ ਚੰਗਾ ਲੱਗਿਆ ਵੀ ਚਲੋ ਜਦੋਂ ਦੋਸਤ ਤੁਹਾਨੂੰ ਰਿਕਗਨਾਈਜ਼ ਕਰਨ, ਪਰ ਮਨ ਦੇ ਵਿੱਚ ਤਾਂ ਇਹ ਸ਼ੁਰੂ ਤੋਂ ਤਮੰਨਾ ਰਹੀ ਆ ਕਿ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਾਂ, ਹੈ ਨਾ, ਆਰਟ ਵਾਲੇ ਫੀਲਡ ਦੇ ਵਿੱਚ ਕੰਮ ਕਰਾਂ, ਅਤੇ ਜਿੰਨਾ ਕੁ ਹੋ ਸਕਿਆ ਉਨਾ ਕੁ ਮੈਂ ਕਰ ਲਿਆ, ਜਿੰਨਾ ਕੁ ਹੋ ਸਕੂਗਾ ਮਤਲਬ ਕਰੂੰਗਾ ਵੀ, ਹੈ ਨਾ, ਸਾਰੇ ਸਹਿਯੋਗ ਦੇ ਨਾਲ ਸਾਰਿਆਂ ਦੇ। ਹਾਂਜੀ, ਰੰਗਮੰਚ ਦਾ ਅਥਰਾ ਘੋੜਾ ਕਹਿੰਦੇ ਨੇ ਤੁਹਾਨੂੰ, ਪਰ ਨਾਲ ਦੀ ਨਾਲ ਇਹ ਵੀ ਕਿਹਾ ਜਾਂਦਾ ਵੀ ਸਪੀਡ ਬਹੁਤ ਸਲੋ ਆ, ਹੈ ਨਾ, ਤੇ ਮੈਂ ਵੀ ਗੁਜ਼ਾਰਿਸ਼ ਕਰਦੀ ਹਾਂ ਵੀ ਕਿਤਾਬਾਂ ਦੀ ਆ ਜਿਹੜੀ ਸਪੀਡ ਉਹਨੂੰ ਹੋਰ ਵਧਾ ਦਈਏ। ਨਹੀਂ, ਮੈਂ ਕਿਤਾਬਾਂ ਦੇਖੋ, ਮੈਂ ਕਾਫੀ ਕਿਤਾਬਾਂ ਮੇਰੀਆਂ ਮਤਲਬ ਜਿਵੇਂ ਸੁਦਾਗਰ ਨਾਟਕ ਮੈਂ ਲਿਖਿਆ, ਹੈ ਨਾ, ਇਹ ਮਤਲਬ ਨਸ਼ਿਆਂ ਦੇ ਖਿਲਾਫ, ਇਸ ਕਿਤਾਬ ਦੇ ਵਿੱਚ 2 ਨਾਟਕ ਨੇ, ਬੋਝ ਅਤੇ ਸੁਦਾਗਰ। ਅਤੇ ਇੱਕ ਇਹ ਵੀ ਹੁੰਦਾ, ਮੈਂ ਦੇਖਿਆ ਕਿ ਸਾਹਿਤ ਦੇ ਖੇਤਰ ਦੇ ਵਿੱਚ ਕਿ ਤੁਹਾਡਾ ਇੱਕ ਸਮਾਂ ਹੁੰਦਾ ਹੈ ਮਤਲਬ ਪੈਰ ਧਰਨ ਦਾ, ਹੈ ਨਾ, ਵਿਚਰਨ ਦਾ। ਮੈਂ ਕੋਈ ਸ਼ੱਕ ਨਹੀਂ ਇਹਦੇ 'ਚ, ਮੈਂ ਤੁਹਾਡੇ ਇਸ ਪਲੇਟਫਾਰਮ ਤੋਂ ਕਬੂਲ ਕਰਦਾ ਕਿ ਮੈਂ ਨਾਟਕ ਲਿਖਣ ਦੇ ਖੇਤਰ ਦੇ ਵਿੱਚ ਜਿਹੜਾ ਕਦਮ ਹੈ ਉਹ ਬਹੁਤ ਲੇਟ ਰੱਖਿਆ, ਠੀਕ ਹੈ। ਅਤੇ ਉਨੀ ਸਪੀਡ ਇਸ ਕਰਕੇ ਵੀ ਨਹੀਂ ਬਣਦੀ ਹੁੰਦੀ ਹੈ ਨਾ ਕਿ ਤੁਹਾਨੂੰ ਮਤਲਬ ਉਸ ਪੱਖ, ਕਿਉਂਕਿ ਜਦੋਂ ਤੁਹਾਨੂੰ ਜਾਂ ਤਾਂ ਇਕੱਲੇ ਨਾਟਕ ਦੇ ਕਾਰ ਦੇ ਤੌਰ 'ਤੇ ਤੁਹਾਨੂੰ ਸਮਝਦੇ ਹੋ, ਫਿਰ ਵੀ ਬੰਦੇ ਕਹਿੰਦੇ ਵੀ ਚਲੋ ਕਰੀ ਜਾਂਦਾ ਨਾ, ਮੈਂ ਦੂਜੇ ਪਾਸੇ ਬਹੁਤ ਵਿਚਰ ਰਿਹਾ ਨਾਲ, ਮਤਲਬ ਮੰਨ ਲਓ ਸੱਭਿਆਚਾਰਕ ਮੇਲਿਆਂ 'ਚ ਪਹਿਲਾਂ ਮੈਂ ਵਿਚਰਦਾ ਰਿਹਾ, ਹੁਣ ਯੂਥ ਫੈਸਟੀਵਲਾਂ 'ਚ ਵਿਚਰਦਾ, TV 'ਤੇ ਮੈਂ ਬਹੁਤ ਟਾਈਮ ਦਿੱਤਾ, ਚੈਨਲਾਂ 'ਤੇ ਬਹੁਤ ਟਾਈਮ ਦਿੱਤਾ, ਪਰ ਹੁਣ ਮੈਂ ਮਹਿਸੂਸ ਕਰਦਾ ਕਿ ਮੈਂ ਚਾਹੁੰਦਾ ਕਿ ਮੈਂ ਰੋਲ ਕੰਮ ਹੈ ਜਿਹੜਾ ਉਹ ਨਾਟਕਕਾਰੀ ਵਾਲੇ ਪਾਸੇ ਲਾਵਾਂ। ਹਾਂਜੀ, ਅਤੇ ਅਖੀਰ 'ਤੇ ਸਰ ਮੈਂ ਚਾਹੁੰਦੀ ਹਾਂ ਕਿ ਬਹੁਤ ਸੋਹਣੇ ਤੁਹਾਡੇ ਤਜਰਬੇ ਸੀ, ਹੈ ਨਾ, ਤੁਸੀਂ ਹੁਣ ਦੇ ਨੌਜਵਾਨਾਂ ਨੂੰ, ਜਿਹੜੇ ਖਾਸ ਕਰਕੇ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਨੌਜਵਾਨ ਬਹੁਤ ਛੇਤੀ ਹਤਾਸ਼ ਹੋ ਜਾਂਦੇ ਨੇ, ਹੈ ਨਾ, ਅਤੇ ਉਹਨਾਂ ਲਈ ਕੋਈ ਖੂਬਸੂਰਤ ਸੁਨੇਹਾ ਜਿਹੜਾ ਆਪਣੇ ਸ਼ਬਦਾਂ 'ਚ ਤੁਸੀਂ ਦੇਣਾ ਚਾਹੋ। ਦੇਖੋ, ਇੱਕ ਤਾਂ ਮੈਂ, ਕਿਉਂਕਿ ਮੇਰਾ ਸੰਬੰਧ ਹੀ ਜਿਹੜਾ ਉਹ ਵਿਦਿਆਰਥੀਆਂ ਦੇ ਨਾਲ ਹੈ ਦੋਸਤੋ, ਤੁਹਾਡੇ ਸਾਰਿਆਂ ਨਾਲ, ਜਿਹੜਾ ਤੁਸੀਂ ਇਸ ਪ੍ਰੋਗਰਾਮ ਨੂੰ ਮਤਲਬ ਦੇਖ ਰਹੇ ਆ ਇਸ ਵੀ ਸੋਸ਼ਲ ਦੇ ਰਾਹੀਂ। ਰੁਪਿੰਦਰ ਸੰਧੂ ਹੋਰਾਂ ਨੇ ਤੁਹਾਡੇ ਲਈ ਸੁਨੇਹਾ ਦੇਣ ਦਾ ਜਿਹੜਾ ਸਵਾਲ ਮੈਨੂੰ ਕੀਤਾ, ਸੁਨੇਹਾ ਤਾਂ ਮੈਂ ਨਹੀਂ ਕਹਿੰਦਾ, ਪਰ ਮੈਂ ਤੁਹਾਡੇ ਨਾਲ ਇਹ ਗੱਲ ਜ਼ਰੂਰ ਕਰੂੰਗਾ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਆਪਣੀ ਸੁਸਾਇਟੀ ਜਿਹੜੀ ਹੈ ਤੁਹਾਡੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਸੇਈ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਉਹਦਾ ਮਤਲਬ ਇਹ ਹੈ ਕਿ ਜ਼ਿੰਦਗੀ 'ਚ ਤੁਹਾਨੂੰ ਇਹੋ ਜਿਹੇ ਬੰਦੇ ਮਿਲਣ ਜਿਹੜੇ ਤੁਹਾਡੇ ਮਨ ਦੇ ਬੂਹੇ ਬਾਰੀਆਂ ਖੋਲ੍ਹ ਦੇਣ। ਦੂਜੀ, ਮੈਂ ਤੁਹਾਨੂੰ ਸਾਡੀ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ 'ਤੇ ਗੱਲ ਜਿਹੜੀ ਕਹਿਣੀ ਚਾਹੁੰਦਾ, ਜਿਹੜੀ ਮੈਂ ਨੋਟ ਕੀਤੀ ਆ, ਕਿ ਆਪਣੇ ਦਿਲ ਦੀ ਗੱਲ ਆਪਣੇ ਮਾਂ-ਬਾਪ ਨੂੰ, ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਦੱਸੋ। ਤੁਹਾਡੇ ਵਿੱਚ ਚੀੜਾਪਣ,
ਤੁਹਾਡੇ 'ਚ ਮਤਲਬ ਉਹ ਜਿਹੜਾ ਗੁੱਸਾ ਉਹ ਇਸ ਕਰਕੇ ਆਉਂਦਾ ਕਿ ਤੁਸੀਂ ਦਿਲ ਦੀ ਗੱਲ ਦਿਲ 'ਚ ਰੱਖ ਲੈਂਦੇ ਆ, ਤੁਹਾਨੂੰ ਲੱਗਦਾ ਕਿ ਮੇਰੀ ਕੋਈ ਮੰਨਦਾ ਨਹੀਂ, ਪਰ ਜਦੋਂ ਤੁਸੀਂ ਕਿਸੇ ਨੂੰ ਦੱਸਣੀ ਨਹੀਂ ਫਿਰ ਉਹ ਮੰਨਣੀ ਕਿਹਨੇ ਆ। ਇਸ ਕਰਕੇ ਆਪਦੀ ਦਿਲ ਦੀ ਗੱਲ ਖੋਲ੍ਹ ਦਿਓ। ਕੁੜੀਆਂ ਇੱਕ ਬੋਲੀ ਪਾਉਂਦੀਆਂ ਹੁੰਦੀਆਂ ਕਿ ਨੱਚਣਾ ਤਾਂ ਇੱਥੇ ਨੱਚ ਲਾ, ਘਰੇ ਜਾ ਕੇ ਨਾ ਚੁੱਲ੍ਹੇ 'ਚ ਲੱਤ ਮਾਰੀ। ਫਿਰ ਤੁਸੀਂ ਚੁੱਲ੍ਹੇ 'ਚ ਲੱਤ ਮਾਰਦੇ ਆ, ਉਹ ਫਿਰ ਲੜਾਈ ਹੁੰਦੀ ਹੈ ਨਾ, ਉਹ ਸਾਰਾ ਕੁਛ ਹੱਲ ਹੋ ਜੂ। ਤੁਸੀਂ ਆਪਣੇ ਮਾਂ-ਬਾਪ ਨਾਲ ਗੱਲ ਕਰ ਦਿਓ। ਕੁੜੀਆਂ ਨੂੰ ਵੀ ਮੈਂ ਕਹਿਣਾ, ਮੁੰਡਿਆਂ ਨੂੰ ਵੀ ਕਹਿਣਾ, ਜਿਹੜੀ ਗੱਲ ਤੁਹਾਡੇ ਮਨ ਦੇ ਵਿੱਚ ਹੈ, ਜੋ ਤੁਸੀਂ ਕਰਨਾ ਚਾਹੁੰਦੇ ਆ, ਮਾਂ-ਬਾਪ ਕਦੇ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ, ਮਾਂ-ਬਾਪ ਹਮੇਸ਼ਾ ਭਲਾ ਚਾਹੁੰਦਾ, ਠੀਕ ਹੈ। ਅਤੇ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਕਿ ਕਰੋ। ਸੋ ਆਪਣੇ ਮਾਂ-ਬਾਪ ਨੂੰ ਆਪਣੇ ਦੋਸਤ ਬਣਾਓ ਅਤੇ ਆਪਣੇ ਦੋਸਤਾਂ ਨੂੰ ਆਪਣੇ ਮਾਂ-ਬਾਪ ਵਾਂਗੂ ਸਤਿਕਾਰ ਦਿਓ। ਇਹ ਦੋਨੇ ਗੱਲਾਂ ਨੂੰ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਦੋਸਤ ਇੰਨੇ ਸਿੰਸੀਅਰ ਹੋਣੇ ਚਾਹੀਦੇ ਆ ਕਿ ਤੁਹਾਨੂੰ ਲੱਗੇ ਕਿ ਯਾਰ ਮੇਰੇ ਸਿੰਸੀਅਰ ਆ, ਕਿੰਨਾ ਮੇਰਾ ਕਰਦੇ ਆ, ਹੈ ਨਾ। ਸੋ ਇਹ ਜਿਹੜਾ ਦਾਇਰਾ ਦੋਸਤੀ ਦਾ ਜਾਂ ਮਾਂ-ਬਾਪ ਦਾ ਦਾਇਰਾ ਜਿਹੜਾ, ਇਹਨੂੰ ਤੁਸੀਂ ਵਿਸ਼ਾਲ ਵੀ ਕਰੋ ਅਤੇ ਇਹਨੂੰ ਇੰਨਾ ਖੁੱਲ੍ਹਾ ਕਰ ਲਓ ਕਿ ਤੁਸੀਂ ਕੋਈ ਗੱਲ ਲੁਕੋ ਕੇ ਨਾ ਰੱਖੋ। ਜਦੋਂ ਤੁਸੀਂ ਗੱਲ ਕਰ ਦਿਓਗੇ ਤੁਹਾਨੂੰ ਇਹ ਲੱਗੂ ਕਿ ਯਾਰ ਮੈਂ ਤਾਂ ਗੱਲ ਕਰਤੀ, ਮੇਰੀ ਜ਼ਿੰਮੇਵਾਰੀ ਤਾਂ ਖਤਮ, ਹੁਣ ਤਾਂ ਇਹਨਾਂ ਦੀ ਮਰਜ਼ੀ ਆ, ਫਿਰ ਤੁਹਾਨੂੰ ਕੋਈ ਗੁੱਸਾ ਨਹੀਂ ਰਹੂਗਾ ਤੁਹਾਡੇ ਮਨ ਦੇ ਵਿੱਚ। ਸੋ ਇਸ ਕਰਕੇ ਜ਼ਿੰਦਗੀ ਦੇ ਸ਼ਾਹ ਸਵਾਰ ਬਣੋ। ਜਿੱਤ ਹਾਰ ਦੇ ਵਿੱਚ ਕਦੇ ਵਿਸ਼ਵਾਸ ਨਾ ਰੱਖੋ, ਜਿੱਤ ਹਾਰ ਲਈ ਮਿਹਨਤ ਕਰੋ ਅਤੇ ਜ਼ਿੰਦਗੀ 'ਚ ਤੁਸੀਂ ਜਾਂ ਜਿੱਤੋਗੇ ਅਤੇ ਜਾਂ ਤੁਸੀਂ ਸਿੱਖੋਗੇ, ਹਾਰੋਗੇ ਕਦੇ ਨਹੀਂ ਜ਼ਿੰਦਗੀ ਦੇ ਵਿੱਚ, ਕਦੇ ਨਹੀਂ ਕੋਈ ਬੰਦਾ ਹਾਰਦਾ। ਵੱਡੇ ਸੁਪਨੇ ਤੁਸੀਂ ਲਓ, ਹਰ ਸੁਪਨਾ ਜਿਹੜਾ ਬੰਦੇ ਦਾ ਪੂਰਾ ਹੁੰਦਾ। ਤੁਹਾਡੇ ਜਿਹੜੇ ਮੱਥੇ ਆ ਉਹ ਮੈਂ ਚਾਹੁੰਦਾ ਕਿ ਇਹਨਾਂ ਦੇ ਉੱਪਰ ਸੂਰਜ ਚੜ੍ਹੇ, ਇਹਨਾਂ ਦੇ ਉੱਪਰ ਚੰਨ ਚੜ੍ਹੇ, ਇਹਨਾਂ ਦੇ ਉੱਪਰ ਤਾਰੇ ਡਰਕਣ। ਪਰ ਇੱਕ ਗੱਲ ਯਾਦ ਰੱਖਿਓ ਕਿ ਚੰਨ, ਤਾਰੇ ਅਤੇ ਸੂਰਜ ਨਾ ਹਮੇਸ਼ਾ ਵੱਡੇ ਮੱਥੇ 'ਤੇ ਚੜ੍ਹਦੇ ਆ, ਅਤੇ ਵੱਡਾ ਮੱਥਾ ਅਸਮਾਨ ਜਿੱਡਾ ਬਣਾਉਣ ਲਈ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਆ, ਫਿਰ ਆਪੇ ਚੰਨ ਚੜ੍ਹ ਜਾਂਦੇ ਆ। ਸੋ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਵੇ, ਬੰਦਾ ਤਖਤ ਹਜ਼ਾਰਿਓ ਤੁਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਚੰਗ ਆਵੇ। ਸੋ ਉਸਤਾਦ ਦਾਮਨ ਦੇ ਸ਼ੇਅਰ ਦੇ ਨਾਲ ਮੈਡਮ ਰੁਪਿੰਦਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਗੱਲਾਂ ਤੁਹਾਡੇ ਨਾਲ ਜਿਹੜੀਆਂ ਕੀਤੀਆਂ ਚੰਗੀਆਂ ਲੱਗੀਆਂ, ਜਿਹੜੀਆਂ ਤੁਹਾਡੇ ਮੀਡੀਆ ਰਾਹੀਂ ਪਹੁੰਚ ਜਾਣਗੀਆਂ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।